ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਭਾਗਾਂ ਵਾਲਾ ਉਹ ਸਥਾਨ ਹੈ ਜਿਹਦੀ ਇੱਕ ਆਪਣੀ ਹੀ ਵਿਲੱਖਣਤਾ ਹੈ। ਆਪਾਂ ਬਹੁਤ ਸਥਾਨ ਵੇਖੇ ਨੇ, ਬਹੁਤ ਸਥਾਨਾਂ 'ਤੇ ਜਾਂਦੇ ਹਾਂ। ਉਹਨਾਂ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੁੰਦਾ ਕਿ ਸਤਿਗੁਰੂ ਅੱਗੇ ਜਾ ਰਹੇ ਸੀ, ਸੰਗਤ ਨੇ ਪ੍ਰਸ਼ਾਦ ਛਕਾਇਆ, ਰੁਕ ਗਏ, ਸੰਗਤ ਦਰਸ਼ਨ ਕਰਨ ਆ ਗਈ, ਕੋਈ ਉੱਥੇ ਘਟਨਾ ਹੋਈ ਇਸ ਤਰ੍ਹਾਂ ਕਰਕੇ। ਪਰ ਇਹਦੀ ਜਿਹੜੀ ਵੱਡੀ ਵਿਲੱਖਣਤਾ ਹੈ ਉਹ ਇਹ ਹੈ ਕਿ ਗੁਰੂ ਆਪਣੇ ਪੁੱਤਰ ਨੂੰ, ਆਪਣੇ ਸਿੱਸ ਨੂੰ, ਆਪਣੇ ਚੇਲੇ ਨੂੰ ਕਿਵੇਂ ਮਾਣ ਬਖਸ਼ਦਾ। ਸਤਿਗੁਰਾਂ ਨੇ ਜੋ ਕਿਹਾ ਹੈ, ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਜਿਉਂਦੀ ਜਾਗਦੀ ਮਿਸਾਲ ਹੈ ਪਾਤਸ਼ਾਹ ਦੇ ਇਹਨਾਂ ਮਹਾਂਵਾਕਾਂ ਦੀ। ਮਾਂ ਦੇਸਾਂ ਉਹ ਬਰਾਗਣ ਰੂਹ ਆ, ਉਹ ਬ੍ਰਹਮ ਗਿਆਨੀ ਰੂਹ ਆ ਜਿਹਨੇ ਦਿਲ ਦੇ ਵਿੱਚ ਹੀ ਅਰਦਾਸਾਂ ਕੀਤੀਆਂ। ਪਾਤਸ਼ਾਹ, ਜਦੋਂ ਭਰਿਆ ਪੂਰਾ ਪਰਿਵਾਰ ਸੀ, ਅਸੀਂ ਅਨੰਦਪੁਰ ਸਾਹਿਬ ਆਉਂਦੇ ਰਹੇ ਹਾਂ, ਤੁਹਾਡੇ ਦਰਸ਼ਨ ਦਿਦਾਰੇ ਕਰਦੇ ਰਹੇ ਹਾਂ, ਬੜੀਆਂ ਤੁਸੀਂ ਖੁਸ਼ੀਆਂ ਬਖਸ਼ੀਆਂ ਨੇ, ਬੜੀ ਸਾਂਝ ਪਾਈ ਹੈ ਮਾਤਾ ਹੋਰਾਂ ਨਾਲ, ਚਾਰੇ ਸਾਹਿਬਜ਼ਾਦਿਆਂ ਨਾਲ ਬੜੀਆਂ ਸੇਵਾ ਕੀਤੀਆਂ ਨੇ। ਪਰ ਅੱਜ ਸਮਾਂ ਬਣ ਆਇਆ ਹੈ, ਸਿਰ ਦਾ ਸਾਈਂ ਸਿਰ 'ਤੇ ਨਹੀਂ ਰਿਹਾ, ਉਸ ਤਰ੍ਹਾਂ ਦੇ ਹਾਲਾਤ ਵੀ ਨਹੀਂ ਰਹੇ। ਅਤੇ ਜਿਹੜੀਆਂ ਖਬਰਾਂ ਤੁਹਾਡੇ ਵੱਲੋਂ ਆ ਰਹੀਆਂ ਨੇ ਕਿ ਜੰਗਾਂ ਯੁੱਧਾਂ ਦਾ ਸਮਾਂ ਚੱਲੀ ਜਾਂਦਾ, ਪਤਾ ਨਹੀਂ ਤੁਸੀਂ ਕਿੱਥੇ ਹੋ ਇਸ ਵੇਲੇ। ਅਤੇ ਦਿਲ ਦੇ ਵਿੱਚ ਹੀ ਇਹ ਬੇਨਤੀ ਕਰਨੀ, ਪਾਤਸ਼ਾਹ ਮੈਂ ਇਸ ਜਨਮ ਦੇ ਵਿੱਚ ਖਾਲੀ ਨਹੀਂ ਜਾਣਾ ਚਾਹੁੰਦੀ। ਮੈਂ ਆਪਣੇ ਸਤਿਗੁਰੂ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਸੱਚਖੰਡ ਜਾਵਾਂ, ਮੇਰਾ ਇਹ ਪ੍ਰਣ ਹੈ। ਮੇਰੀ ਅਰਥੀ ਨਾ ਉੱਠੇ ਉਨਾ ਚਿਰ ਜਿੰਨਾ ਚਿਰ ਮੈਂ ਮੇਰੇ ਸਤਿਗੁਰਾਂ ਨੂੰ ਮਿਲ ਨਹੀਂ ਲੈਂਦੀ। ਪਰ ਮੇਰੀ ਮਜਬੂਰੀ ਇਹ ਆ ਕਿ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਹੋ, ਪਰ ਤੁਹਾਨੂੰ ਤਾਂ ਪਤਾ ਹੈ ਕਿ ਮੈਂ ਕਿੱਥੇ ਹਾਂ। ਕਿਰਪਾ ਕਰਿਓ, ਮੇਰੇ ਘਰ ਜ਼ਰੂਰ ਆਇਓ। ਇਹ ਬੇਨਤੀਆਂ, ਇਹ ਅਰਦਾਸਾਂ, ਇਹ ਦਿਲਾਂ ਦੀਆਂ ਤਾਰਾਂ ਸਤਿਗੁਰਾਂ ਪਾਸ ਰੋਜ਼ਾਨਾ ਇਹ ਜੋਦੜੀਆਂ ਪਹੁੰਚਦੀਆਂ। ਫਿਰ ਇੱਕ ਸਮਾਂ ਬਣਦਾ ਜਦੋਂ ਸਤਿਗੁਰੂ ਭਾਈ ਡੱਲੇ ਕੋਲ ਤਲਵੰਡੀ ਸਾਬੋ ਦੀ ਧਰਤੀ 'ਤੇ ਵਿਰਾਜਦੇ ਆ। ਇੱਥੇ ਰਹਿੰਦਿਆਂ ਹੋਇਆਂ ਮਨ ਨੂੰ ਬੜੀ ਧੂ ਪੈਂਦੀ ਹੈ, ਖਿੱਚ ਪੈਂਦੀ ਹੈ ਕਿ ਕੋਈ ਸਬੱਬ ਬਣੇ, ਅਸੀਂ ਜਾ ਕੇ ਆਈਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾ ਰਹੇ ਹਨ, ਉਹਨੂੰ ਸੰਪੂਰਨ ਕਰਨ ਤੋਂ ਬਾਅਦ ਸਬੱਬ ਬਣਦਾ ਕਿ ਰਾਮ ਸਿੰਘ ਫਤਿਹ ਸਿੰਘ ਹੋਰੀ ਸਾਰੇ ਦਰਸ਼ਨ ਕਰਨ ਜਾਂਦੇ ਆ। ਤਾਂ ਸਤਿਗੁਰੂ ਬੜੇ ਮੁਸਕਰਾ ਕੇ ਰਾਮ ਸਿੰਘ ਨੂੰ ਕਹਿੰਦੇ ਨੇ, ਰਾਮ ਸਿਆਂ ਚੱਲ ਕੇ ਤਿਆਰੀਆਂ ਕਰ ਭਾਈ, ਅਸੀਂ ਤੇਰੇ ਨਗਰ ਆਉਣਾ, ਸਾਨੂੰ ਕੋਈ ਬਰਾਗਣ ਰੂਹ ਚੇਤੇ ਕਰਦੀ ਹੈ। ਅਤੇ ਰਾਮ ਸਿੰਘ ਇੱਕ ਵਾਰ ਫਿਕਰਾਂ 'ਚ ਪੈ ਜਾਂਦਾ ਕਿ ਦੀਨ ਦੁਨੀਆ ਦੇ ਬਾਲੀ ਸਾਹੇ ਸਹਿਨਸ਼ਾਹ ਸੱਚੀ ਸਰਕਾਰ ਮੇਰੇ ਨਗਰ ਆਉਣਗੇ ਅਤੇ ਮੈਂ ਤਿਆਰੀਆਂ ਕਰਾਂ, ਮੈਥੋਂ ਸੇਵਾ ਦੇ ਵਿੱਚ ਕੋਈ ਘਾਟ ਨਾ ਰਹਿ ਜਾਵੇ, ਮੈਥੋਂ ਕੋਈ ਗਲਤੀ ਨਾ ਹੋ ਜਾਵੇ, ਸਤਿਗੁਰਾਂ ਦੇ ਪ੍ਰਤੀ ਕਿਤੇ ਕੋਈ ਬੇਅਦਬੀ ਦਾ ਭਾਵਨਾ ਪੈਦਾ ਹੋ ਜਾਵੇ। ਜਦੋਂ ਸਤਿਗੁਰੂ ਵੇਖਦੇ ਨੇ ਕਿ ਸਿੱਖ ਫਿਕਰਾਂ 'ਚ ਪੈ ਗਿਆ, ਅਤੇ ਮਹਾਰਾਜ ਹੱਸ ਕੇ ਕਹਿੰਦੇ, ਰਾਮ ਸਿਆਂ ਤੈਨੂੰ ਟਾਈਮ ਦਿੱਤਾ, ਚੱਲ ਕੇ ਤਿਆਰੀਆਂ ਕਰ। ਅਤੇ ਰਾਮ ਸਿੰਘ ਆ ਕੇ ਨਗਰ 'ਚ ਦੱਸਦਾ ਕਿ ਸਤਿਗੁਰੂ ਇੰਨੀ ਗਰਮੀ ਦੇ ਵਿੱਚ ਵੀ ਆਪਣੇ ਨਗਰ ਆਉਣਾ ਚਾਹੁੰਦੇ ਆ ਅਤੇ ਕਹਿ ਰਹੇ ਆ ਕਿ ਸਾਨੂੰ ਕੋਈ ਬਰਾਗਣ ਰੂਹ ਚੇਤੇ ਕਰਦੀ ਹੈ। ਕੌਣ ਹੋਇਆ ਐਸਾ ਜਿਹੜਾ ਆਪਣੇ ਨਗਰ 'ਚ ਵੀ ਬੈਠਾ, ਆਪਾਂ ਨੂੰ ਕਿਉਂ ਨਹੀਂ ਪਤਾ ਉਹਦਾ। ਚਲੋ ਸਾਰੇ ਜਣੇ ਤਿਆਰੀਆਂ ਕਰਦੇ ਆ। ਤਿਆਰੀਆਂ ਹੋਣ ਤੋਂ ਬਾਅਦ ਦੱਸਦੇ ਆ ਸਤਿਗੁਰਾਂ ਨੂੰ,
ਜਾ ਕੇ ਬੇਨਤੀ ਕਰਦੇ ਆ, ਪਾਤਸ਼ਾਹ ਸਾਡੇ ਵੱਲੋਂ ਤਿਆਰੀਆਂ ਨੇ। ਤਾਂ 18 ਜੇਠ ਵਾਲੇ ਦਿਨ 1706 ਈਸਵੀ ਦੇ ਵਿੱਚ 63 ਬਿਕਰਮੀ ਵਿੱਚ ਸਤਿਗੁਰੂ ਦਮਦਮਾ ਸਾਹਿਬ ਤੋਂ ਚੱਲਦੇ ਆ ਕੇ ਜਿੱਥੇ ਤਿਆਰੀ ਕੀਤੀ ਹੁੰਦੀ ਹੈ ਪਿੰਡ ਦੇ ਬਾਹਰ ਇੱਕ ਛਪੜੀ ਦਾ ਕਿਨਾਰਾ, ਜਿੱਥੇ 8-10 ਪਿੱਪਲ, ਬੋਹੜ, ਹੋਰ ਨਿੰਮ ਦੇ ਦਰਖਤ ਤੇ ਬੜੀ ਸੰਘਣੀ ਸੋਹਣੀ ਛਾਂ, ਜੇਠ ਦੇ ਮਹੀਨੇ ਦੇ ਵਿੱਚ ਵੀ ਜਿੱਥੇ ਅੰਮ੍ਰਿਤ ਵਰਦਾ, ਪਾਣੀ ਛਿੜਕ ਕੇ ਘੜੇ ਭਰ ਕੇ ਰੱਖੇ ਹੁੰਦੇ ਆ, ਕਾਠ ਦਾ ਬੰਗਲਾ ਤਿਆਰ ਕੀਤਾ, ਸਤਿਗੁਰੂ ਆ ਕੇ ਬੈਠਦੇ ਆ ਤੇ ਬੜੇ ਖੁਸ਼ ਹੁੰਦੇ ਆ। ਰਾਮ ਸਿੰਘ ਨੂੰ ਕਹਿੰਦੇ ਨੇ, ਰਾਮ ਸਿਆਂ ਤੂੰ ਐਵੇਂ ਹੀ ਫਿਕਰ ਕਰਦਾ ਸੀ ਕਿ ਮੇਰੇ ਨਗਰ 'ਚ ਤਾਂ ਗਰਮੀ ਬੜੀ ਆ, ਤੁਹਾਨੂੰ ਤਕਲੀਫ ਆਊਗੀ। ਤੇ ਸਤਿਗੁਰੂ ਉੱਥੇ ਬਚਨ ਕਰਦੇ ਨੇ। ਰਾਮ ਸਿੰਘ ਦਾ ਛੋਟਾ ਭਾਈ ਫਤਿਹ ਸਿੰਘ ਮੁਸਕਰਾ ਰਿਹਾ ਤੇ ਕਹਿੰਦੇ ਨੇ, ਫਤਿਹ ਸਿਆਂ ਛੱਪੜ ਸਮਝੀ ਨਾ ਇਸ ਨੂੰ ਫਤਿਹ ਸਿੰਘਾ, ਇਹ ਤਾਂ ਪੌਂਟੇ ਸਾਹਿਬ ਦਾ ਤਾਲ ਭਾਈ, ਸਾਡੇ ਲਈ ਤਾਂ ਇਹ ਪੌਂਟਾ ਸਾਹਿਬ ਲੱਗਦਾ, ਸਾਨੂੰ ਜਮਨਾ ਦੇ ਕਿਨਾਰੇ ਜੈਸਾ ਲੱਗਦਾ। ਪੌਂਟਾ ਸਾਹਿਬ ਦਾ ਖਿਤਾਬ ਦਿੱਤਾ, ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ। ਭਾਈ ਭਗਤੂ ਦੀ ਸਿੱਖੀ ਦਾ ਜ਼ਿਕਰ ਕੀਤਾ, ਧੰਨ ਸਿੱਖੀ ਕਿਹਾ, ਬੜੀਆਂ ਹੀ ਦਾਤਾਂ ਵੰਡੀਆਂ। ਫਿਰ ਇੱਕ ਰਾਤ ਉੱਥੇ ਹੀ ਵਿਰਾਜਦੇ ਆ। ਦੂਸਰੇ ਦਿਨ ਫਿਰ ਮਾਂ ਦੇਸਾਂ ਦੇ ਘਰ ਵੱਲ ਤੁਰਦੇ ਆ ਤੇ ਉੱਧਰ ਬੀਬੀ ਅਤੀਸੋ ਮਾਤਾ ਨੂੰ ਕਹਿੰਦੀ ਹੈ ਕਿ ਮੇਰਾ ਦਿਲ ਕਹਿੰਦਾ ਸਤਿਗੁਰੂ ਆਏ ਆ ਤਾਂ ਮਾਂ 13 ਕਰਕੇ ਆਏ ਆ, ਤੈਨੂੰ ਜ਼ਰੂਰ ਮਿਲਣਗੇ। ਮਾਤਾ ਤਿਆਰੀ ਰੱਖਦੀ ਹੈ, ਇੱਕ ਹੱਥੀਂ ਬੁਣਿਆ ਖੇਸ ਕੋਲ ਹੁੰਦਾ। ਸਤਿਗੁਰੂ ਪਹੁੰਚਦੇ ਆ, ਦਰਸ਼ਨ ਦਿਦਾਰੇ ਮਾਤਾ ਕਰਦੀ ਹੈ, ਚਰਨਾਂ 'ਤੇ ਮੱਥਾ ਟੇਕਦੀ ਆ। ਤਾਂ ਸਤਿਗੁਰੂ ਕਹਿੰਦੇ ਨੇ, ਦੇਸਾਂ ਮਾਈ ਤੇਰੀ ਸਾਈਂ ਦਰ ਸਮਾਈ, ਅਕਾਲ ਪੁਰਖ ਸਹਾਈ, ਲਿਆ ਸਾਡੀ ਉਹ ਨਿਸ਼ਾਨੀ ਜਿਹੜੀ ਤੂੰ ਹੀ ਕਰਦਿਆਂ ਬੁਣੀ ਆ, ਹਰ ਵੇਲੇ ਯਾਦ ਕਰਦੀ ਸੈਂ ਕਿ ਆਪ ਆ ਕੇ ਮੰਗਣ ਤਾਂ ਮੈਂ ਉਹ ਭੇਟ ਕਰਾਂ, ਲਿਆ ਸਾਡਾ ਖੇਸ। ਜੇਠ ਦੇ ਮਹੀਨੇ ਵਿੱਚ ਵੀ ਉੱਪਰ ਲੈ ਲੈਂਦੇ ਆ ਤੇ ਬਚਨ ਕਰਦੇ ਆ ਕਿ ਅਸੀਂ ਇੱਧਰ ਹੋ ਆਈਏ, ਰਾਮ ਸਿੰਘ ਚੌਧਰੀ ਦੇ ਪ੍ਰਸ਼ਾਦ ਤੇਰੇ ਕੋਲ ਸਕਾਂਗੇ, ਤਿਆਰੀ ਕਰੋ। ਤੇ ਫਿਰ ਬੜੇ ਪਿਆਰ ਨਾਲ ਮਹਾਰਾਜ ਆਉਂਦੇ ਆ, 9 ਦਿਨ ਬਰਾਜਦੇ ਆ। 9 ਦਿਨਾਂ ਦੌਰਾਨ ਇੰਨੀਆਂ ਸਾਂਝਾਂ ਪੈਂਦੀਆਂ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਆ, ਖੰਡੇ ਦੀ ਪੌਲ ਤਿਆਰ ਹੁੰਦੀ ਆ, ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਦੇ ਆ। ਅਸੀਂ ਇਹ ਚੇਤਾ ਰੱਖੀਏ, ਜਦੋਂ ਸਾਡੇ ਸਤਿਗੁਰਾਂ ਕੋਲ ਕੋਈ ਵੀ ਜਾਂਦਾ ਸੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਤਿਗੁਰੂ ਵਿਧੀ ਦਿੰਦੇ ਸੀ, ਨਾਮਦਾਨ ਬਖਸ਼ਿਸ਼ ਕਰਦੇ ਸੀ ਕਿ ਨਾਮ ਨੂੰ ਧਿਆਉਣਾ ਕਿਵੇਂ ਆ, ਜਪਣਾ ਕਿਵੇਂ ਆ, ਜਾਪ ਦਾ ਸਿਮਰਨ ਕਿਵੇਂ ਬਣਨਾ ਤੁਹਾਡੇ ਅੰਦਰ, ਬਾਣੀ ਕਿਵੇਂ ਪੜ੍ਹਨੀ ਹੈ। ਗੁਰੂ ਨਾਨਕ ਤੋਂ ਲੈ ਕੇ ਹੀ ਨਾਮਦਾਨ ਦਿੱਤਾ ਜਾਂਦਾ ਸੀ। ਅੱਗੇ ਅਧਿਕਾਰ ਦਿੱਤਾ ਜਾਂਦਾ ਸੀ ਗੁਰਸਿੱਖਾਂ ਨੂੰ ਕਿ ਤੁਸੀਂ ਵੀ ਅੱਗੇ ਜਿਹੜੀ ਸੰਗਤ ਇਕੱਤਰ ਹੋਵੇ ਉਹਨੂੰ ਤੁਸੀਂ ਇਹ ਸਾਂਝ ਪਾਉਣੀ ਹੈ ਤੇ ਅੱਗੇ ਜੋੜ ਲੈਣਾ, ਕਿਉਂਕਿ ਕਰਤਾ ਪੁਰਖ ਸਭ ਦਾ ਸਾਂਝਾ। ਬੰਨ ਮਨੇਜ ਤਾਂ ਪਹਿਲਾਂ ਹੀ ਬਥੇਰੇ ਸੀ, ਪਿੱਛੇ ਸਾਰੇ ਧਰਮ ਵਾਲੀ ਰੱਖਦੇ ਸੀ। ਗੁਰੂ ਨਾਨਕ ਨੇ ਇਹਨੂੰ ਖੁੱਲ੍ਹਾ ਵਰਤਾਇਆ ਕਿ ਜਿਹੜਾ ਖੁਦ ਜਾਗ ਗਿਆ, ਜਿਹਦਾ ਦੀਵਾ ਖੁਦ ਜਗ ਗਿਆ, ਹੋਰ ਨੂੰ ਜਗਾ ਸਕਦਾ ਹੈ, ਕੋਈ ਬੰਧਨ ਨਹੀਂ। ਮੰਜੀਆਂ ਥਾਪੀਆਂ, ਪੀੜੇ ਥਾਪੇ, 10ਵੇਂ ਪਾਤਸ਼ਾਹ ਦੇ ਅੱਧੋਂ ਜ਼ਿਆਦਾ ਜੀਵਨ ਤੱਕ ਇਹੀ ਪਰੰਪਰਾ ਚੱਲਦੀ ਰਹੀ। ਪਰ ਜਦੋਂ ਪਾਤਸ਼ਾਹ ਨੇ ਦੇਖਿਆ ਕਿ ਇਹ ਪਰੰਪਰਾ ਦੇ ਵਿੱਚ ਕੁਛ ਗੱਦੀਆਂ 'ਤੇ ਤੀਜੀ ਚੌਥੀ ਪੀੜ੍ਹੀ ਆ ਗਈ ਆ, ਗੁਰੂ ਪਾਤਸ਼ਾਹ ਤੋਂ ਲੈ ਕੇ ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਤੋਂ ਲੈ ਕੇ, ਉਹ ਲੋਕ ਬੜੇ ਅਜੀਬ ਢੰਗ ਨਾਲ ਸਿੱਖਾਂ ਨਾਲ ਵਰਤਾਓ ਕਰਦੇ ਆ, ਮਰਜ਼ਾਦਾ ਕੋਈ ਨਹੀਂ ਰੱਖਦੇ, ਪਿਆਰ ਕੋਈ ਨਹੀਂ, ਤਸੱਦਦ ਵਾਲੀ ਭਾਸ਼ਾ ਵਰਤਦੇ ਆ। ਅਤੇ ਸਤਿਗੁਰਾਂ ਨੇ ਸਾਰਾ ਮਾਹੌਲ ਉਹਦੇ 'ਤੇ ਆਪਾਂ ਕਿਤੇ ਵਧੀਆ ਢੰਗ ਨਾਲ ਸਾਂਝ ਪਾਵਾਂਗੇ ਕਿ ਅਸੀਂ ਕੀ ਉਹਦੇ ਬਾਰੇ ਪੜ੍ਹਿਆ, ਕੀ ਖੋਜਿਆ। ਅਤੇ ਸਤਿਗੁਰਾਂ ਨੇ ਉਹ ਪਰੰਪਰਾ ਨੂੰ 1699 ਦੇ ਵਿੱਚ ਬੰਦ ਕਰਕੇ ਪੰਚ ਪ੍ਰਧਾਨੀ ਸਿਸਟਮ ਸ਼ੁਰੂ ਕੀਤਾ ਕਿ ਸੰਗਤ ਦੇ ਵਿੱਚੋਂ ਹੀ ਜਾਗਰਤ ਪੁਰਸ਼ ਜਿਹੜੇ ਪਹਿਲਾਂ ਖੁਦ ਜਪਦੇ ਆ, ਖੁਦ ਪੜ੍ਹਦੇ ਆ, ਖੁਦ ਧਿਆਉਂਦੇ ਆ, ਜਿਹੜੇ ਜੁੜੇ ਹੋਏ ਨੇ ਕਰਤੇ ਪੁਰਖ ਨਾਲ, ਉਹ ਪੰਜ ਸਿੰਘ, ਉਹ ਪੰਜ ਪਿਆਰੇ। ਹਰ ਕੋਈ ਨਹੀਂ ਪੰਜ ਪਿਆਰਾ ਬਣ ਸਕਦਾ। ਉਹ ਪੰਜ ਸਿੰਘ ਜਿਨ੍ਹਾਂ ਦਾ ਸੰਗਤ ਨੂੰ ਵੀ ਪਤਾ ਹੁੰਦਾ ਕਿ ਇਹ ਜਪੀ ਤਪੀ ਲੋਕ ਨੇ, ਉਹ ਖੁਦ ਨਾਮਦਾਨ ਦੇ ਸਕਦੇ ਆ, ਖੰਡੇ ਦੀ ਪੌਲ ਤਿਆਰ ਕਰ ਸਕਦੇ ਆ। ਇਹ ਵਰਤਾਰਾ ਵਰਤਿਆ ਅਤੇ ਸਤਿਗੁਰਾਂ ਨੇ ਬੜੀਆਂ ਰਹਿਮਤਾਂ ਕੀਤੀਆਂ, ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਮਾਤਾ ਨੂੰ। ਬਚਪਨ ਤੋਂ ਇੱਥੇ ਸੇਵਾ ਕਰਦਿਆਂ ਬੜਾ ਹੀ ਇਤਿਹਾਸ ਪੜ੍ਹਨ ਦਾ ਮੌਕਾ ਮਿਲਿਆ, ਬੜੀਆਂ ਖੋਜਾਂ ਕਰਨ ਦਾ ਮੌਕਾ ਮਿਲਿਆ। ਮਾਤਾ ਵੱਲੋਂ ਹੁਣ ਹੁਕਮ ਹੋਇਆ ਹੈ, ਆਪਾਂ ਉਹ ਸਾਂਝ ਪਾਉਂਦੇ ਰਹਾਂਗੇ। ਆਪਾਂ ਗੱਲ ਕਰ ਰਹੇ ਸੀ ਕਿ ਵਿਲੱਖਣਤਾ ਕੀ ਹੈ। ਵਿਲੱਖਣਤਾ ਕਿ ਮਾਤਾ ਦੇਸਾਂ ਦੇ ਜਿਸ ਘਰ ਵਿੱਚ ਪਾਤਸ਼ਾਹ ਆਪਣੇ ਆਪ ਚੱਲ ਕੇ ਆਏ, ਇਹ ਇੱਕ ਵੱਖਰਾ ਹੀ ਰੂਟ ਆ। ਦਮਦਮਾ ਸਾਹਿਬ ਤੋਂ 27 ਕਿਲੋਮੀਟਰ 'ਤੇ ਭੁੱਚੋ ਮੰਡੀ ਦੇ ਨਾਲ ਇਹ ਪਿੰਡ ਆ, ਚੱਕ ਫਤਿਹ ਸਿੰਘ ਵਾਲਾ ਇਤਿਹਾਸਕ ਨਗਰ ਹੈ। ਪਾਤਸ਼ਾਹ ਇੱਥੇ ਆਉਂਦੇ ਆ, ਇੱਥੋਂ ਲਵੇਰੀਸਰ, ਵੇਰੀਆਂ ਵਾਲਾ ਗੁਰਦੁਆਰਾ ਹੁੰਦੇ ਭਾਗੂ ਪਿੰਡ ਰਾਤ ਕੱਟਣ ਤੋਂ ਬਾਅਦ ਜਾ ਕੇ ਮਿਲਦੇ ਆ ਹਾਜੀ ਰਤਨ।
ਫਕੀਰ ਨੂੰ। ਉੱਥੋਂ ਬਠਿੰਡੇ ਦੀ ਸੰਗਤ ਆਉਂਦੀ ਆ, ਸਤਿਗੁਰਾਂ ਦੇ ਘੋੜੇ ਦਾ ਕੜਿਆਲਾ ਫੜ ਕੇ ਕਿਲੇ 'ਚ ਲੈ ਕੇ ਜਾਂਦੀ ਹੈ। ਜਿਹੜੇ ਮੋਢੀ ਨੇ ਕੜਿਆਲਾ ਫੜਿਆ ਸੀ ਉਹਨਾਂ ਨੂੰ ਕੜਿਆਲੀਏ ਪਰਿਵਾਰ ਕਿਹਾ ਜਾਂਦਾ। ਸਤਿਗੁਰੂ ਫਿਰ ਜਾ ਕੇ ਕਿਲੇ 'ਚ ਬਿਰਾਜਦੇ ਆ, ਉੱਥੋਂ ਦਿਓ ਨੂੰ ਕੱਢਦੇ ਆ, ਸੰਗਤਾਂ 'ਚ ਸੁੱਖ ਸ਼ਾਂਤੀ ਵਰਤਾਉਂਦੇ ਆ। ਬੜੀਆਂ ਹੀ ਘਟਨਾਵਾਂ ਘਟਦੀਆਂ ਤੇ ਇੱਥੋਂ ਫਿਰ ਸਤਿਗੁਰੂ ਦਮਦਮਾ ਸਾਹਿਬ ਚਲੇ ਜਾਂਦੇ ਆ, ਕੋਟ ਸਮੀਰ ਦੇ ਵਿੱਚ ਦੀ ਭਾਗੀ ਬਾਂਦਰ ਹੁੰਦੇ ਹੋਏ। ਤੇ ਇੰਨਾ ਕੀ ਰੂਟ ਆ, ਇਹ ਬੜਾ ਪਿਆਰ ਵਾਲਾ ਰੂਟ ਆ ਜਿਹੜਾ ਸਤਿਗੁਰਾਂ ਨੇ ਖੁਦ ਚੁਣਿਆ ਆਪਣੇ ਸੇਵਕ ਨੂੰ ਮਾਣ ਦੇਣ ਲਈ, ਉਸ ਬਰਾਗਣ ਰੂਹ ਦੇ ਸਿਰ 'ਤੇ ਹੱਥ ਰੱਖਣ ਲਈ। ਬਹੁਤ ਜ਼ਿਆਦਾ ਜ਼ਿਕਰ ਆਉਂਦਾ, ਜਿੰਨੇ ਗ੍ਰੰਥ ਪੜ੍ਹ ਲਓਗੇ 22 ਦੇਸਾਂ ਦਾ ਜ਼ਿਕਰ ਆਉਂਦਾ, ਪਰ ਪਤਾ ਨਹੀਂ ਪਾਤਸ਼ਾਹ ਨੇ ਕਿਹੜੀ ਮਰਜ਼ਾਦਾ ਦੇ ਅਧੀਨ ਉਹਨੂੰ ਥੋੜ੍ਹਾ ਛੁਪਾ ਕੇ ਹੀ ਰੱਖਿਆ ਹੋਇਆ। ਹਜੇ ਤੱਕ ਇੱਥੇ ਉਸ ਤਰ੍ਹਾਂ ਨਹੀਂ ਵਰਤਾਰੇ ਵਰਤ ਰਹੇ ਜਿਸ ਤਰ੍ਹਾਂ ਆਮ ਚੱਲੀ ਜਾ ਰਹੇ ਆ। ਕੁਛ ਬੰਦਸ਼ਾਂ ਨੇ, ਕੁਛ ਚੀਜ਼ਾਂ ਜਿਹੜੀਆਂ ਹਲੇ ਹੁਕਮ ਨਹੀਂ, ਸ਼ਾਇਦ ਉਹ ਵੀ ਕਾਰਨ ਹੈ। ਪਰ ਹੁਣ ਜੋ ਮਾਤਾ ਨੇ ਹੁਕਮ ਕੀਤਾ ਕਿ ਸਮਾਂ ਆਉਂਦਾ ਜਾ ਰਿਹਾ, ਤੁਸੀਂ ਇੱਕੋ ਲਾਈਨ ਚੁਣੋ ਕਿ ਜੋ ਅਧਿਆਤਮ ਹੈ, ਸਭ ਤੋਂ ਵੱਡੀ ਚੀਜ਼ ਇਹ ਆ, ਸਪਿਰਚੁਅਲਿਟੀ ਹੈ ਜਿਹੜੀ ਤੁਸੀਂ ਆਪਣੇ ਆਪੇ ਨੂੰ ਜਾਣਨਾ, ਉਹਦੀ ਸਾਂਝ ਪਾਓ। ਹੋਰ ਸਾਰੇ ਵਰਤਾਰੇ ਸਭ ਥਾਵਾਂ 'ਤੇ ਵਰਤ ਹੀ ਰਹੇ ਆ, ਬੜਾ ਕੁਝ ਚੱਲ ਰਿਹਾ, ਪਰ ਤੁਹਾਨੂੰ ਜੋ ਮਤਬੁੱਧ ਅਸੀਂ ਬਖਸ਼ਿਸ਼ ਕੀਤੀ ਹੈ, ਜੋ ਦ੍ਰਿਸ਼ਟੀ, ਜੋ ਬ੍ਰਹਮ ਦ੍ਰਿਸ਼ਟੀ ਤੁਹਾਨੂੰ ਦਿੱਤੀ ਹੈ, ਉਹਦੇ ਅਨੁਸਾਰ ਤੁਸੀਂ ਸੰਗਤਾਂ ਨਾਲ ਸਾਂਝ ਪਾਓ ਅਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਉਹ ਸੂਤਰ, ਉਹ ਬੀਜ ਮੰਤਰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਹੌਲੀ ਹੌਲੀ। ਕਿਉਂਕਿ ਕੁਛ ਗੱਲਾਂ ਐਸੀਆਂ ਹੁੰਦੀਆਂ, ਜੇ ਅਸੀਂ ਪਹਿਲਾਂ ਕਿਸੇ ਹੋਰ ਤਰ੍ਹਾਂ ਸੁਣਦੇ ਰਹੇ ਹਾਂ, ਜੱਕ ਲਗਤ ਕੋਈ ਬੰਦਾ ਉਹ ਤੋਂ ਉਲਟ ਦੱਸਦਾ ਗੱਲ, ਬੇਸ਼ੱਕ ਉਹ ਕੋਰਾ ਸੱਚ ਵੀ ਹੋਵੇ, ਸਾਨੂੰ ਹਜਮ ਨਹੀਂ ਆਉਂਦਾ। ਇਹੀ ਕਾਰਨ ਆ ਕਿ ਮਾਤਾ ਦੇ ਹੁਕਮਾਂ 'ਤੇ, ਕਿ ਜੋ ਗੁਰੂ ਰਾਮਦਾਸ ਦੇ ਦਰ ਤੋਂ ਇਲਾਹੀ ਹੁਕਮ ਆਉਂਦੇ ਨੇ, ਫਰਮਾਨ ਆਉਂਦਾ ਹੈ ਹੁਕਮਨਾਮਾ ਸਾਹਿਬ, ਉਹਦੀ ਵਿਆਖਿਆ ਕਰਦਿਆਂ ਹੋਇਆਂ ਤੁਸੀਂ ਹੌਲੀ ਹੌਲੀ ਉਹ ਸੂਤਰਾਂ ਦੀ ਸਾਂਝਾਂ ਪਾਓ। ਸੰਗਤਾਂ 'ਚੋਂ ਨਾਮਦਾਨ ਵਾਲੀ ਗੱਲ ਸ਼ੁਰੂ ਹੋਵੇ, ਚੱਲੇ। ਕੱਲੇ ਪਹਿਰਾਵੇ ਨਾ ਰਹਿ ਜਾਣ। ਕੱਲੇ ਪਹਿਰਾਵੇ ਹੋਣ ਕਰਕੇ, ਵਿੱਦਿਆ ਨਾ ਹੋਣ ਕਰਕੇ ਕਾਫੀ ਤਰ੍ਹਾਂ ਦੀਆਂ ਤਰੁੱਟੀਆਂ ਜਿਹੜੀਆਂ ਆਪਾਂ ਦੇਖਦੇ ਹਾਂ ਸਮਾਜ 'ਚ, ਸਾਡੇ ਕੌਮੀ ਤੌਰ 'ਤੇ ਦੇਖਦੇ ਹਾਂ, ਕੌਮ ਦੇ ਵਿੱਚ ਵੇਖਦੇ ਹਾਂ, ਉਹਦਾ ਕਾਰਨ ਹੈ ਬਾਣੀ ਤੋਂ ਦੂਰ ਹੋਣਾ, ਖੁਦ ਬਾਣੀ ਨਾ ਪੜ੍ਹਨੀ, ਖੁਦ ਨਾ ਵਿਚਾਰਨੀ। ਉਹਦੇ ਕਾਰਨ ਹੀ ਸਾਰੇ ਦੁੱਖ ਦਰਦ ਆ ਜਿਹੜੇ ਅਸੀਂ ਝੱਲ ਰਹੇ ਹਾਂ ਅੱਜ। ਪਾਤਸ਼ਾਹ ਰਹਿਮਤ ਕਰਨ, ਕਿਰਪਾ ਕਰਨ। ਆਓ ਅੱਜ ਦਾ ਜੋ ਮੁੱਖ ਵਾਕ ਹੈ, ਉਸ ਸਥਾਨ ਤੋਂ ਜੋ ਅੱਜ ਵੀ ਗੁਰੂ ਪਾਤਸ਼ਾਹ ਦੀਆਂ ਯਾਦਾਂ ਨੂੰ, ਗੁਰੂ ਪਾਤਸ਼ਾਹ ਦੇ ਪ੍ਰੇਮ ਨੂੰ, ਉਹਨਾਂ ਦੀਆਂ ਦਿੱਤੀਆਂ ਇਲਾਹੀ ਪ੍ਰੇਮ ਦੀਆਂ ਦਾਤਾਂ ਨੂੰ ਸਾਂਭੀ ਬੈਠਾ ਹੈ। ਪੂਰੀ ਦੁਨੀਆ ਦੇ ਵਿੱਚ ਬਚੀ ਹੋਈ ਇੱਕੋ ਇੱਕ ਆਖਰੀ ਨਿਸ਼ਾਨੀ ਹੈ, ਜਿਹਦੇ 'ਤੇ ਹਲੇ ਢਾਉਣ ਵਾਲਿਆਂ ਦੀ ਨਿਗਾਹ ਨਹੀਂ ਪਈ, ਬਚਾਉਣ ਵਾਲਿਆਂ ਦੇ ਹੱਥ ਵੱਸ ਆ। ਅਤੇ ਇੱਥੇ ਆਉਂਦੇ ਵੀ ਉਹੀ ਨੇ ਜਿਹੜੇ ਬਚਾ ਕੇ ਰਾਜੀ ਨੇ। ਬੜੀਆਂ ਰਹਿਮਤਾਂ ਨੇ, ਅਤੇ ਅਸੀਂ ਵੀ ਚਾਹਾਂਗੇ ਕਿ ਇਹਦੀ ਸੇਵਾ ਲਈ ਸਾਨੂੰ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ, ਉਹਨਾਂ ਲੋਕਾਂ ਨੂੰ ਨਾ ਕਹਿਣਾ ਪਵੇ ਜਿਹੜੇ ਢਾਹ ਕੇ ਹੀ ਸਾਹ ਲੈਂਦੇ ਆ। ਤੁਸੀਂ ਸਹਿਯੋਗ ਦਿਓ, ਤੁਹਾਡੇ ਸਹਿਯੋਗ ਨਾਲ ਆਪਾਂ ਹੌਲੀ ਹੌਲੀ ਕਰਕੇ ਇੱਥੇ ਸਾਰਾ ਕੁਝ ਬਣਾ ਲੈਣਾ। ਕਿਉਂਕਿ ਹੁਕਮ ਹੀ ਹੁਣ ਹੋਇਆ ਕਿ ਪਹਿਲਾਂ ਬਾਣੀ, ਫਿਰ ਉਹਦੇ ਦੁਆਲੇ ਜਿਹੜਾ ਇਹ ਬੁਣਤਰ ਬੁਣਦੀਆਂ ਗੁਰੂ ਗ੍ਰੰਥ ਸਾਹਿਬ ਦੇ ਆਸ-ਪਾਸ ਗੱਲ ਜੋ ਗੁਰਬਾਣੀ 'ਚ ਲਿਖੀ ਆ ਉਹਦੇ ਅਨੁਸਾਰ ਹੀ ਵਰਤਾਰੇ ਵਰਤਣ। ਜਿੰਨੀਆਂ ਚੀਜ਼ਾਂ ਪਾਤਸ਼ਾਹ ਮਾਤਾ ਜੀ ਦਿਖਾ ਰਹੇ ਆ ਉਹ ਆਪਾਂ ਪ੍ਰਗਟ ਕਰਾਂਗੇ, ਅਤੇ ਜਿਵੇਂ ਜਿਵੇਂ ਪ੍ਰਗਟ ਹੋਣੀਆਂ ਤੁਹਾਨੂੰ ਸਹਿਜ ਸਕੂਨ ਦੀਆਂ ਦਾਤਾਂ, ਇਲਾਹੀ ਦਾਤਾਂ, ਚੜ੍ਹਦੀ ਕਲਾ ਦੀਆਂ ਦਾਤਾਂ ਮਿਲਣੀਆਂ। ਅੱਜ ਵੀ ਜਿਹੜੇ ਪਿਆਰ ਵਾਲੇ ਆ ਕੇ ਬੈਠਦੇ ਆ, ਜੁੜਦੇ ਆ, ਉਹਨਾਂ ਨੂੰ ਬਹੁਤ ਬਖਸ਼ਿਸ਼ਾਂ ਮਿਲਦੀਆਂ। ਪਿਛਲੇ ਕੂੜ ਕਬਾੜ, ਨੇਰ ਗਵਾਰ ਸਭ ਕੱਟੇ ਜਾਂਦੇ ਆ, ਦ੍ਰਿਸ਼ਟੀ ਸਾਫ਼ ਹੋ ਜਾਂਦੀ ਆ, ਸਿਹਤ ਮਸਿੱਧਾ ਪਰਮ ਪਿਤਾ ਨਾਲ ਹੋ ਜਾਂਦਾ। ਬਾਜਾਂ ਵਾਲੀ ਸਰਕਾਰ ਸਿਰ 'ਤੇ ਹੱਥ ਰੱਖਦੇ ਆ, ਆਪਣੀ ਚਰਨਾਂ ਦਾ ਪਿਆਰ ਬਖਸ਼ਿਸ਼ ਕਰਦੇ। ਆਓ ਅੱਜ ਦਾ ਜੋ ਮੁੱਖ ਵਾਕ ਹੈ, ਇਹ ਵੀ ਇਹੋ ਜਿਹੀਆਂ ਰੂਹਾਂ ਵਾਸਤੇ ਹੀ ਹੈ। ਧਨਾਸਰੀ ਮਹੱਲਾ ਪੰਜਵਾਂ। ਪਾਣੀ ਪੱਖਾ ਪੀਸੋਂ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸੰਭਾਰੈ, ਇਹੋ ਵਿਸਰਾਮ ਨਿਧ ਪਾਈ। ਹੁਣ ਸਤਿਗੁਰੂ ਕੀ ਕਹਿ ਰਹੇ ਆ, ਅਸੀਂ ਜਦੋਂ ਵੀ ਬੇਨਤੀ ਕਰਦੇ ਹਾਂ ਨਾਲ ਨਾਲ ਵਾਰੀ ਕਹਿੰਦੇ ਹਾਂ, ਹੋ ਸਕਦਾ ਕਿਸੇ ਨੂੰ ਰੈਪੀਟੀਸ਼ਨ ਵੀ ਲੱਗੇ ਇਹ ਗੱਲ, ਕਿ ਗੁਰੂ ਸਾਹਿਬ ਦੀ ਬਾਣੀ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਵੀ ਪੜ੍ਹਨੀ ਹੈ, ਇਹ ਦਿਮਾਗ ਦੇ ਰਡਾਰ ਖੁੱਲ੍ਹੇ ਰੱਖਣੇ ਆ। ਹਜ਼ਾਰ ਪੰਖੜੀਆਂ ਵਾਲਾ ਕਮਲ ਫੁੱਲ ਆ ਜਿਹੜਾ 10ਵੇਂ ਦੁਆਰ 'ਚ ਦਿਮਾਗ 'ਚ, ਉਹਦੀਆਂ ਪੱਤੀਆਂ ਖੁੱਲ੍ਹੀਆਂ ਰਹਿਣ ਦੇਗੇ ਕਿ ਸਤਿਗੁਰਾਂ ਨੇ ਬਾਣੀ ਪੂਰੀ ਦੁਨੀਆ ਲਈ ਉਚਾਰੀ ਹੈ। ਜਿਹੜਾ ਵੀ ਸੁਣ ਲੇ,
ਤੇ ਪੂਰੀ ਦੁਨੀਆ ਤੇ ਜਿੰਨੇ ਸੰਤ ਨੇ ਉਹਨਾਂ ਦੀ ਬਾਬਤ ਗੱਲ ਕੀਤੀ ਹੈ। ਤੇ ਦੁੱਖ ਦੀ ਗੱਲ ਇਹ ਆ ਕਿ ਜਿੱਦਾਂ ਜਿਹੜੀ ਕੌਮ ਕੋਲੇ ਗੁਰੂ ਗ੍ਰੰਥ ਸਾਹਿਬ ਸੀ, ਜਿਹਦੇ ਵਿੱਚ ਲਿਖਤੀ ਰੂਪ 'ਚ ਸਤਿਗੁਰੂ ਦੇ ਕੇ ਗਏ ਕਿ ਸਾਧੂ ਦੀ ਸੇਵਾ, ਸੰਤਾਂ ਦੀ ਸੇਵਾ, ਬ੍ਰਹਮ ਗਿਆਨੀ ਦੀ ਸੇਵਾ ਲਿਖ ਲਿਖ ਕੇ ਦਿੱਤੀ ਹੋਈ ਆ, ਉਸ ਕੌਮ ਦੇ ਮੋਢੀ ਲੋਕ ਜਾਂ ਪ੍ਰਚਾਰਕ ਲੋਕ ਦਾਅਵੇ ਨਾਲ ਕਹਿੰਦੇ ਆ ਕਿ ਸੰਤ ਹੁੰਦੇ ਨਹੀਂ, ਸਾਧ ਹੁੰਦੇ ਨਹੀਂ। ਜੇ ਪੁੱਛੋ ਕਿਉਂ, ਜਿਹੜੇ ਹੈਗੇ ਉਹਨਾਂ ਤੋਂ ਕੀ ਪ੍ਰੋਬਲਮ ਹੈ ਕਿ ਪੈਸਾ ਬੜਾ ਜੀ ਉਹਨਾਂ ਕੋਲ, ਲਗਜ਼ਰੀ ਹੈ ਜੀ। ਤੇ ਗੁਰੂ ਨਾਨਕ ਦੀ ਤਾਂ ਬਾਣੀ ਕਹਿੰਦੀ ਹੈ ਕਿ ਜਿਹਨੇ ਨਾਨਕ ਸਤਿਗੁਰ ਪੂਜਿਆ ਅਸੀਂ ਫਿਰ ਪੂਜ ਕਰਾਵਾ। ਬਾਬਾ ਨਾਨਕ ਕਹਿੰਦਾ ਜਿਹੜਾ ਸਾਡੀ ਪੂਜਾ ਕਰੂਗਾ ਤੇ ਉਹਦੀ ਪੂਜਾ ਕਰਾਵਾਂਗੇ ਦੁਨੀਆ ਤੋਂ। ਬਈ ਘਬਰਾਹਟ ਕਿਉਂ, ਤਕਲੀਫ ਕਿਉਂ? ਜਿਵੇਂ ਉਹ ਪੜ੍ਹਦੇ ਆ ਤੁਸੀਂ ਪੜ੍ਹ ਕੇ ਦੇਖ ਲਓ। ਜਾਣੀ ਇਹ ਗੱਲ ਨੂੰ ਨਾ ਕੱਟੀਏ ਕਿ ਸਾਧੂ ਨਹੀਂ ਹੁੰਦਾ, ਸੰਤ ਨਹੀਂ ਹੁੰਦਾ। ਹਾਂ, ਅਸੀਂ ਇਹ ਕਹਿ ਸਕਦੇ ਹਾਂ ਕਿ ਸੱਚੇ ਸਾਧੂ, ਸੱਚੇ ਸੰਤ ਘੱਟ ਹੈ, ਪਰ ਵਿਨਾਸ਼ ਕਦੇ ਵੀ ਕਿਸੇ ਚੀਜ਼ ਦਾ ਨਾ ਹੋਇਆ ਨਾ ਹੋਣਾ, ਕਿਉਂਕਿ ਬਾਲੀ ਕਰਤਾ ਪੁਰਖ ਆਪ ਹੈ। ਇਹ ਖਾਲਸਾ ਪੰਥ ਅਕਾਲ ਪੁਰਖ ਦੇ ਹੁਕਮ 'ਚ ਸਾਜਿਆ ਗਿਆ ਪਾਤਸ਼ਾਹ ਵੱਲੋਂ। ਇਹ ਖੇਡ ਨਹੀਂ ਹੈਗੀ ਕਿ ਉਹੀ ਵਰਤਾਤੀ। ਬੜੀਆਂ ਕਰਤੇ ਪੁਰਖ ਦੀਆਂ ਨਿਯਮਾਂ ਤਹਿਤ ਇਹ ਵਰਤਾਰਾ ਵਰਤਿਆ ਸੰਸਾਰ ਦੇ ਵਿੱਚ। ਹੁਣ ਸਤਿਗੁਰੂ ਕਹਿ ਕੀ ਰਹੇ, ਕਿਉਂਕਿ ਉਦੋਂ ਜਿਹੜਾ ਵਿਧਾਨ ਚੱਲ ਰਿਹਾ, ਜਿਹੜੇ ਉਦੋਂ ਸਾਧੂ ਹੁੰਦੇ ਸੀ, ਸੰਤ ਹੁੰਦੇ ਸੀ, ਹਜ਼ਾਰਾਂ ਲੱਖਾਂ ਸਾਲਾਂ ਤੋਂ ਪਰੰਪਰਾਵਾਂ ਚੱਲਦੀਆਂ, ਉਹਨਾਂ ਦੇ ਡੇਰੇ ਹੁੰਦੇ। ਹੁਣ ਤਾਂ ਅਸੀਂ ਡੇਰੇ ਲਫ਼ਜ਼ ਨੂੰ ਇੰਨਾ ਜ਼ਿਆਦਾ ਨਫ਼ਰਤ ਪੈਦਾ ਕਰਤੀ ਆ ਕਿ ਜਿਹਨੂੰ ਜਮੇ ਨਹੀਂ ਪਤਾ ਵੀ ਡੇਰਾ ਡੇਰਾ ਘਰ ਹੁੰਦਾ। ਹੁਣ ਅਗਲਾ ਆਪਦੇ ਘਰੇ ਵੇ ਕੀ ਗੱਲ ਕਰੂ ਨਾ, ਦੂਜੇ ਥਾਂ ਤਾਂ ਤੁਸੀਂ ਕਰਨ ਨਹੀਂ ਦਿੰਦੇ। ਅਸੀਂ ਡੇਰਾਬਾਦ ਕਰਕੇ ਨਿੱਕੇ ਨਿੱਕੇ ਬੱਚਿਆਂ ਦੇ ਦਿਮਾਗ 'ਚ ਵੀ ਪਿਆਰ ਦੀ ਥਾਂ 'ਤੇ ਨਫ਼ਰਤ ਪੈਦਾ ਕਰਤੀ। ਕਿਤੇ ਸਾਡੇ ਬੱਚੇ ਸੋਚਣਗੇ ਕਿ ਸਭੇ ਸਾਂਝੀ ਵਾਲ ਸਦੈਣ ਕੋਏ ਨਾ ਦਿਸੇ ਵਾਰਾ ਜੀਓ। ਬਾਣੀ ਦੀ ਤੁਕ ਪੜ੍ਹਨ ਸਾਰ ਹਿਰਦਾ ਗਦਗਦ ਹੋ ਜਾਂਦਾ, ਪਿਆਰ ਪੈਦਾ ਹੁੰਦਾ ਕਿ ਸਾਰੇ ਹੀ ਨਿਰੰਕਾਰ ਦੇ ਫੁੱਲ ਆ ਯਾਰ। ਕਿਉਂ ਥਾਂ ਥਾਂ ਨਫ਼ਰਤਾਂ? ਪਤਾ ਨਹੀਂ ਸਾਨੂੰ ਤਾਂ ਯਾਰ ਕੀ ਹੋਇਆ ਵਾ ਕਿ ਜਿਹੜਾ ਥੋੜ੍ਹਾ ਪਹਿਰਾਵਾ ਪਾ ਲੈਂਦਾ ਉਹ ਦੂਜਿਆਂ ਨੂੰ ਬੂਬਣੇ ਕਹਿਣ ਦਾ, ਨਿੰਦਣ ਦਾ ਸਰਟੀਫਿਕੇਟ ਹੀ ਲੈ ਲੈਂਦਾ। ਗੁਰਮਤਿ ਅਨੁਸਾਰ ਕੀ ਆ ਇਹ ਲਿਖ ਕੇ ਚੱਲ ਪੈਂਦਾ ਕੰਮ। ਸਤਿਗੁਰੂ ਦੀ ਬਾਣੀ ਖੁਦ ਪੜ੍ਹੀਏ। ਸਾਨੂੰ ਨਹੀਂ ਲੱਗਦਾ ਕਿ ਜਿਹੜਾ ਬੰਦਾ ਖੁਦ ਆ ਸ਼ਬਦ ਪੜ੍ਹ ਲੂਗਾ, ਖੁਦ ਬਾਣੀ ਪੜ੍ਹ ਲੂ, ਉਹ ਇਤਰਾਜ਼ ਕਰੂ ਕਿਸੇ 'ਤੇ। ਉਹ ਮਨ ਦੀ ਸ਼ਾਂਤੀ 'ਚ ਆਊਗਾ। ਸਤਿਗੁਰੂ ਕੀ ਕਹਿੰਦੇ ਨੇ, ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਮਹਾਰਾਜ ਕਹਿੰਦੇ ਜਿਨ੍ਹਾਂ ਥਾਵਾਂ 'ਤੇ ਕੋਈ ਸਾਧੂ ਬੈਠਾ ਹੈ, ਜਸ ਗਾ ਰਿਹਾ ਹੈ, ਕਿਹਦਾ? ਗੋਬਿੰਦ ਦਾ। ਗੋ ਹੁੰਦੀ ਆ ਧਰਤੀ, ਸਾਰੇ ਖੰਡ ਬ੍ਰਹਮੰਡ, ਉਹਨੂੰ ਪਾਲਣ ਵਾਲਾ ਜੋ ਮਾਲਕ ਹੈ, ਉਹਦਾ ਜਸ ਕਰਦਾ, ਜਿਹੜਾ ਕਰਤੇ ਪੁਰਖ ਦਾ ਜਸ ਕਰਦਾ, ਜਿੱਥੇ ਵੀ ਬੈਠਾ ਹੋ। ਪਾਣੀ ਪੱਖਾ ਪੀਸੂ, ਮੈਂ ਉੱਥੇ ਜਾਵਾਂ, ਕਿਉਂਕਿ ਉੱਥੇ ਲੋੜਾਂ ਕੀ ਹੁੰਦੀਆਂ ਸੀ? ਉਹ ਜਿਹੜੇ ਮਹਾਂਪੁਰਖ ਆ, ਜੋ ਸੰਤ ਆ, ਜਿਵੇਂ ਅਸੀਂ ਸੁਰਤ ਲਿਜਾਈਏ ਆਪਦੀ ਗੁਰੂ ਅੰਗਦ ਦੇਵ ਸਾਹਿਬ 'ਚ। ਗੁਰੂ ਅੰਗਦ ਦੇਵ ਬੈਠੇ ਆ, ਉਹਨਾਂ ਦਾ ਆਪਣਾ ਅਸਥਾਨ ਹੈ ਖਡੂਰ ਸਾਹਿਬ। ਉੱਥੇ ਸੰਗਤ ਆਉਂਦੀ ਆ, ਕੋਈ ਪਾਣੀ ਦੀ ਸੇਵਾ ਕਰਦਾ, ਕੋਈ ਪੱਖਾ ਝੱਲਣ ਦੀ ਸੇਵਾ ਕਰਦਾ, ਕੋਈ ਆਟਾ ਪੀਣ ਦੀ ਸੇਵਾ ਕਰਦਾ। ਇਹ ਸੇਵਾਵਾਂ ਉਦੋਂ ਵੀ ਇਹੋ ਜਿਹੇ ਜਿਹੜੇ ਹੁਣ ਵੀ ਹੈਗੇ ਆ ਨਾ, ਇਹ ਜਿਹੇ ਉਦੋਂ ਵੀ ਹੁੰਦੇ ਸੀ, ਜਿਹੜੇ ਕਹਿੰਦੇ ਸੀ ਜੇ ਤੁਸੀਂ ਉਹ ਗੱਲਾਂ ਨੂੰ ਪੜ੍ਹੋ ਨਾ ਤੁਹਾਨੂੰ ਪਤਾ ਚੱਲੇ। ਉਹ ਲਿਖ ਲਿਖ ਕੇ ਭੇਜਦੇ ਸੀ ਜਹਾਂਗੀਰ ਨੂੰ। ਹੁਣ ਸ਼ਬਦ ਕਹਿਣੇ ਔਖੇ ਆ ਉਹ ਕਿ ਇੱਕ ਅਰਜਨ ਨਾਂ ਦਾ ਹਿੰਦੂਆਂ ਦਾ ਮੁੰਡਾ ਬਿਆਸ ਦੇ ਕਿਨਾਰੇ ਗੁਰੂ ਡੰਮ ਚਲਾ ਰਿਹਾ, ਉਹਨੂੰ ਨੱਥ ਪਾਈ ਜਾਵੇ। ਇਹੋ ਜਿਹੀਆਂ ਚਿੱਠੀਆਂ ਭਾਈ ਪਿਰਥੀਏ ਵੱਲੋਂ ਤੇ ਹੋਰ ਉਹ ਜਿਹੇ ਸਾਧੂਆਂ ਵੱਲੋਂ ਜਿਹੜੇ ਉਹਦੇ ਨਾਲ ਵਰਤਣ ਵਾਲੇ ਸੀ ਭੇਜੀਆਂ ਜਾਂਦੀਆਂ ਸੀ। ਤੇ ਇਹੋ ਜਿਹੇ ਪ੍ਰਚਾਰਕ ਵੀ ਛੱਡੇ ਜਾਂਦੇ ਸੀ ਕਿ ਇਹ ਗੁਰੂ ਡੰਮ ਹੈ। ਇਹ ਚੀਜ਼ਾਂ ਸਾਰਿਆਂ ਨੇ ਭੋਗੀਆਂ। ਮਹਾਰਾਜ ਕੀ ਕਹਿੰਦੇ ਆ, ਹੁਣ ਗੁਰੂ ਅਮਰਦਾਸ ਗਏ ਨਾ ਗੁਰੂ ਅੰਗਦ ਦੇਵ ਦੇ ਦਰ 'ਤੇ, ਉਹ ਕੁੜਮਾਚਾਰੀ ਨੂੰ ਛੱਡ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਉਸ ਨਦਰ ਨਾ ਆਇਆ, ਤੁਹਾਡਾ ਸੇਵਕ, ਤੁਹਾਡਾ ਮਰੀਦ, ਮੇਰੀ ਝੋਲੀ ਭਰੋ, ਮੈਨੂੰ ਉਹ ਅਧਿਆਤਮ ਦੀ ਦਾਤ, ਕਰਤੇ ਪੁਰਖ ਨਾਲ ਇੱਕ ਮਿਕਤਾ ਦੀ ਦਾਤ ਮੇਰੀ ਝੋਲੀ ਪਾਓ। ਅਤੇ ਸਤਿਗੁਰਾਂ ਨੇ ਸੇਵਾ ਕੀ ਬਖਸ਼ਿਸ਼ ਕੀਤੀ ਕਿ ਜਦੋਂ ਅਸੀਂ ਇਸ਼ਨਾਨ ਕਰਨਾ ਹੁੰਦਾ ਉਦੋਂ ਜਿਹੜਾ ਜਲ ਚਾਹੀਦਾ ਉਹ ਗਾਗਰ ਤੁਸੀਂ ਲੈ ਕੇ ਆਇਆ ਕਰੋ ਜਲ ਦੀ। ਤੁਸੀਂ ਸਾਰੇ ਇਤਿਹਾਸ ਤੋਂ ਜਾਣੂ ਹੋ ਕਿ ਕਿੱਡੀ ਦੂਰ ਆ ਉਹ, 12 ਕੋਹ ਤੋਂ ਗਾਗਰ ਭਰ ਕੇ ਲਿਆਉਂਦੇ, ਉਹ ਸਾਰਾ ਇਤਿਹਾਸ ਲਿਖਿਆ ਮਿਲਦਾ, ਆਪਾਂ ਸੁਣਦੇ ਹਾਂ। ਉਹੀ ਵਰਤਾਰੇ ਵਰਤਦੇ ਆ, ਉਹ ਸਦਾ ਹੀ ਵਰਤਦੇ ਰਹਿਣਗੇ ਦੁਨੀਆ ਦੇ ਵਿੱਚ। ਕਰਤੇ ਪੁਰਖ ਦੇ ਪੁੱਤਰ ਹੁੰਦੇ ਆ ਸਾਧੂ ਸੰਤ,
ਇਹ ਗੈਰ ਹਾਜ਼ਰ ਨਹੀਂ ਹੋ ਸਕਦੇ ਇਸ ਸੰਸਾਰ 'ਚੋਂ। ਪਾਣੀ ਪੱਖਾ ਪੀਸੋਂ ਸੰਤ ਆਗੇ, ਉਦੋਂ ਇਹ ਸਵਾਮਾ ਸੀ ਪਾਣੀ ਭਰ ਕੇ ਲਿਆਉਣਾ ਸੰਗਤ ਲਈ, ਸਾਧੂਆਂ ਦੇ ਇਸ਼ਨਾਨ ਲਈ ਪਾਣੀ ਭਰ ਕੇ ਲਿਆਉਣਾ, ਪੱਖਾ ਫੇਰਨਾ ਗਰਮੀ ਕਰਕੇ, ਪੀਸਣੇ ਜੋ ਦਾਣਾ ਉਦੋਂ ਹੁੰਦਾ, ਬੇਸ਼ੱਕ ਉਦੋਂ ਕਣਕ ਸੀ, ਕੋਧਰਾ ਸੀ ਜਾਂ ਜੋ ਵੀ ਸੀ, ਹੈ ਨਾ, ਉਹਦੀ ਸਫਾਈ ਕਰਨੀ, ਫਿਰ ਪੀਣਾ, ਪੀ ਕੇ ਫਿਰ ਉਹ ਸੇਵਾ 'ਚ ਭੇਜਣਾ। ਇਹ ਕਾਰਜ ਕਰਦਿਆਂ ਹੋਇਆਂ ਪੀਸੋਂ ਸੰਤ ਆਗੈ ਗੁਣ ਗੋਬਿੰਦ ਜਸ ਗਾਈ। ਉਦੋਂ ਬਾਅਦ ਜਦੋਂ ਟਾਈਮ ਮਿਲਦਾ, ਜਦੋਂ ਮਹਾਂਪੁਰਸ਼ ਬਹਿ ਜਾਂਦੇ ਆ, ਜਦੋਂ ਦਰਬਾਰ ਸਜਦਾ, ਸਤਿਗੁਰੂ ਸਜਾਉਂਦੇ ਦਰਬਾਰ, ਜਿਵੇਂ ਆਪਾਂ ਦੇਖਦੇ ਆ, ਗੋਬਿੰਦ ਦਾ ਕਰਤੇ ਪੁਰਖ ਦਾ ਜਸ ਕਰਨਾ, ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸੰਭਾਰਾ, ਇਹ ਵਿਸਰਾਮ ਨਿਧ ਪਾਈ। ਫਿਰ ਕਰਨਾ ਕੀ ਆ ਉਦੋਂ ਬਾਅਦ? ਉਹ ਤਾਂ ਸਾਧੂ ਦੀ ਸੰਗਤ 'ਚ ਬਹਿ ਕੇ ਤਾਂ ਜਪ ਲਿਆ, ਗਾ ਲਿਆ, ਜਸ ਕਰ ਲਿਆ। ਹੁਣ ਦੂਜਾ ਸਟੈਪ ਆ ਗਿਆ। ਹੁਣ ਅੱਜ ਸਾਨੂੰ ਸਿੱਖੀ ਇਸ ਤਰ੍ਹਾਂ ਲੱਗਣ ਲੱਗ ਗਈ ਵੀ ਸਿੱਖੀ ਨੂੰ ਨਿਭਾਉਣ ਵਾਸਤੇ ਤਾਂ ਸ਼ਾਇਦ ਬੰਦਾ ਵਿਹਲਾ ਹੀ ਹੋਣਾ ਚਾਹੀਦਾ, ਵੀ ਵਧੀਆ ਕੋਈ ਚੋਲਾ ਚਪਟਾ ਜਿਹਾ ਪਾਇਆ ਹੋਵੇ, ਵਧੀਆ ਰਹੇ, ਐਂ ਬੋਚ ਬਚਾ ਕੇ, ਜੇ ਪਰਨੇ ਜਿੰਨਾ ਗਲਾਸ ਫੜੇ, ਪਰਨੇ ਜਿੰਨਾ ਚੀਜ਼ ਰੱਖਦੇ, ਐਂ ਵਰਤਾਰਾ ਲੱਗਦਾ। ਪਰ ਨਹੀਂ, ਸੁਰਤ ਉੱਥੇ ਲੈ ਜਾਓ ਕਿ ਗੁਰੂ ਦੇ ਦਰਬਾਰ ਵਿੱਚ, ਗੁਰੂ ਨਾਨਕ ਦੇ ਦਰਬਾਰ ਵਿੱਚ ਜਾਂ ਉਦੋਂ ਪਹਿਲਾਂ ਵੀ ਜਿਹੜੇ ਜਪਣ ਵਾਲੇ ਆ ਉਹ ਜੋੜੇ ਵੀ ਗਣਦੇ ਆ, ਉਹ ਸਮਾਜ ਦੇ ਹੋਰ ਜਿਹੜੇ ਕੰਮ ਆ ਉਹ ਵੀ ਕਰਦੇ ਆ, ਸਦਨੇ ਵਰਗੇ ਕਸਾਈ ਵੀ ਆ ਜਿਹੜੇ ਉਹ ਕਾਰਜ ਕਰਦੇ ਆ। ਕਿਰਤ ਤੋਂ ਕਦੇ ਨਹੀਂ ਕੋਈ ਭਗਤ ਭੱਜਿਆ, ਕੋਈ ਸੰਤ ਨਹੀਂ ਭੱਜਿਆ। ਸਾਡੇ ਆਪਣੇ ਧਰਮ ਦੇ ਵਿੱਚ ਬਾਣ ਵੱਟ ਕੇ ਸੰਗਤ ਨੂੰ ਬਾਣ ਦੇਣਾ, ਦਵਾਈਆਂ ਬੂਟੀਆਂ ਬਣਾਉਣੀਆਂ ਸਾਧੂਆਂ ਨੇ ਕਿ ਅਸੀਂ ਦਵਾਈ ਬੂਟੀ ਤਿਆਰ ਰੱਖੀਏ ਇਹਨਾਂ ਖਾਤਰ, ਥਾਂ ਥਾਂ 'ਤੇ ਪੌ ਲਾਉਣੇ, ਛੋਲੇ ਭੁੰਨ ਕੇ ਕੋਲ ਰੱਖਣੇ, ਗੁੜ ਰੱਖਣਾ, ਰਾਹੀ ਪਾਂਧੀ ਟੱਪਦੇ, ਛੋਲਿਆਂ ਦਾ ਪ੍ਰਸ਼ਾਦ ਦੇਣਾ, ਪਾਣੀ ਦੇਣਾ ਪੀਣ ਨੂੰ, ਲੱਸੀ ਬਣਾ ਕੇ ਰੱਖਣੀ। ਇਹ ਪੱਕੀਆਂ ਕਿਰਤਾਂ ਸੀ ਸਾਧੂਆਂ ਦੀਆਂ ਕਿ ਅਸੀਂ ਕੀ ਕਰ ਸਕਦੇ ਹਾਂ, ਅਸੀਂ ਕਰੀਏ, ਜੋ ਸਮਾਜ ਸਾਡੇ ਲਈ ਕਰਦਾ ਉਹ ਕਰੇ। ਇੱਕ ਮੇਲ ਮਿਲਾਪ ਤੇ ਇੱਕ ਸਕੂਨ ਦੀ ਜ਼ਿੰਦਗੀ ਜਿਹੜੀ ਚੱਲ ਰਹੀ ਸੀ। ਤਾਂ ਮਹਾਰਾਜ ਦੇ ਦਰ ਤੋਂ ਇਹ ਸਿੱਖਣਾ ਕਿ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਉਹਦੇ 'ਚੋਂ ਜਿਹੜਾ ਟਾਈਮ ਤੁਸੀਂ ਕੱਢ ਲਿਆ ਸੰਗਤ 'ਚ ਜਾਣ ਵਾਲਾ, ਘੰਟਾ ਸਵਾ ਘੰਟਾ ਕੱਢ ਲਿਆ, ਉਦੋਂ ਬਾਅਦ ਤੁਹਾਡੇ ਸਵਾਸ ਸ਼ੁਰੂ ਹੋਣੀ ਆ। ਇਹ ਪਰਮਾਨੈਂਟਲੀ ਗੱਲ ਆ ਕਿ ਜਿਹੜਾ ਖੁਦ ਜਾਗਿਆ ਹੋਇਆ, ਖੁਦ ਪਹੁੰਚਿਆ ਹੋਇਆ, ਉਹਦਾ ਕਿਹਾ ਬਚਨ ਤੁਹਾਡੇ ਅੰਗ ਸੰਗ ਹੋ ਜਾਂਦਾ। ਜਿੱਥੇ ਇੰਨੀ ਭਜਨ ਬੰਦਗੀ ਹੁੰਦੀ ਆ ਅਤੇ ਉੱਥੇ ਜਲ ਜਿਹੜਾ ਉਹ ਚਾਰਜਡ ਹੋ ਜਾਂਦਾ ਉਹਦੇ ਨਾਲ, ਉਹ ਜਲ ਨੂੰ ਛਕਣ ਨਾਲ ਉਹ ਸਾਰਾ ਕੁਝ ਤੁਹਾਡੇ ਅੰਦਰ ਡਾਊਨਲੋਡ ਹੁੰਦਾ, ਉਹ ਸ਼ਾਂਤੀ, ਉਹ ਸਕੂਨ, ਉਹ ਪਿਆਰ ਉੱਥੋਂ ਦਾ। ਇਹੀ ਕਾਰਨ ਅਸੀਂ ਗੁਰੂ ਘਰਾਂ ਦਾ ਜਲ ਲੈ ਕੇ ਆਉਣੇ ਘਰਾਂ 'ਚ। ਹੁਣ ਦੇਖਣ ਵਾਲਾ ਕਹਿੰਦਾ ਜਲ ਤਾਂ ਜਲ ਹੀ ਹੈ। ਚਲੋ ਇਹ 10-15 ਸਾਲ ਪਹਿਲਾਂ ਤਾਂ ਦਾਅਵੇ ਕਰਨੇ ਔਖੇ ਸੀ, ਹੁਣ ਤਾਂ ਖੋਜਾਂ ਕਰਤੀਆਂ ਵਿਗਿਆਨ ਨੇ ਕਿ ਜਲ ਇੱਕ ਲਾਈਵ ਕੰਪਿਊਟਰ ਹੈ, CCTV ਕੈਮਰੇ ਵਾਂਗੂ ਇਹਦੇ ਸਾਹਮਣੇ ਜੋ ਵੀ ਹੁੰਦਾ ਇਹ ਲੱਖਾਂ ਸਾਲਾਂ ਲਈ ਰਿਕਾਰਡ ਕਰ ਲੈਂਦਾ। ਅਤੇ ਜਦੋਂ ਬਾਣੀ ਰਿਕਾਰਡ ਹੋਊਗੀ ਵਾਰੀ ਵਾਰੀ, ਇੱਕ ਚਿੱਪ ਵਾਂਗੂ ਆ, ਤੁਸੀਂ ਛਕੋਗੇ ਤੁਹਾਡੇ 'ਤੇ ਅਸਰ ਕਰੂਗਾ। ਸ਼ਾਂਤੀ ਦਿਓ, ਸਕੂਨ ਦਿਓ। ਹੁਣ ਤਾਂ ਗੂਗਲ 'ਤੇ ਸਰਚ ਮਾਰੋ, ਪਤਾ ਲੱਗ ਜਾਣਾ ਪਾਣੀ ਦੀਆਂ ਕਰਾਮਾਤਾਂ ਕੀ ਆ, ਕੁਆਲਿਟੀਆਂ ਕੀ ਆ। ਐਵੇਂ ਨਹੀਂ ਸਾਡੇ ਬਜ਼ੁਰਗਾਂ ਨੇ ਘੜੇ ਰੱਖੇ ਪਾਣੀ, ਹੁਣ ਉਦਾਹਰਨਾਂ ਦੇਣਗੇ ਜੀ ਅੱਗ ਉੱਗ ਨਾ ਲੱਗ ਜੇ, ਅੱਗ ਬੁਝਾਉਣ ਤੋਂ ਰੱਖੇ ਹੁੰਦੇ ਸੀ, ਅੱਜ ਕੀ ਲੋੜ ਹੈ, ਇਹ ਗੱਲਾਂ ਨਹੀਂ ਹੁੰਦੀਆਂ। ਜੇ ਇਹ ਤੁਹਾਡਾ ਖੇਤਰ ਹੈ ਨਹੀਂ ਤਾਂ ਇਹਨੂੰ ਛੱਡ ਦਿਓ। ਉਹਨੂੰ ਹੀ ਮੁਬਾਰਕ ਹੁੰਦਾ ਖੇਤਰ ਜਿਹੜੇ ਖੇਤਰ 'ਚ ਕੰਮ ਕਰਦਾ, ਜਿਹਦੀ ਸਾਧਨਾ। ਸਾਡੇ ਬਿਨਾਂ ਸਾਧਨਾਵਾਂ ਤੋਂ, ਬਿਨਾਂ ਜਾਣਕਾਰੀ ਤੋਂ ਜਦੋਂ ਬੰਦੇ ਵਿੱਚ ਵੜ ਜਾਂਦੇ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਗੱਲ ਕੀ ਆ, ਉਹਦੇ ਕਾਰਨ ਕਰਕੇ ਸਾਰੇ ਸਿਆਪੇ ਪੈਂਦੇ ਆ। ਸਤਿਗੁਰੂ ਕੀ ਕਹਿੰਦੇ, ਸਾਸ ਸਾਸ ਮਨ ਨਾਮ ਸੰਭਾਰੈ। ਜੋ ਇੱਕ ਓਂਕਾਰ ਦੀ ਧੁਨੀ ਨਾਲ ਤੁਹਾਨੂੰ ਸਾਧੂ ਨੇ ਜੋੜਿਆ, ਗੁਰੂ ਘਰ ਨੇ ਜੋੜਿਆ, ਤੁਹਾਨੂੰ ਉੱਥੇ ਬਹਾ ਕੇ ਘੰਟਾ ਘੜੀ ਸਿਮਰਨ ਕਰਾਇਆ, ਇੱਕ ਓਂਕਾਰ ਦੀ ਯਾਦ ਦੇ ਨਾਲ ਜੋੜਿਆ, ਤੁਹਾਨੂੰ ਦੱਸਿਆ ਕਿ ਸਾਰਾ ਖੰਡ ਬ੍ਰਹਮੰਡ ਪਸਾਰਾ ਇੱਕ ਓਂਕਾਰ ਦਾ ਇਹੀ ਸੱਚਾ ਨਾਮ ਹੈ, ਇਹਦੇ ਨਾਲ ਅਸੀਂ ਜੁੜਨਾ। ਉਹ ਤੁਸੀਂ ਜਿਹੜੀ ਸੰਗਤ ਸੁਣੀ ਆ, ਉਹ ਸੰਗਤ ਨੇ ਤੁਹਾਡੇ 'ਤੇ ਅਸਰ ਕਰਨਾ। ਰੋਜ਼ਾਨਾ ਰਹਿ ਕੇ ਤੁਹਾਨੂੰ ਗੱਲਾਂ ਚੇਤੇ ਆਉਣੀਆਂ। ਉਹ ਗੱਲ ਤਾਂ ਹੁਣ ਰਹਿ ਗਈ ਅੱਡ। ਅਸੀਂ ਜਿਹੜਾ ਅੱਜ ਦਾ ਸਾਡਾ ਜੀਵਨ ਹੈ, ਅਸੀਂ ਕਿਸੇ ਜਗ੍ਹਾ ਜਾਂਦੇ ਹਾਂ, ਕੋਈ ਗੀਤ ਦੀ ਧੁਨ ਸੁਣ ਲੈਂਦੇ ਹਾਂ। ਤੁਸੀਂ ਕਿਤੇ ਚੇਤਾ ਕਰਿਆ, ਗੱਡੀ ਚਲਾਉਂਦੇ ਆ, ਤੁਰੇ ਜਾਂਦੇ ਹੋ, ਗੀਤ ਬਾਰ-ਬਾਰ ਜ਼ੁਬਾਨ 'ਤੇ ਆਉਂਦਾ, ਬਾਰ-ਬਾਰ ਜ਼ੁਬਾਨ 'ਤੇ ਆਉਂਦਾ। ਕਿਉਂਕਿ ਤੁਹਾਡੇ ਅੰਦਰ ਉਹਨੇ ਟੱਚ ਕਰਤਾ ਕਿਸੇ ਜਗ੍ਹਾ, ਅਤੇ ਉਹ ਤੁਹਾਡੀ ਚੇਤਨਾ ਨੂੰ ਦੁਬਾਰੇ ਘੁਮਾ ਰਹੀ ਆ। ਇਸੇ ਤਰ੍ਹਾਂ ਜਿਹੜਾ ਜਾਗਰਤ ਪੁਰਸ਼ ਹੈ, ਸਾਧੂ ਆ, ਸੰਤ ਹੈ,
ਉਹਦੀ ਹਜ਼ੂਰੀ 'ਚ ਕੋਈ ਵੀ ਜਪਿਆ ਜਾਪ, ਕੋਈ ਵੀ ਪੜ੍ਹਿਆ ਪਾਠ, ਸਾਰਾ ਦਿਨ ਤੁਹਾਨੂੰ ਚੇਤੇ ਆਉਂਦਾ। ਤੁਹਾਡੀ ਜ਼ਿੰਦਗੀ ਬਣ ਜਾਂਦਾ ਉਹ, ਤੁਹਾਨੂੰ ਉਹ ਗੱਲਾਂ ਚੇਤੇ ਆਉਂਦੀਆਂ। ਸਾਸ ਸਾਸ ਮਨ ਨਾਮ ਸਮਾਰੈ, ਹਰ ਸਾਹ ਦੇ ਨਾਲ ਉਹ ਯਾਦ ਆਉਂਦੀ ਹੈ, ਹਰ ਸਾਹ ਦੇ ਨਾਲ ਉਹ ਯਾਦ ਬਣੀ ਰਹਿੰਦੀ ਹੈ। ਸਾਸ ਸਾਸ ਮਨ ਨਾਮ ਸਮਾਰੈ, ਇਹੋ ਵਿਸਰਾਮ ਨਿਧ ਪਾਈਏ। ਨਿਧੀ ਆ, ਜਦੋਂ ਸਵਾਸ ਸਵਾਸ ਅਸੀਂ ਉਹ ਨਾਮ ਨੂੰ ਸੰਭਾਰਦੇ ਹਾਂ ਨਾ, ਚੱਲਦਾ ਸਾਡੇ ਅੰਦਰ, ਤੇ ਅੰਦਰ ਜਾ ਕੇ ਪੌਜ ਹੁੰਦਾ ਇੱਕ ਸਕਿੰਟ ਲਈ। ਫਿਰ ਜਦੋਂ ਸਵਾਸ ਬਾਹਰ ਆਉਂਦਾ, ਇਹ ਪਵਨ ਗੁਰੂ ਆ, ਗੁਰੂ ਦੇ ਸਟਾਪ ਹੈ ਕੁਛ। ਜਿੰਨਾ ਇਹ ਸ਼ਾਂਤ ਹੁੰਦਾ ਜਾਣਾ, 1 ਮਿੰਟ ਦੇ ਵਿੱਚ 15 ਵਾਰ ਗੁਰੂ ਦਾ ਇਹ ਚੱਕਰ ਲੱਗਦਾ, ਪਵਨ ਗੁਰੂ ਦਾ। ਜਿਵੇਂ ਜਿਵੇਂ ਵਿਸਰਾਮ ਆਉਂਦਾ ਜਾਂਦਾ, ਸ਼ਾਂਤੀ ਆਉਂਦੀ ਜਾਂਦੀ ਹੈ, ਇਹ 13 ਤੇ 12 ਤੇ 11 ਤੇ ਆ ਜਾਂਦਾ, ਫਿਰ 10 ਤੇ ਆ ਜਾਂਦਾ। ਜਦੋਂ ਤੁਸੀਂ ਕੋਈ ਕੰਮਕਾਰ ਨਹੀਂ ਕਰ ਰਹੇ, ਸਹਿ ਸੁਭਾਅ ਬੈਠੇ ਹੋ ਸੋਫੇ 'ਤੇ, ਆਪਣੇ ਆਸਨ 'ਤੇ, ਤਾਂ ਇਹ ਪਵਨ ਗੁਰੂ ਦਾ ਚੱਕਰ ਘਟਦਾ ਘਟਦਾ 8-9 ਤੇ ਵੀ ਆ ਜਾਂਦਾ। ਜਦੋਂ ਇਹ ਆਉਂਦਾ ਤਾਂ ਵਿੱਚ ਦੀ ਕੁਛ ਟਾਈਮ ਵਿਸਰਾਮ 'ਚ ਵੀ ਆਉਂਦਾ, ਪੌਜ ਹੁੰਦਾ 1 ਸਕਿੰਟ ਲਈ। ਉਹ ਟਾਈਮ ਹੁੰਦਾ ਜਦੋਂ ਤੁਹਾਨੂੰ ਝਲਕਾਰੇ ਪੈਂਦੇ ਆ ਆਨੰਦ ਦੇ, ਫੁਹਾਰੇ ਫੁੱਟਦੇ ਆ, ਤਿਤਲੀਆਂ ਜਿਹੀਆਂ ਉੜਦੀਆਂ ਸਰੀਰ 'ਚੋਂ, ਸਾਰੇ 'ਚੋਂ। ਐਸਾ ਆਨੰਦ ਆਉਂਦਾ, ਤੁਸੀਂ ਸ਼ੁਕਰ ਨਾਲ ਭਰ ਜਾਂਦੇ ਹੋ। ਲਈ ਵਾਹ, ਕਿਆ ਬਾਤ ਆ ਦਾਤਿਆ, ਸ਼ੁਕਰ ਹੈ ਤੇਰਾ, ਸ਼ੁਕਰ ਹੈ। ਪਹਿਲਾਂ ਤਾਂ 2-4 ਮਹੀਨੇ ਤਾਂ ਸਾਡੇ ਰੋਗ ਸੋਗ ਕੱਟਣ 'ਤੇ ਲੱਗ ਜਾਂਦੇ ਆ ਇਹ ਚੀਜ਼ਾਂ ਨੂੰ। ਜਿਵੇਂ ਜਿਵੇਂ ਧਿਆਵਾਂਗੇ, ਪਹਿਲਾਂ ਸਾਡੇ ਸਰੀਰ 'ਚੋਂ ਨੈਗੇਟਿਵਿਟੀ ਨਿਕਲੂਗੀ, ਸਾਡੇ ਸਰੀਰ 'ਚੋਂ ਕਾਲੀ એનર્ਜੀ ਨਿਕਲੂਗੀ। ਸਾਡੇ ਜਿੰਨੀਆਂ ਨੈਗੇਟਿਵਿਟੀਆਂ ਕਹੇ ਹੋਏ ਕੰਨਾਂ 'ਚ ਗੱਲਾਂ ਪਈਆਂ ਵੀਆਂ, ਕਿਸੇ ਦੇ ਤਾਹਨੇ ਦਿੱਤੇ, ਮਿਹਣੇ ਦਿੱਤੇ, ਕੁਛ ਅਸੀਂ ਦਿੱਤੇ ਵੇ, ਉਹ ਵਾਰੀ ਵਾਰੀ ਚੇਤੇ ਆਉਣਗੇ। ਪਹਿਲਾਂ ਤਾਂ ਸਤਿਗੁਰੂ ਉਹ ਡਿਲੀਟ ਕਰਦੇ ਆ। ਬੜਾ ਵੱਡਾ ਕੰਮ ਕਰਨਾ ਪੈਂਦਾ, ਇੱਕ ਸੇਵਕ 'ਤੇ ਖੇਡ ਨਹੀਂ ਹੈ। ਗੁਰੂ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ, ਸਾਧੂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ। ਗਾਹਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਅਸੀਂ ਸੁਣ ਲਗੇ। ਤਾਂ ਮਹਾਰਾਜ ਕਹਿੰਦੇ ਤੁਹਾਨੂੰ ਇਹ ਨਿਧੀ ਮਿਲ ਜਾਣੀ ਹੈ, ਇਹ 9 ਨਿਧਾਂ 'ਚੋਂ ਇੱਕ ਨਿਧੀ ਆ, ਵਿਸਰਾਮ 'ਚ ਆ ਜਾਣਾ। ਸਾਸ ਸਾਸ ਮਨ ਨਾਮ ਸੰਭਾਰੈ, ਇਹੋ ਵਿਸਰਾਮ ਨਿਧ ਪਾਈ। ਜਦੋਂ ਹੀ ਪਾਠ ਕਰਨਾ, ਸਲੋ ਮੋਸ਼ਨ 'ਚ ਕਰਨਾ, ਬੇਸ਼ੱਕ ਇੱਕ ਸ਼ਬਦ ਪੜ੍ਹ ਲਿਆ ਕਰੋ, ਅਸੀਂ ਵਾਰੀ ਵਾਰੀ ਕਹਿੰਦੇ ਆ, ਤਾਂ ਕਿ ਤੁਹਾਨੂੰ ਉਹ ਗੱਲਾਂ ਮਿਲਣ। ਆਏ ਪਾਠ ਕਦੇ ਵੀ ਨਾ ਕਰੋ ਵੀ ਇੰਨੇ ਕਰਦੇ ਆ, ਉਹਦਾ ਕੋਈ ਫਾਇਦਾ ਨਹੀਂ ਬਣਦਾ। ਤੁਹਾਡੀ ਸੁਰਤ ਕਿੰਨੇ 'ਤੇ ਖੜੀ ਹੁੰਦੀ ਹੈ, ਨਾ ਕਿ ਇਸ ਗੱਲ 'ਤੇ ਗੁਰੂਆਂ ਨੇ ਸਾਨੂੰ ਲਿਖ ਕੇ ਕੀ ਦਿੱਤਾ, ਅਸੀਂ ਇਹਦੇ 'ਚੋਂ ਖੱਟਣਾ ਕੀ ਆ, ਅਸੀਂ ਲਾਗੂ ਕੀ ਕਰਨਾ। ਸਾਸ ਸਾਸ ਮਨ ਨਾਮ ਸੰਭਾਰੈ, ਇਹੋ ਵਿਸਰਾਮ ਨਿਧ ਪਾਈ। ਤੁਮ ਕਰਹੁ ਦਇਆ ਮੇਰੇ ਸਾਈਂ। ਫਿਰ ਕੀ ਆ? ਬੇਨਤੀ, ਅਰਦਾਸ, ਜੋਦੜੀ, ਹੇ ਮੇਰੇ ਸਾਈਂ ਦਇਆ ਕਰੋ, ਮਿਹਰ ਕਰੋ, ਜੋੜੀ ਰੱਖਿਓ। ਆ ਜਿਹੜਾ ਵਿਸਰਾਮ ਆ, ਉਹਨਾਂ ਨਿਧੀ ਟੱਕਰੀ ਆ ਨਾ, ਇੱਕ ਸਕੂਨ ਦਾ, ਆਨੰਦ ਦੇ ਪਲ ਪ੍ਰਾਪਤ ਹੋਏ ਆ। ਇਹ ਦਇਆ ਕਰਿਓ, ਬਣੇ ਰਹਿਣ, ਸਾਂਝ ਪਈ ਰਹੇ। ਤੁਮ ਕਰਹੁ ਦਇਆ ਮੇਰੇ ਸਾਈਂ। ਪਹਿਲਾਂ ਤਾਂ ਉਹਨੂੰ ਮੇਰਾ ਕਹਿਣਾ ਪੈਂਦਾ। ਜਦੋਂ ਮੇਰਾ ਕਹੋਗੇ ਫੇਰ ਹੀ ਇੱਕ ਮਿੱਕਤਾ ਹੋਣੀ ਆ। ਜਿੰਨਾ ਚਿਰ ਅਸੀਂ ਕਿਸੇ ਵੀ ਰਿਸ਼ਤੇ ਨੂੰ ਮੇਰਾ ਨਹੀਂ ਕਹਿੰਦੇ, ਤੁਸੀਂ ਸਕੇ ਪੁੱਤ ਨੂੰ ਵੀ ਮੇਰਾ ਕਹਿਣੋਂ ਹਟ ਜਾਓ, ਹੌਲੀ ਹੌਲੀ ਦੂਰੀਆਂ ਵੱਧ ਜਾਣਗੀਆਂ। ਮੇਰਾ ਕਹਿਣਾ ਪੈਂਦਾ, ਮੇਰਾ ਆਪਣਾ ਫਲਾਨਾ। ਫਿਰ ਇੱਧਰ ਆ ਜਾਂਦਾ ਮੇਰਾ ਸਾਈਂ, ਮੇਰਾ ਗੁਰੂ, ਮੇਰਾ ਪੀਰ, ਮੇਰਾ ਮੁਰਸ਼ਦ। ਜੋ ਵੀ ਲਫ਼ਜ਼ ਪਿਆਰਾ ਲੱਗਦਾ ਉਹ ਕਹੋ। ਤੁਮ ਕਰਹੁ ਦਇਆ ਮੇਰੇ ਸਾਈਂ, ਉਹ ਦਇਆਵਾਨ ਹੀ ਆ। ਬਸ ਇੱਧਰ ਇੱਕ ਸਿਸਟਮ ਆ, ਮੰਗੇ ਬਿਨਾ ਉਹ ਡਾਊਨਲੋਡ ਨਹੀਂ ਹੁੰਦਾ। ਤੁਹਾਨੂੰ ਮੂਹਰੋਂ ਕਲਿੱਕ ਕਰਨਾ ਪੈਂਦਾ ਕਿ ਮੈਂ ਚਾਹੁੰਦਾ। ਤੁਸੀਂ ਓਕੇ ਕੀਤਾ, ਉਹ ਸਾਰੀਆਂ ਚੀਜ਼ਾਂ ਨੇ ਲਾਗੂ ਹੋ ਜਾਣਾ। ਐਸੀ ਮਤ ਦੀਜਾ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਫਿਰ ਕਹਿੰਦੇ ਮਤ ਕਿਹੜੀ ਦੇ ਮੈਨੂੰ? ਐਸੀ ਮਤ ਦੀਜਾ ਮੇਰੇ। ਰਿਸ਼ਤਾ ਪਹਿਲੇ ਸਿੱਧਮ ਸਿੱਧਾ ਕਰ ਦੇਣਾ ਗੁਰੂ ਨਾਲ। ਗੁਰੂ ਨਾਨਕ ਨਾਲ ਗੱਲ ਕਰਨੀ ਆ, ਗੁਰੂ 10ਵੇਂ ਪਾਤਸ਼ਾਹ ਨਾਲ ਗੱਲ ਕਰਨੀ ਆ, ਐਂ ਕਰਨੀ ਆ ਜਿਵੇਂ ਆਪਾਂ ਆਪਣੇ ਬਾਪੂ ਨਾਲ ਵੈਸੇ ਘਰੇ ਕਰਦੇ ਹੁੰਦੇ ਆ ਕਿ ਇਹ ਮੇਰੇ ਸਾਈਂ, ਮੇਰੇ ਪਿਤਾ ਜੀ, ਮੇਰੇ ਬਾਪੂ ਜੀ, ਮੇਰੀ ਸੱਚੀ ਸਰਕਾਰ, ਸਾਹੇ ਸ਼ਹਿਨਸ਼ਾਹ, ਆਹ ਬੇਨਤੀ ਆ, ਮੈਂ ਤਿਆਰ ਹਾਂ। ਜਿੱਥੇ ਕਿਤੇ ਮੇਰੇ 'ਚ ਕਮੀ ਪੇਸ਼ੀ ਲੱਗਦੀ ਹੈ, ਸਿਰ 'ਤੇ ਹੱਥ ਰੱਖ ਕੇ ਕੱਢ ਦਿਓ। ਫਿਰ ਉਹ ਘਟਨਾ ਵਾਪਰਦੀ ਆ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ।
ਫੇਰ ਵਿਕਾਰ ਦੂਰ ਹੋਣੇ ਆ। ਪਹਿਲਾਂ ਗੁਰੂ ਨੇ ਸਿਰ ਤੇ ਹੱਥ ਰੱਖ ਕੇ ਬੰਧਨ ਕੱਟਣੇ ਆ ਤੇ ਅਸੀਂ ਮੰਗਣਾ ਹੈ। ਐਸੀ ਮਤ ਦੀਜੈ ਮੇਰੇ ਠਾਕੁਰ ਸਦਾ। ਸਦਾ ਦਾ ਅਰਥ ਤਾਂ ਆਪਾਂ ਨੂੰ ਪਤਾ ਹੀ ਹੈ ਨਾ, ਹਰ ਵੇਲੇ। ਸਦਾ ਤੁਧ ਧਿਆਈ। ਤੇ ਹੁਣ ਇਹ ਫਰਕ ਵੀ ਸਮਝ ਲਿਓ ਕਿ ਧਿਆਉਣ ਦਾ ਤੇ ਜਪਣ ਦਾ ਵੀ ਪਤਾ ਆਪਾਂ ਨੂੰ। ਜਪਣਾ ਹੁੰਦਾ ਬੋਲ ਕੇ, ਧਿਆਉਣਾ ਹੁੰਦਾ ਚੁੱਪ ਕਰਕੇ ਸੁਰਤੀ ਦੇ ਨਾਲ ਉਹਨੂੰ ਇੱਕ ਮਿਕਤਾ ਦੇਖਣੀ ਉਹਦੀ। ਪਰ ਸਾਡੇ ਤਾਂ 98 ਕਿ 99% ਚੱਲਦੀ ਪਿਆ ਜੀ। ਧਿਆਨ ਦੀ ਗੱਲ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ। ਸਾਨੂੰ ਤਾਂ ਪਾਠ ਕਰਨ ਨੂੰ ਕਿਹਾ। ਹਾਂ, ਕਿਹਾ ਪਾਠ ਕਰਨ ਨੂੰ ਹੀ ਆ। ਪਾਠ ਕਰਦਿਆਂ ਹੋਇਆਂ ਦੇਖਣਾ ਵੀ ਆ ਲਿਖਿਆ ਕੀ ਆ। ਧਿਆਨ ਨਾਲ ਪਾਠ ਕਰੋਗੇ ਪਤਾ ਲੱਗ ਜਾਣਾ ਕਿਹੜੀ ਗੱਲ ਧਿਆਉਣ ਨੂੰ ਕਹੀ ਆ, ਕਿਹੜੀ ਜਪਣ ਨੂੰ ਕਹੀ ਆ, ਕਿਹੜੀ ਸਿਮਰਨ ਨੂੰ ਕਹੀ ਆ, ਕਿਹੜੀ ਛੱਡਣ ਨੂੰ ਕਹੀ ਆ। ਪਾਠ ਕਰਨ ਦਾ ਮਤਲਬ ਇਹੀ ਆ ਨਾ ਕਿ ਸਾਡਾ ਜੀਵਨ ਸਫਲਾ ਹੋ ਜੇ, ਉਹਦੇ ਲਈ ਕੀ ਕੀ ਕਰੀਏ। ਸਫਲ ਹੋਣ ਤੋਂ ਜਿਹੜੀਆਂ ਚੀਜ਼ਾਂ ਰੋਕਦੀਆਂ ਉਹ ਕਿਹੜੀਆਂ ਕਿਹੜੀਆਂ, ਉਹਨਾਂ ਤੋਂ ਦੂਰ ਹੋ ਜਾਈਏ। ਇਹੀ ਤਾਂ ਪਾਠ ਤੋਂ ਸਿੱਖਣਾ। ਹੁਣ ਪਾਠ ਆਏ ਥੋੜ੍ਹੀ ਕਰਨਾ ਵੀ ਮੈਨੂੰ ਪਾਠ ਕਰਨ ਨੂੰ ਕਹਿਤਾ ਤੇ ਦੱਬੀ ਤੁਰਿਆ ਜਾਣਾ ਕਰਕੇ ਪਾਠ ਵੀ ਅੱਜ ਕਰਤਾ, ਓਕੇ ਹੋ ਗਿਆ, ਆਪਾਂ ਇੱਕ ਨਿਯਮ ਪੂਰਾ ਕਰਤਾ। ਆਏ ਤਾਂ ਬਥੇਰੇ ਇੱਥੇ ਆਉਂਦੇ ਆ, ਦੇਖਿਆ ਸਾਰੀ ਸਾਰੀ ਉਮਰ ਜਿਨ੍ਹਾਂ ਨੂੰ ਪੜ੍ਹਦਿਆਂ ਨੂੰ ਲੰਘ ਗਈ, ਇੱਕ ਮਾੜਾ ਜਿਹਾ ਝਲਕਾਰਾ ਵੀ ਨਹੀਂ ਦਿੰਦਾ ਉਹਨਾਂ ਦੇ ਚਿਹਰੇ ਤੋਂ ਜਾਂ ਉਹਨਾਂ ਦੇ ਜੀਵਨ 'ਚੋਂ, ਕਿਉਂਕਿ ਉਹਨਾਂ ਨੇ ਪੜ੍ਹਿਆ ਹੀ ਆਇਆ ਲਈ ਪੜ੍ਹਨ ਨੂੰ ਕਿਹਾ ਸੀ, ਪੜ੍ਹਤਾ ਬਸ। ਸਿੱਖਣਾ ਪੈਂਦਾ। ਕਿਤੇ ਵੀ ਚਲੇ ਜਾਈਏ, ਕਿਸੇ ਵੀ ਪਾਸੇ ਚਲੇ ਜਾਈਏ, ਜੋ ਚੀਜ਼ ਮੂਹਰੋਂ ਗੁਰੂ ਕਹਿੰਦਾ ਉਹ ਮੁੜ ਕੇ ਪੁੱਛਦਾ ਹੁੰਦਾ ਕਿ ਇਹਦਾ ਕੀ ਬਣਿਆ, ਅਤੇ ਉਹ ਸਾਡੇ 'ਚ ਆਉਣੀ ਚਾਹੀਦੀ ਆ। ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਤੈਨੂੰ ਧਿਆਵਾਂ, ਮੈਂ ਸ਼ਾਂਤ ਹੋ ਕੇ ਬੈਠਾ, ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਾਂ, ਆਪਣਾ ਧਿਆਨ ਸਵਾਸ ਦੇ ਨਾਲ ਨਾਲ ਜਾਵੇ। ਸਵਾਸ ਤਾਂ ਦੇਖੋ ਆ ਜਾ ਰਹੀ ਹੈ, ਕੋਈ ਪਾਠ ਕਰੋ ਨਾ ਕਰੋ, ਧਿਆਓ ਨਾ ਧਿਆਓ, ਆਸਤਕ ਨਾਸਤਕ ਜਿਹੇ ਜਿਹਾ ਵੀ ਕੋਈ ਹੈਗਾ, ਇਹ ਪਵਨ ਗੁਰੂ ਤਾਂ ਸਭ ਦੇ ਨਾਲ ਹੈ। ਇਹ ਨਹੀਂ ਕਿਸੇ ਨਾਲ ਦਰਿਆਉਤ ਕਰਦਾ, ਅਤੇ ਨਾ ਹੀ ਇਹਨਾਂ ਗੱਲਾਂ ਤੋਂ ਛੱਡ ਕੇ ਭੱਜੇ। ਇਹਨੇ ਤਾਂ ਰਹਿਣਾ ਹੀ ਹੈ। ਫਿਰ ਕਿਹੜੀ ਚੀਜ਼ ਹੈ ਜਿਹੜੀ ਇਹਦੇ ਨਾਲ ਅਸੀਂ ਤੋਰਦੇ ਹਾਂ ਕਿ ਜੀਵਨ ਸਫਲਾ ਹੋ ਜੇ? ਸਾਡਾ ਧਿਆਨ। ਜਦੋਂ ਹੀ ਅਸੀਂ ਪਵਨ ਗੁਰੂ ਦੇ ਚਰਨਾਂ 'ਚ ਆਪਣਾ ਧਿਆਨ ਲਾਉਣਾ ਸ਼ੁਰੂ ਕਰ ਦਿਆਂਗੇ, ਸਵਾਸ ਅੰਦਰ ਜਾਂਦਾ ਨਾਲ ਜਾਵਾਂਗੇ, ਸਵਾਸ ਬਾਹਰ ਆਉਂਦਾ ਬਾਹਰ ਆਵਾਂਗੇ। ਇੱਕ ਦਿਨ ਇੰਨੇ ਕੁ ਥੋੜ੍ਹੇ ਰਹਿ ਜਾਣੇ ਆ ਸਵਾਸ ਕਿ 1 ਮਿੰਟ 'ਚ 5-4 ਕੁ ਸਵਾਸ ਆਉਣ ਲੱਗ ਜਾਣੇ, ਅਤੇ ਉਦੋਂ ਇੱਕ ਘਟਨਾ ਵਾਪਰਦੀ ਹੈ ਕਿ ਸਵਾਸ ਥੋੜ੍ਹਾ ਹੁੰਦਾ ਸਰਿਆਂ ਪਤਾ ਲੱਗਦਾ ਕਿ ਇੰਨੇ ਕੁ ਥਾਂ 'ਚ ਰਹਿ ਗਿਆ। ਇੱਥੋਂ ਕਰਦਾ ਇੱਥੇ ਆ ਜਾਂਦਾ। ਇੱਥੋਂ ਫਿਰ ਪਲਟੀ ਵੱਜਦੀ ਹੈ, ਜਿੱਥੋਂ ਮਹਾਰਾਜ ਕਹਿੰਦੇ ਕਿ ਏੜਾ ਪਿੰਗਲਾ ਸੁਖਮਣਾ ਲੰਘ, 10ਵੇਂ ਦੁਆਰ ਨੂੰ ਚੱਲ, ਉੱਥੇ ਲੈ ਜਾਂਦੇ ਆ ਸਤਿਗੁਰੂ। ਫਿਰ ਉਹ ਸੁੰਨ ਸਮਾਧੀਆਂ ਦੇ ਨਜ਼ਾਰੇ, 10ਵੇਂ ਦੁਆਰ ਦੇ, ਸੱਚਖੰਡ ਦੇ, ਜੋ ਵੀ ਗੱਲਾਂ ਬਾਤਾਂ, ਜਿੰਨਾ ਤੁਹਾਡਾ ਢਿੱਡ ਭਰਿਆ ਪਿਆ ਨਾ, ਆ ਵੀ ਪੁੱਛਣਾ ਜੋ ਮਰਜ਼ੀ ਪੁੱਛੀ ਜਾਇਓ। ਉੱਥੇ ਘਟਨਾ ਘਟਣੀਆਂ, ਉਹਦੇ ਲਈ ਬਹਿਣਾ ਪੈਣਾ, ਮਿਹਨਤਾਂ ਕਰਨੀਆਂ ਪੈਂਦੀਆਂ। ਕਿਸੇ ਪਾਸੇ ਕਰ ਲਓ, ਬਾਹਰੀ ਤੌਰ 'ਤੇ ਕਰ ਲਓਗੇ, ਬਾਹਰੀ ਧਨ ਇਕੱਤਰ ਹੋ ਜਾਣਾ। ਅੰਦਰੂਨੀ ਕਰ ਲਓਗੇ, ਅੰਦਰੂਨੀ ਨਾਮ ਧਨ ਇਕੱਤਰ ਹੋ ਜਾਣਾ। ਅਤੇ ਗੁਰੂ ਨਾਨਕ ਨੇ ਸਾਨੂੰ ਕੀ ਕਿਹਾ ਕਿ ਬੈਲੈਂਸ ਬਣਾ ਲਓ, ਸਹਿਜ ਮਾਰਗ ਚੁਣ ਲਓ, ਕੋਈ ਵੀ ਪਾਸਾ ਖੁਸ਼ਕ ਨਹੀਂ ਰਹਿਣ ਦੇਣਾ। ਅੰਦਰੂਨੀ ਵੀ ਕਰਨਾ, ਉਹਨੂੰ ਵੀ ਟਾਈਮ ਦੇਣਾ, ਘੱਟ ਤੋਂ ਘੱਟ 1.25 ਘੰਟਾ। 24 ਘੰਟੇ 'ਚੋਂ ਸੈਟਿੰਗ 1.25 ਘੰਟੇ ਦੀ ਹੋਣੀ ਚਾਹੀਦੀ ਹੈ। ਅਤੇ ਬਾਕੀ ਤੁਹਾਡੇ ਕੋਲ ਕਿੰਨੇ ਬਚ ਗਏ? 23 ਮੰਨ ਲਓ, ਚੱਲ 22 ਮੰਨ ਲਓ। 22 ਘੰਟੇ ਤੁਹਾਡੀ ਕਿਰਿਆ ਸੋਧਨ ਦੇ, ਤੁਹਾਡੇ ਕਾਰੋਬਾਰਾਂ ਦੇ ਹੈ। ਅਤੇ ਜੇ ਇਹ 1.25 ਘੰਟਾ ਭੁੱਲ ਕੇ ਉੱਧਰ ਹੀ 24 ਲਾਤੇ, ਉਹਨਾਂ 'ਚੋਂ ਇੱਕ ਵੀ ਚੀਜ਼ ਇਹ ਜਿਹੀ ਜਿਹੜੀ ਤੇਰਾ ਸਾਥ ਦੇ। ਹਲੇ ਇਹ 1.25 ਘੰਟਾ ਲਾਇਆ ਤਾਂ ਸਾਥ ਦੇਊਗਾ, ਜੀਵਨ ਨੂੰ ਸਫਲਾ ਕਰ ਲੈਣਾ। ਪਰ ਜੇ ਇਹ ਨਾ ਲਾਇਆ, ਅੰਦਰੂਨੀ ਤੌਰ 'ਤੇ ਅਧਿਐਨ ਨਾ ਕੀਤਾ, ਧਿਆਨ ਨਾ ਕੀਤਾ, ਤੇਰੇ ਪੱਲੇ ਡੱਕਾ ਵੀ ਨਹੀਂ ਪੈਣਾ। ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛਿਆ, ਕਿ ਕਿਸੇ ਨੇ ਬਾਤ ਨਹੀਂ ਪੁੱਛਣੀ। ਇਹ ਨਿਯਮਾਂ ਦੀ ਨਾ ਇਕੱਲਾ ਹੀ ਰਹਿ ਜਾਂਦਾ ਬੰਦਾ, ਉੱਥੇ ਕੋਈ ਨਹੀਂ ਹੈ ਕਿਤੇ ਦੱਸਣ ਪੁੱਛਣ ਵਾਲਾ ਕਿਸੇ ਨੂੰ। ਇਹ ਸਿਸਟਮ ਹੁਣੀ ਹੱਥ 'ਚ ਆਪਣੇ ਕਰੀਏ ਅਸੀਂ। ਰਹਾਓ ਤੁਮ ਕਰਹੋ ਤੁਮਰੀ ਕਿਰਪਾ ਤੇ, ਮੋਹ ਮਾਣ ਛੂਟੈ ਬਿਨ ਸਜਾਏ ਭਰਮਾਈ। ਪਹਿਲਾਂ ਤਾਂ ਬੇਨਤੀ ਕੀਤੀ, ਐਸੀ ਮੱਤ ਦਿਓ, ਐਸੀ ਮੱਤ ਦੀਜੈ ਮੇਰੇ ਠਾਕੁਰ ਮੇਰੇ। ਆਪਣਾ ਬਣਾਉਣਾ, ਸਿਦਮ ਸਿਦਾ ਕਰਨਾ, ਸਦਾ ਸਦਾ ਤੁਧ ਧਿਆਈ ਤੁਮਰੀ ਕਿਰਪਾ ਤੇ। ਫਿਰ ਤੇਰੀ ਕਿਰਪਾ ਹੋ ਜੇ,
ਕਿਉਂਕਿ ਮੈਂ ਤੇਰੇ ਚਰਨਾਂ 'ਚ ਬਹਿਣਾ, ਧਿਆਨ ਧਰਦਾ ਹੈ, ਤੇ ਇੱਥੋਂ ਮੰਗਦਾ ਰੋਜ਼ ਕਿਰਪਾ ਮੈਂ। ਤੁਮਰੀ ਕਿਰਪਾ ਤੇ ਮੋਹ, ਸਭ ਤੋਂ ਪਹਿਲਾਂ ਜਿਹੜਾ ਹਨੇਰਾ ਜ਼ਿਆਦੇ ਆ, ਗਵਾਰ ਆ ਜਿਹੜਾ ਕਾਲਾ, ਜਿਹੜਾ ਸਾਨੂੰ ਮੋਹ ਦਾ ਜਾਲ ਪਾਇਆ ਵਾ ਰਿਸ਼ਤਿਆਂ 'ਚ, ਨਾਤਿਆਂ 'ਚ, ਦੁਨੀਆ ਨਾਲ, ਉਹਦੇ 'ਚ ਕਲੀਅਰਟੀ ਆਉਂਦੀ ਹੈ। ਇਹ ਨਹੀਂ ਹੈਗਾ ਵੀ ਮੋਹ ਟੁੱਟ ਜਾਂਦਾ, ਮੋਹ ਦੇ ਵਿੱਚ ਇੱਕ ਕਲੀਅਰਟੀ ਆਉਂਦੀ ਆ, ਪਤਾ ਲੱਗਦਾ ਰਿਸ਼ਤੇ ਹੈ ਕੀ, ਨਾਤੇ ਹੈ ਕੀ। ਐਵੇਂ ਬੰਦਾ ਟਾਈਮ ਖਰਾਬ ਨਹੀਂ ਕਰਦਾ, ਟੱਕਰਾਂ ਨਹੀਂ ਮਾਰਦਾ ਕਿਸੇ ਖਾਤਰ। ਉਹਨੂੰ ਪਤਾ ਲੱਗਦਾ ਕਿ ਇਹ ਬੰਦਾ ਇਸ ਗੱਲ ਕਰਕੇ ਮੇਰੇ ਨਾਲ ਪਿਆਰ ਕਰਦਾ। ਤੇ ਜੇ ਭੁਲੇਖਾ ਆਪਦੇ ਆਪ ਨੂੰ ਜ਼ਾਹਰ ਕਰਨਾ ਸ਼ੁਰੂ ਕਰ ਦਿਓ, ਮੇਰੇ ਕੋਲੇ ਕੁਛ ਨਹੀਂ, ਦੇਖ ਲਓ ਰਿਸ਼ਤੇ ਕਿੰਨੇ ਕੁ ਵਰਤਦੇ ਆ। ਉਦੋਂ ਬਾਅਦ ਫੋਨ ਨਹੀਂ ਚੱਕਣਾ ਕਿਸੇ ਰਿਸ਼ਤੇਦਾਰ ਨੇ, ਜਦੋਂ ਕਲੀਅਰ ਕਰਤਾ ਮੇਰੇ ਕੋਲੇ ਕੁਛ ਨਹੀਂ। ਇਹਦੇ ਨਾਲ ਮਹਾਰਾਜ ਕਹਿੰਦੇ ਮਾਇਆ ਦੇ ਕਾਰਨ ਹੀ ਸਾਰੇ ਵਰਤਾਰੇ ਆ। ਬਿਨਾਂ ਮਾਇਆ ਤੋਂ ਵਰਤਣ ਵਾਲਾ ਤੇ ਦੁਨੀਆ 'ਚ ਕੋਈ ਇੱਕ ਅੱਧਾ ਜਿਹੜਾ ਤੁਹਾਨੂੰ ਪਿਆਰ ਕਰਦਾ ਹੋ ਰਹਿ ਜੂਗਾ, ਨਹੀਂ ਦੂਜਿਆਂ ਨੇ ਚੁਟਕੀਆਂ ਮਾਰ ਜਾਣੀਆਂ। ਇਹੋ ਜਿਹੇ ਸ਼ਬਦ ਜਿਹੜੇ ਆਉਣਗੇ ਨਾ, ਆਪਾਂ ਸਾਂਝ ਪਾਵਾਂਗੇ। ਇਹ ਆਏ ਨਹੀਂ ਹੈ ਆਪਾਂ ਕੋਲੋਂ ਗੱਲਾਂ ਕਰੀ ਜਾਂਦੇ ਹਾਂ, ਵਿਆਖਿਆ ਕਰਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆ ਸਾਰਾ ਕੁਝ। ਤੁਮਰੀ ਕਿਰਪਾ ਤੇ ਮੋਹ ਮਾਣ ਛੂਟੈ। ਹੁਣ ਅਸੀਂ ਮਾਣ ਚਾਹੁੰਦੇ ਹਾਂ, ਦੇਖੋ ਨਾ ਫਰਕ ਕਿੰਨਾ ਪੈ ਗਿਆ ਕਿ ਅਸੀਂ ਜਿਹੜੇ ਲੋਕ ਆਂਦੇ ਆ ਵੀ ਅਸੀਂ ਮਾਣ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਉਹਨੂੰ ਮੈਂ ਕਿਰਪਾ ਮੰਨਦਾ ਕਿ ਮੋਹ ਤੇ ਮਾਣ ਛੁੱਟ ਜੇ। ਬੜਾ ਜ਼ਿਆਦਾ ਵੱਡਾ ਫਰਕ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਪਹਿਲੀ ਗੱਲ ਤਾਂ ਅਸੀਂ ਇਹ ਕਲੀਅਰ ਕਰਕੇ ਆਪਣੇ ਦਿਮਾਗ ਨਾਲ ਬਹਿ ਕੇ ਕਿ ਆਪਾਂ ਭਗਤ ਹੈ ਕਿ ਸੰਸਾਰੀ ਹੈ। ਫਿਰ ਗਾਹਾਂ ਕਲੀਅਰ ਹੋਊਗਾ ਵੀ ਅਸੀਂ ਕਿਹੜੀ ਕੈਟਾਗਰੀ ਦੇ ਲੋਕ ਆ, ਸਾਡੇ ਤੇ ਲਾਗੂ ਕੀ ਹੁੰਦਾ। ਅਸੀਂ ਜਿਹੜੀਆਂ ਚੀਜ਼ਾਂ ਮੰਗਦੇ ਆ ਸਤਿਗੁਰੂ ਛੁੱਟਣ ਨੂੰ ਕਹੀ ਜਾਂਦੇ ਆ। ਤੁਮਰੀ ਕਿਰਪਾ ਤੇ ਮੋਹ ਮਾਣ ਛੂਟਾ ਹੈ। ਜਦੋਂ ਤੇਰੀ ਕਿਰਪਾ ਹੋ ਜਾਂਦੀ ਆ, ਮੋਹ ਦਾ ਗਵਾਰ ਦੂਰ ਹੋ ਜਾਂਦਾ, ਮਾਣ ਛੁੱਟ ਜਾਂਦਾ। ਪਤਾ ਲੱਗਦਾ ਕਿ ਸਿਸਟਮ ਕੀ ਆ, ਅਸਲ ਦੇ ਵਿੱਚ ਕਰ ਹੀ ਤੂੰ ਰਿਹਾ ਹੈ। ਬਿਨ ਸਜਾਏ ਭਰਮਾਈ, ਕਹਿੰਦੇ ਜਿਹੜਾ ਭਰਮ ਹੁੰਦਾ ਨਾ ਉਹ ਬਿਨ ਸਜਾਂਦਾ। ਸਤਿਗੁਰੂ ਜਦੋਂ ਕਿਰਪਾ ਕਰਦੇ ਆ ਤੁਹਾਨੂੰ ਬਹੁਤ ਗੱਲਾਂ ਦਾ ਪਤਾ ਲੱਗਦਾ। ਮੰਨ ਲਓ ਤੁਸੀਂ ਪਿੰਡ ਦੇ ਸਰਪੰਚ ਹੋ, ਤੁਹਾਨੂੰ ਹਰ ਬੰਦਾ ਸਤਿਕਾਰ ਕਰਦਾ, ਸਤਿ ਸ਼੍ਰੀ ਅਕਾਲ ਬੁਲਾਉਂਦਾ, ਪੈਰੀ ਹੱਥ ਲਾਉਂਦਾ। ਤੁਸੀਂ ਕੀ ਸਮਝਦੇ ਹੋ ਵੀ ਮੇਰੇ ਪੈਰੀ ਹੱਥ ਲਾਏ ਜਾ ਰਹੇ ਆ, ਮੇਰੀ ਬੜੀ ਇੱਜ਼ਤ ਆ, ਮੇਰਾ ਬੜਾ ਮਾਣ ਆ। ਪਰ ਸਤਿਗੁਰੂ ਨੂੰ ਪੁੱਛੋ, ਕਹਿੰਦੇ ਨਹੀਂ, ਤੇਰਾ ਸਭ ਤੋਂ ਵੱਡਾ ਭੁਲੇਖਾ ਇਹ ਹੈ। ਕੁਛ ਤਾਂ ਤੈਨੂੰ ਉਦਾਂ ਹੀ ਸਮਝ ਆ ਜਾਣੀ ਹੈ ਜਿੱਦੇ ਸਰਪੰਚ ਤੂੰ ਨਾ ਰਿਹਾ। ਸਾਹਮਣੀ ਗਲੀ 'ਚੋਂ ਆਉਂਦਾ ਬੰਦਾ ਜਿਹੜਾ ਪੈਰੀ ਹੱਥ ਲਾ ਕੇ ਮਿਲਦਾ ਹੁੰਦਾ ਸੀ, ਉਹ ਸਤਿ ਸ੍ਰੀ ਅਕਾਲ ਬੁਲਾਉਣ ਦੀ ਵੀ ਕੋਸ਼ਿਸ਼ ਨਹੀਂ ਕਰਦਾ, ਮੂੰਹ ਵੱਟ ਜਾਂਦਾ ਵੀ ਹੁਣ ਇਹ ਤੋਂ ਕੀ ਲੈਣਾ। ਉਦੋਂ ਤਾਂ ਮੋਹਰ ਬਾਹਰ ਦਬਾਉਣ ਦਾ ਚੱਕਰ ਸੀ, ਹੁਣ ਕੀ ਲੈਣਾ ਵੀ। ਇਹ ਸਾਰਿਆਂ 'ਤੇ ਹੀ ਲਾਗੂ ਹੁੰਦੀ ਹੈ। ਅਤੇ ਇਹੀ ਕਾਰਨ ਹੈ ਕਿ ਜਦੋਂ ਕੁਛ ਲੋਕ ਰਿਟਾਇਰਮੈਂਟ 'ਚ ਆ ਜਾਂਦੇ ਆ, ਕਿਸੇ ਵੱਡੇ ਅਹੁਦੇ ਤੋਂ ਰਿਟਾਇਰ ਹੁੰਦੇ ਆ, ਉਹਨਾਂ ਨੂੰ ਆਈ ਸਮਝ ਨਹੀਂ ਪੈਂਦੀ ਯਾਰ ਕੀ ਬਦਲ ਗਿਆ। ਇੰਨੇ ਲੋਕ ਸਲਾਮਾਂ ਕਰਦੇ ਸੀ, ਪੈਰੀ ਲੜਦੇ ਸੀ, ਰਿਸ਼ਤੇਦਾਰਾਂ ਨੂੰ ਲੈ ਆਉਂਦੇ ਸੀ ਨਾਲ, ਯਾਰਾਂ ਦੋਸਤਾਂ ਨੂੰ, ਅਤੇ ਹੁਣ ਕੋਈ ਵੀ ਨਹੀਂ ਆਉਂਦਾ, ਕੋਈ ਫੋਨ ਵੀ ਨਹੀਂ ਕਰਦਾ, ਕੋਈ ਚੱਕਦਾ ਵੀ ਨਹੀਂ। ਉਹ ਫਿਰ ਡਿਪਰੈਸ਼ਨ 'ਚ ਚਲੇ ਜਾਂਦੇ ਆ ਵੀ ਯਾਰ ਕੀ ਗਵਾਚ ਗਿਆ, ਮੈਂ ਤਾਂ ਬੰਦਾ ਉਹੀ ਆ। ਉਹਨੂੰ ਜੇ ਉਦੋਂ ਸੂਝ ਆਈ ਹੁੰਦੀ ਨਾ, ਇਹ ਸਾਰਾ ਦਾਰੋ ਮਦਾਰ ਜਿਹੜੇ ਅਹੁਦੇ 'ਤੇ ਬੈਠਾ ਉਹਦੇ ਕਰਕੇ ਆ, ਜਿਹੜੀ ਕੁਰਸੀ 'ਤੇ ਬੈਠਾ ਉਹਦੇ ਕਰਕੇ ਆ। ਉਹ ਨਹੀਂ ਹੈ। ਸਾਡੇ ਨਾਲ ਹੁਣ ਇੱਥੇ ਵਰਤਦਾ ਰਹਿੰਦਾ ਹਰ ਵੇਲੇ, ਪਰ ਉਹ ਤਾਂ ਬਚਪਨ ਤੋਂ ਹੀ ਚਲੋ ਸਤਿਗੁਰਾਂ ਨੇ ਕਿਰਪਾ ਕਰਤੀ ਸੀ, ਮਾਤਾ ਨੇ ਉਹ ਗੱਲ ਤੋਂ ਸੁਚੇਤ ਰਹੀਦਾ ਹਰ ਵੇਲੇ। ਪਹਿਲਾਂ ਵੀ ਮੰਨ ਲਓ ਅਸੀਂ ਆਪਦੇ ਰੂਮ 'ਚੋਂ ਨਿਕਲਿਆ, ਸਾਹਮਣੇ ਸੰਗਤ ਆਈ ਖੜੀ ਆ ਜਾਂ ਹੋਰ ਆ, ਪਹਿਲੀ ਵਾਰ ਆਏ ਆ, ਕੋਲ ਦੀ ਲੰਘੀ ਦਾ ਝਾਕ ਕੇ ਸਮਾਰ ਕੇ ਆਪ ਕੋਸ਼ਿਸ਼ ਕਰੀਦੀ ਆ ਬੁਲਾਉਣ ਦੀ। ਜੇ ਬੁਲਾਈ ਦਾ ਵੀ ਆ ਅਤੇ ਉਹਨਾਂ ਦਾ ਭਾਵ ਇਹ ਹੁੰਦਾ ਵੀ ਯਾਰ ਪਤਾ ਨਹੀਂ ਕੀ ਸੋਚ ਕੇ ਆਉਂਦੇ ਹੋਣਗੇ, ਚਲੋ ਆਪਾਂ ਦੋਸ਼ ਨਹੀਂ ਲਾਉਂਦੇ, ਉਹ ਸਤਿ ਸ੍ਰੀ ਅਕਾਲ ਵੀ ਮਸਾਂ ਮੰਨਦੇ ਆ, ਲੰਘ ਜਾਈਦਾ। ਮਨ ਨੂੰ ਪਤਾ ਹੁੰਦਾ ਵੀ ਕੀ ਕਾਰਨ ਹੈ, ਕਿਉਂਕਿ ਬਿਲਕੁਲ ਸਾਫ਼ ਚਿੱਟੇ ਦਿਨ ਵਾਂਗੂ ਦੀਂਦਾ। ਜਦੋਂ ਲੰਘੇ ਉਹ ਜਿਹੜਾ ਸੇਵਾਦਾਰ ਬੈਠਾ ਉੱਥੇ ਉਹਨੇ ਦੱਸਣਾ, ਜਾਂ ਕਿਸੇ ਨੇ ਪੁੱਛ ਲੈਣਾ ਵੀ ਇਹ ਕੌਣ ਸੀ। ਉਹ ਕਹਿੰਦਾ ਜੀ ਇਹ ਬਾਬਾ ਜੀ ਹੈ ਜਿਹੜੇ ਮਾਈ ਦੇਸਾਂ ਦੀ 10ਵੀਂ ਅੰਸ 'ਚੋਂ ਆ, ਅਤੇ ਇੱਥੇ ਸੇਵਾ ਕਰਾਉਂਦੇ ਆ। ਅੱਛਾ ਠੀਕ ਆ। ਫਿਰ ਜਦੋਂ ਉਹਨੂੰ ਵਾਪਸ ਆਉਣਾ ਉੱਧਰੋਂ ਲੰਗਰ ਵਾਲੇ ਪਾਸਿਓ, ਫਿਰ ਉਹ ਖੜ੍ਹੇ ਹੁੰਦੇ ਆ ਸਾਰੇ, ਫਿਰ ਜਾਣੀ ਸਤਿ ਸ਼੍ਰੀ ਅਕਾਲ ਜੀ, ਕੋਈ ਪੈਰਾਂ ਨੂੰ ਹੱਥ ਲਾਉਂਦਾ, ਕੋਈ ਕਿੱਧਰ ਭੱਜਦਾ, ਕੋਈ ਕਿੱਧਰ। ਫਿਰ ਉੱਥੇ ਸੋਚੀ ਤਾਂ ਖੜ੍ਹ ਕੇ ਵੀ ਯਾਰ ਮੈਂ ਹੁਣੀ ਤਾਂ ਗਿਆ, ਮੈਂ ਬੁਲਾਉਂਦਾ ਸੀ ਉਦੋਂ ਤਾਂ ਇਹ ਬੋਲੇ ਨਹੀਂ। ਫਿਰ ਹੁਣ ਇੱਥੋਂ ਮੈਨੂੰ ਕੀ ਮੈਸੇਜ ਮਿਲਦਾ ਕਿ ਜੋ ਇਹ ਮਾਣ, ਜੋ ਸਨਮਾਨ, ਜੋ ਇਹ ਕਰਦੇ ਆ,
ਇਹ ਮਾਈ ਦੇਸਾਂ ਕਰਕੇ ਤੇ ਇੱਥੋਂ ਦੀ ਸੇਵਾ ਕਰਕੇ ਆ। ਤੈਨੂੰ ਕੋਈ ਨਹੀਂ ਸਿਆਣਦਾ, ਕਿਸੇ ਨੇ ਕੁਛ ਨਹੀਂ ਲੈਣਾ ਤੈਥੋਂ। ਤੇ ਮੈਨੂੰ ਤਾਂ ਉਹਦੀ ਅਨੁਭਵ ਹੋ ਜਾਂਦਾ ਵੀ ਮੇਰੀ ਤਾਂ ਕੋਈ ਸਤਿ ਸ੍ਰੀ ਅਕਾਲ ਵੀ ਨਹੀਂ ਮੰਨਦਾ ਹੈ, ਬੁਲਾਉਣੀ ਤਾਂ ਦੂਰ ਰਹੇਗੀ, ਮੇਰੀ ਤਾਂ ਮੰਨਦਾ ਵੀ ਨਹੀਂ ਕੋਈ। ਪਤਾ ਨਹੀਂ ਕਿਹੋ ਜਿਹੀ ਕਿਸਮਤ ਆ। ਤੇ ਜਦੋਂ ਇੱਥੋਂ ਤੱਕ ਦਿਲ ਨੂੰ ਪਤਾ ਹੋਵੇ ਫਿਰ ਹੰਕਾਰ ਆਊਗਾ, ਕੀ ਲੈਣਾ ਆਊਗਾ ਵੀ, ਕਾਹਦਾ ਕਰਕੇ ਹੰਕਾਰ। ਇਹ ਗੱਲਾਂ ਸਮਝ ਪੈ ਜਾਂਦੀਆਂ ਜਦੋਂ ਗਿਆਨ ਅੰਜਨ ਗੁਰੂ ਦਿੰਦਾ ਨਾ। ਜਿੱਥੇ ਵੀ ਤੁਸੀਂ ਹੈਗੇ ਹੋ, ਜੋ ਵੀ ਮਾਣ ਸਨਮਾਨ ਆ ਤੁਹਾਡੀ ਮਾਇਆ ਦਾ, ਤੁਹਾਡੇ ਅਹੁਦੇ ਦਾ, ਇਹ ਭਰਮ ਬਿਨਸ ਜਾਂਦਾ ਜਦੋਂ। ਤੁਮਰੀ ਕਿਰਪਾ ਤੇ ਮੋਹ ਮਾਣ ਛੂਟੈ, ਬਿਨਸ ਜਾਏ ਭਰਮਾਈ। ਉਹ ਭਰਮ ਦੂਰ ਹੋਇਆ, ਮੋਹ ਮਾਣ ਵੀ ਟੁੱਟ ਜਾਂਦਾ। ਬੰਦੇ ਨੂੰ ਕਲੀਅਰ ਕੱਟ ਪਤਾ ਲੱਗਦਾ ਕਿ ਮੇਰਾ ਸਿੱਧਮ ਸਿੱਧਾ ਕੋਈ ਮਾਣ ਮੋਹ ਨਹੀਂ ਹੈ। ਤੇ ਫਿਰ ਚੇਤੇ ਆਉਂਦੀ ਆ ਮਾਂ ਕੱਲੀ, ਜਿਹੜਾ ਪਿਆਰ ਪੂਰ ਕਰਦੀ ਹੁੰਦੀ ਹੈ ਨਾ, ਉਹ ਮਾਂ ਨਹੀਂ ਕੀਤਾ ਹੁੰਦਾ, ਬਸ ਮਾਂ ਨਹੀਂ ਹੁੰਦਾ ਜਿਹੜਾ ਅਸਲੀ ਹੁੰਦਾ। ਉਦੋਂ ਬਾਅਦ ਤਾਂ ਬਾਹਲੇ ਹੀ ਮੋਤੀ ਪੁੰਨ ਕੀਤੇ ਹੋਣ। ਕੋਈ ਟੱਕਰ ਜੇ ਤੁਹਾਨੂੰ ਇੱਕ ਅੱਧਾ ਤੁਹਾਨੂੰ ਕਰਨ ਵਾਲਾ, ਤੁਹਾਡੀ ਜਾਇਦਾਦ ਨੂੰ ਨਾ ਕਰਦਾ ਹੋਵੇ, ਤੁਹਾਡੇ ਅਹੁਦੇ ਨੂੰ ਨਾ ਕਰਦਾ ਹੋਵੇ, ਤੁਹਾਡੀ ਲਗਜ਼ਰੀ ਨੂੰ ਨਾ ਕਰਦਾ ਹੋਵੇ, ਸਿਰਫ ਤੁਹਾਨੂੰ ਕਰਦਾ ਹੋਵੇ, ਉਹ ਕੋਈ ਇੱਕ ਅੱਧੀ ਘਟਨਾ ਘਟਦੀ ਆ, ਉਹ ਵੀ ਬਾਹਲੇ ਪੁੰਨ ਕੀਤੇ ਹੁੰਦੇ ਆ। ਨਹੀਂ, ਐਡੇ ਵੱਡੇ ਸੰਸਾਰ 'ਚ ਬੰਦਾ ਇਕੱਲਾ ਹੀ ਆ। ਕੌੜੀ ਸੱਚਾਈ ਆ ਇਹ, ਕੌੜੀ। ਤੁਮਰੀ ਕਿਰਪਾ ਤੇ ਮੋਹ ਮਾਣ ਛੂਟਾ, ਬਿਨ ਸਜਾਏ ਭਰਮਾਈ। ਉਹਦੀ ਕਿਰਪਾ ਨਾਲ ਇਹ ਸਾਰੇ ਭਰਮ ਚੱਕੇ ਜਾਂਦੇ ਆ, ਅਸਲੀਅਤ ਸਾਹਮਣੇ ਆ ਜਾਂਦੀ ਹੈ ਕਿ ਅਸਲ ਦੇ ਵਿੱਚ ਇਹ ਵਰਤਾਰਾ ਹੈ ਕੀ। ਆਨੰਦ ਰੂਪ ਰਵੇ ਉਹ ਸਭ ਮਦੇ, ਜਤ ਕਤ ਪੇਖੋਂ ਜਾਈ। ਤੇ ਫਿਰ ਤੇਰੀ ਕਿਰਪਾ ਕੀ ਹੁੰਦੀ ਆ? ਇਹ ਤਾਂ ਸੁੱਟਦੀ ਆ ਗੱਲ ਕਿ ਮੇਰਾ ਨਹੀਂ ਹੈ ਕੁਛ। ਦੂਜਾ ਰੂਪ ਸਾਹਮਣੇ ਆਉਂਦਾ, ਆਨੰਦ ਰੂਪ ਰਵੇ ਉਹ ਸਭ ਮਦੇ। ਤੇਰਾ ਆਨੰਦ ਸਰੂਪ ਫਿਰ ਹਰ ਥਾਂ ਦਿਸਣਾ ਸ਼ੁਰੂ ਹੋ ਜਾਂਦਾ ਕਿ ਮਾਲਕਾ ਤੂੰ ਹੀ ਆ। ਜਤ ਕਤ ਪੇਖੋਂ ਜਾਈ। ਨਿਗਾਹ ਗਿਆਨ ਅੰਜਨ ਸਤਿਗੁਰੂ ਪਾ ਦਿੰਦਾ, ਦ੍ਰਿਸ਼ਟੀ ਐਸੀ ਬਣ ਜਾਂਦੀ ਹੈ, ਉਹ ਤੋਂ ਬਿਨਾਂ ਦਿਸਦਾ ਹੀ ਕੋਈ ਨਹੀਂ। ਦਿਸਦਾ ਕੀ ਨਹੀਂ, ਉਹ ਤੋਂ ਬਿਨਾਂ ਹੈ ਹੀ ਕੋਈ ਨਹੀਂ। ਹੁਣ ਅਸੀਂ ਤਾਂ ਬਾਣੀ ਨਹੀਂ ਪੂਰੀ ਪੜ੍ਹਦੇ, ਪਾਤਸ਼ਾਹ ਦੀ ਕਾਲ ਉਸਤਤ ਪੜ੍ਹੋ। ਤਾਂ ਹੀ ਤਾਂ ਕੱਲੀ ਕੱਲੀ ਗੱਲ ਨੂੰ ਨਮਸਕਾਰ ਕੀਤੀ ਹੈ, ਕੱਲੀ 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 ਕੱਲੀ, ਕਿ ਹਰ ਥਾਂ ਹੀ ਤੂੰ ਆ। ਜਿਨ੍ਹਾਂ ਨੂੰ ਲੋਕ ਨਫ਼ਰਤਾਂ ਕਰਦੇ ਆ ਵੀ ਇਹ ਕਾਮੀ ਲੋਕ ਆ, ਭੋਗੀ ਲੋਕ ਆ, ਗਲਤ ਲੋਕ ਆ ਜੀ, ਤਾਂ ਕਰੈਕਟਰਲੈਸ ਆ। ਮਹਾਰਾਜ ਕਹਿੰਦੇ ਉਹ ਵੀ ਤੂੰ ਹੀ ਆ। ਰੋਗੀ ਅੰਦਰ ਰੋਗੀ ਆ ਤੂੰ, ਭੋਗੀ ਅੰਦਰ ਭੋਗੀ ਆ, ਜੋਗੀ ਅੰਦਰ ਜੋਗੀ ਆ। ਜੋਗੀ ਵੀ ਤੂੰ ਆ ਜਿਹੜਾ ਬਾਹਲਾ ਹੀ ਸਾਂਭੀ ਬੈਠਾ ਆਪਣੇ ਆਪ ਨੂੰ, ਭੋਗੀ ਵੀ ਤੂੰ ਹੀ ਆ ਜਿਹੜਾ ਭੋਗਦਾ ਫਿਰਦਾ। ਤਾਂ ਇੱਥੋਂ ਬਿਨਾਂ ਹੈ ਹੀ ਕੋਈ ਨਹੀਂ। ਫਿਰ ਇਹ ਦ੍ਰਿਸ਼ਟੀ ਗੁਰੂ ਬਖਸ਼ਿਸ਼ ਕਰਦਾ ਅਤੇ ਦ੍ਰਿਸ਼ਟ ਕੋਈ ਆਨੰਦ ਦਿੰਦੀ ਹੈ। ਆਨੰਦ ਰੂਪ ਰਵੇ ਉਹ ਸਭ ਮਦੇ, ਜਤ ਕਤ ਪੇਖੋਂ ਜਾਈ। ਜਿੱਥੇ ਵੀ ਜਾਵਾਂ, ਜਿੱਧਰ ਵੀ ਵੇਖਾਂ, ਹੇ ਆਨੰਦ ਸਰੂਪ ਪਰਮ ਪਿਤਾ ਪਰਮਾਤਮਾ, ਤੂੰ ਹੀ ਵਸਦਾ ਦਿਸਦਾ, ਤੂੰ ਹੀ ਤੂੰ, ਤੂੰ ਹੀ ਤੂੰ ਉੱਥੇ ਜਾ ਕੇ ਨਿਕਲਦਾ। ਵਾਹ ਕਿਆ ਬਾਤ ਹੈ, ਵਾਹ ਗੁਰੂ, ਗੁਰੂ ਤੂੰ ਧੰਨ ਆ, ਵਾਹ। ਤੁਮ ਦਇਆਲ ਕਿਰਪਾਲ ਕਿਰਪਾਨਿਧ, ਪਤਿਤ ਪਾਵਨ ਗੋਸਾਈ। ਫਿਰ ਉਹਦੇ ਸਰੂਪ ਦਾ ਪਤਾ ਲੱਗਦਾ ਕਿ ਤੂੰ ਬੜਾ ਹੀ ਦਿਆਲੂ ਹੈ। ਤੂੰ ਤਾਂ ਹਰ ਵੇਲੇ ਦਇਆ ਕਰ ਰਿਹਾ ਹੈ। ਬਿਨ ਮੰਗੇ ਹੀ ਕਿੰਨਾ ਕੁਛ ਦਿੱਤਾ, ਹਰਮੰਦਰ ਦਿੱਤਾ, ਸਰੀਰ ਪਵਨ ਗੁਰੂ ਦਿੱਤਾ, ਪ੍ਰਾਣ ਸ਼ਕਤੀ ਦਿੱਤੀ ਜਿਹਦੇ ਨਾਲ ਜਿਉ ਰਹੇ ਆ। ਕੋਈ ਮੁੱਲ ਹੀ ਨਹੀਂ ਹੈ ਸਰੀਰ ਦਾ। ਤਾਂ ਤੁਮ ਦਇਆਲ ਕਿਰਪਾਲ, ਕਿਰਪਾ ਕੀਤੀ ਹੋਈ ਹੈ ਤੂੰ। ਕਿਰਪਾ ਨਿਧ, ਕਿਰਪਾ ਦਾ ਖਜ਼ਾਨਾ ਤੂੰ। ਪਤਿਤ ਪਾਵਨ ਗੁਸਾਈ, ਜਿਨ੍ਹਾਂ ਨੂੰ ਲੋਕ ਨਫ਼ਰਤਾਂ ਕਰਦੇ ਆ ਕਿ ਇਹ ਬੰਦਾ ਕਿਸੇ ਕੰਮ ਦਾ ਹੀ ਨਹੀਂ, ਇਹਦੀ ਕਿਤੇ ਅਰਦਾਸ ਨਹੀਂ ਹੋ ਸਕਦੀ, ਇਹ ਪਤਿਤ ਹੈ। ਬਾਹਰ ਕੇ ਬੋਰਡ ਲਿਖ ਕੇ ਲਾਏ ਪਏ ਹੁੰਦੇ ਆ ਗੁਰਦੁਆਰਿਆਂ ਦੇ ਵਿੱਚ, ਕਿਤੇ ਜਾਇਓ ਕਿ ਇੱਥੇ ਪਤਿਤ ਬੰਦੇ ਦੀ ਅਰਦਾਸ ਨਹੀਂ ਹੋ ਸਕਦੀ। ਕੋਈ ਗੱਲ ਨਹੀਂ ਜੇ ਨਹੀਂ ਹੋ ਸਕਦੀ। ਜਿਹੜਾ ਉਹ ਮਾਲਕ ਹੈ, ਉਹ ਗੁਸਾਈ ਹੈ, ਜਿਹੜਾ ਉਹ ਪਤਿੱਤਾਂ ਨੂੰ ਵੀ ਪਾਵਨ ਕਰਨ ਦੀ ਸਮਰੱਥਾ ਤੇ ਕਰਦਾ। ਤੁਮ ਦਇਆਲ ਕਿਰਪਾਲ ਕਿਰਪਾਨਿਧ, ਪਤਿਤ ਪਾਵਨ ਗੋਸਾਈ। ਤੁਸੀਂ ਕਿੰਨੇ ਵੀ ਪਤਿਤ ਹੋ ਜਾਓ, ਤੁਹਾਨੂੰ ਪਾਵਨ ਕਰ ਦੇਣਾ ਉਹਨੇ। ਕੀ ਨੇ? ਉਹ ਧਰਤੀ ਦੇ ਰਖਵਾਲੇ ਨੇ, ਗੋ ਨੂੰ ਸਾਂਭਣ ਵਾਲੇ ਸਾਈ ਨੇ, ਜਿਹਦੇ ਨਾਲ ਸਾਂਝ ਗੁਰੂ ਨਾਨਕ ਤੁਹਾਡੀ ਸਿੱਧੀ ਪਵਾ ਰਿਹਾ, ਤਾਂ ਕਿ ਕੱਲ੍ਹ ਨੂੰ ਕੋਈ ਤੁਹਾਡੇ ਸੰਨ 'ਚ ਨਾ ਆ ਜੇ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਕਰਤੇ ਪੁਰਖਣਾ ਕਾਲ ਪੁਰਖਣਾ ਸਿੱਧੀ ਸਾਂਝ ਪਵਾਉਂਦਾ। ਜਿੱਥੇ ਵੀ ਬੈਠੇ ਹੋ ਤੁਸੀਂ ਤੇ ਤੁਹਾਡਾ ਰੱਬ, ਸਿੱਖਿਆ ਗੁਰੂ ਗ੍ਰੰਥ ਸਾਹਿਬ ਨੇ ਦੇ ਦੇਣੀ ਹੈ। ਬਸ ਸਾਡੀ ਗਲਤੀ ਇਹ ਆ, ਸਾਡੀ ਮਜਬੂਰੀ ਲੈ ਲਓ, ਕੁਛ ਸਮਝ ਲਓ ਕਿ ਅਸੀਂ ਖੁਦ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਨਹੀਂ, ਪਾਠ ਨਹੀਂ ਕਰਦੇ, ਅਧਿਐਨ ਨਹੀਂ ਕਰਦੇ, ਮੰਨਣ ਨਹੀਂ ਕਰਦੇ। ਐਂ ਮੰਨਣ ਕਰਕੇ ਸਾਡੇ ਤੇ ਉਹਦੇ ਸੰਨ 'ਚ ਕੋਈ ਹੈ ਹੀ ਨਹੀਂ।
ਤੁਮ ਦਇਆਲ ਕਿਰਪਾਲ ਕਿਰਪਾਨਿਧ ਪਤਿਤ ਪਾਵਨ ਗੋਸਾਈ। ਫਿਰ ਹੁਣ ਜਿਹੜਾ ਮੇਰੇ ਵਰਗਾ ਸੰਨ 'ਚ ਬੈਠਾ ਵਕੀਲ ਬਣਿਆ ਉਹਨੂੰ ਔਖਾ ਫਿਰ ਇਹ ਗੱਲਾਂ ਕਹਿਣੀਆਂ ਨਹੀਂ। ਫਿਰ ਤਾਂ ਅਗਲਾ ਸਿੱਧਮ ਸਿੱਧਾ ਹੈ ਕਿ ਮੈਨੂੰ ਕੀ ਮਿਲੂਗੀ, ਮੇਰਾ ਤੋਰੀ ਫੁਲਕਾ ਕਿਵੇਂ ਚੱਲੂ। ਪਰ ਜੇ ਉਹਦੇ 'ਤੇ ਛੱਡ ਕੇ ਦੇਖ ਲਈਏ ਨਾ, ਤੋਰੀ ਫੁਲਕੇ ਦਾ ਇੰਤਜ਼ਾਮ ਉਹ ਅੱਡ ਕਰ ਦਿੰਦਾ। ਉਹ ਪਤਿੱਤਾਂ ਨੂੰ ਪਾਲ ਸਕਦਾ ਤਾਂ ਸੇਵਾਦਾਰਾਂ ਨੂੰ ਤਾਂ ਪਾਲਦਾ ਹੀ ਆ। ਛੱਡ ਕੇ ਵੇਖੋ, ਕਰਦਾ ਕਿਰਪਾ। ਬਸ ਜਾਂਦਾ ਕਿਸੇ ਨਾ ਕਿਸੇ ਦੇ ਮਨ 'ਚ ਕਿਆ ਸੇਵਾ ਦਾਲ ਦੀ ਭਾਈ ਸੇਵਾ ਕਰ। ਅੱਗੇ ਸਤਿਗੁਰੂ ਕੀ ਕਹਿੰਦੇ ਨੇ, ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ। ਕਹਿੰਦੇ ਕਰੋੜਾਂ ਕੋਟ ਸੂਖ ਆਨੰਦ ਰਾਜ ਪਾਏ, ਐਸਾ ਆਨੰਦ ਰਾਜ ਭਾਗ ਆਨੰਦ ਦਾ ਮੁਖ ਤੇ ਨਿਮਖ ਬੁਲਾਈ। ਨਿਮਖ ਕੀ ਹੁੰਦਾ? ਅੱਖ ਝਮਕਣ ਜਿੰਨੇ ਟਾਈਮ 'ਚ, ਇੰਨੇ ਚਿਰ ਦੇ ਵਿੱਚ ਵੀ ਤੁਹਾਨੂੰ ਕਰੋੜਾਂ ਆਨੰਦਾਂ ਨਾਲ ਜੋੜ ਦਿੰਦਾ ਉਹ, ਕਿਉਂਕਿ ਉਹਦੇ ਆਪ ਦੇ ਆ, ਕਿਹੜਾ ਕਿਸੇ ਤੋਂ ਪੁੱਛਣਾ, ਤੁਹਾਡੀ ਤਾਰ ਹੀ ਜੋੜਦੀ ਹੈ। ਜਿਵੇਂ ਬਹੁਤ ਪਾਵਰਫੁੱਲ ਬਿਜਲੀ ਦੀ ਮਾੜੀ ਜੀ ਤਾਰ ਹੀ ਜੇ ਤੁਹਾਡੇ ਕਿਤੇ ਲੱਗ ਜੇ ਨਾ, ਕਿਵੇਂ ਝਣਕਾ ਜਾਂਦੀ ਹੈ ਸਰੀਰ ਨੂੰ, ਆਏ ਆਨੰਦ ਦੀਆਂ ਲਹਿਰਾਂ ਉੱਠਦੀਆਂ। ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ। ਇੱਕ ਸਕਿੰਟ ਦੇ ਵਿੱਚ ਹੀ ਜਦੋਂ ਤੁਸੀਂ ਇੱਕ ਮਨ, ਇੱਕ ਚਿੱਤ, ਇੱਕੋ ਸਾਹ, ਕਦੇ ਬਸ ਜੁੜ ਜੇ ਤਾਰ, ਉਸ ਟਾਈਮ ਨੂੰ ਡੀਕਣ ਕਰਕੇ ਦੂਜੇ ਸਾਰੇ ਕਰੇ ਜਾਂਦੇ ਆ ਕੰਮ। ਸਥਿਤੀਆਂ ਪ੍ਰਸਥਿਤੀਆਂ ਪੈਦਾ ਕੀਤੀਆਂ ਜਾਂਦੀਆਂ, ਆਸਣ ਬਣਾਉਣਾ, ਬਹਿਣਾ, ਸੁਗੰਧੀਆਂ ਲਾਉਣੀਆਂ, ਜਲ ਕੋਲੇ ਰੱਖਣਾ, ਜੋਤਾਂ ਲਾਉਣੀਆਂ, ਇਹ ਸਿਸਟਮ ਸਾਰੇ ਉਹਦਾ ਤੱਤਾਂ ਨੂੰ ਪੂਰੇ ਕਰਨ ਵਾਸਤੇ ਹੈ। ਜੋਤ ਅਗਨੀ ਤੱਤ ਪੂਰਾ ਰਹੇ, ਆਕਸੀਜਨ ਉੱਥੇ ਸਹੀ ਰਹੇ, ਪਤਾ ਚੱਲੇ, ਪਾਣੀ ਨਾਲ ਜਲ ਤੱਤਵ ਪੂਰਾ ਰਹੇ, ਧਰਤੀ 'ਤੇ ਬਹਿੰਦੇ ਆ ਧਰਤੀ ਤੱਤਵ ਪੂਰਾ ਰਹੇ, ਗੁਰੂ ਦਾ ਪਵਨ ਤੱਤ ਪੂਰਾ ਰਹੇ। ਇਹ ਪੰਜੇ ਤੱਤਾਂ ਦਾ ਸਰੀਰ ਆ, ਪੰਜੇ ਤੱਤਾਂ ਨੂੰ ਪ੍ਰੋਟੈਕਸ਼ਨ ਦੇਣੀ ਪੈਂਦੀ ਹੈ। ਜਦੋਂ ਇਹ ਰਾਹ ਤੁਰਦੇ ਆ, ਸਾਧੂਆਂ ਕੋਲ ਇਹੀ ਚੀਜ਼ਾਂ ਸਿੱਖਣ ਸਿਖਾਉਣ ਨੂੰ ਹੁੰਦੀਆਂ। ਹੁਣ ਤਾਂ ਕਾਟਾ ਹੀ ਮਾਰਤਾ ਬਾਹਲਾ ਵੱਡਾ, ਹੁੰਦੇ ਹੀ ਨਹੀਂ, ਬਸ ਸਰਦਾ ਇਹ ਗੱਲ ਕਹਿਣ ਨਾਲ। ਚੜ੍ਹਦੀ ਕਲਾ ਹੋਈ ਪਈ ਆ। ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ। ਮਹਾਰਾਜ ਕਹਿੰਦੇ ਇੱਕ ਸਕਿੰਟ ਦਾ ਵੀ ਸਮਾਂ ਇਸੇ ਨੂੰ ਹੀ ਬਣਦਾ। ਜਦੋਂ ਮੈਂ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਮੂੰਹੋਂ ਤੇਰਾ ਨਾਮ ਉਚਾਰਦਾ ਨਾ, ਇਉਂ ਜਾਪਦਾ ਹੈ ਕਿ ਮੈਂ ਰਾਜ ਭਾਗ ਦੇ ਕਰੋੜਾਂ ਸੁੱਖ ਆਨੰਦ ਮਾਣ ਲਏ। ਸਤਿਗੁਰੂ ਤਾਂ ਇਹ ਕਹੀ ਜਾਂਦੇ ਆ, ਅਤੇ ਅਸੀਂ ਤਾਂ ਬੜੇ ਵਾਰੀ ਕਹਿੰਦੇ ਆ, ਸਾਨੂੰ ਫਿਰ ਆਨੰਦ ਕਿਉਂ ਨਹੀਂ ਆਉਂਦਾ? ਇਹਦਾ ਮਤਲਬ ਅਸੀਂ ਉਸ ਤਰ੍ਹਾਂ ਨਹੀਂ ਕਹਿ ਰਹੇ, ਉਸ ਤਰ੍ਹਾਂ ਨਹੀਂ ਜੁੜ ਰਹੇ ਜਿਵੇਂ ਸਤਿਗੁਰੂ ਕਹਿ ਰਹੇ ਆ। ਕਿਉਂਕਿ ਸਤਿਗੁਰੂ ਉੱਤੇ ਪਹਿਲਾਂ ਕਲੀਨ ਕਰਦੇ ਤੁਰੇ ਆਉਂਦੇ ਆ ਸਾਨੂੰ, ਉਹ ਸਾਰੇ ਸ਼ਬਦ ਨੂੰ ਸਮਝਣਾ ਪੈਣਾ, ਫਿਰ ਇਹ ਅਵਸਥਾ ਬਣਨੀ ਹੈ। ਜੁੜੇ ਰਹੋ, ਹੌਲੀ ਹੌਲੀ ਆਪਾਂ ਨੂੰ ਸਭ ਪਤਾ ਲੱਗ ਜਾਣਾ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ। ਕਹਿੰਦੇ ਉਹੀ ਜਾਪ, ਉਹੀ ਤਪ, ਉਹੀ ਭਗਤੀ ਪੂਰੀ ਆ, ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ। ਜੋ ਉਹਦੀ ਸੱਤਾ ਨੂੰ, ਜੋ ਪਰਮ ਸੱਤਾ ਦੇ ਬਹਿ ਰਹੇ ਨਿਯਮ ਹੈ, ਉੱਦਾਂ ਦੇ ਉਹ ਨਿਯਮ ਨੂੰ ਭਾ ਜਾਵੇ। ਜਿਵੇਂ ਮਿਹਨਤ ਤਾਂ ਆਪਾਂ ਸਾਰੇ ਹੀ ਕਰਦੇ ਆ ਨਾ, ਅਤੇ ਜਦੋਂ ਸਾਡੀ ਉਹ ਕੀਤੀ ਮਿਹਨਤ ਅਨੁਸਾਰ ਸਾਨੂੰ ਉਹ ਟਿੱਕ ਮਾਰ ਸਹੀ ਲੱਗ ਜਾਂਦੀ ਹੈ, ਮੰਨ ਲਓ ਅਸੀਂ ਪਾਸ ਹੀ ਹੋ ਜਾਈਏ, ਰਿਜ਼ਲਟ ਸਹੀ ਆ ਜੇ, ਅਸੀਂ ਕਹਿੰਦੇ ਭਾਈ ਮਿਹਨਤਾਂ ਕੀਤੀਆਂ ਸਫਲੀਆਂ ਹੋ ਗਈਆਂ। ਇਵੇਂ ਜਿਵੇਂ ਇਕੱਲੇ ਜਾਪ ਕਰਿਆ ਨਹੀਂ ਕੁਛ ਮਿਲਦਾ, ਜਾਂ ਤਪ ਕਰਿਆ, ਭਗਤੀ ਕਰਿਆ, ਭਗਤ ਸਫਲੀ ਵੀ ਹੋਣੀ ਚਾਹੀਦੀ ਹੈ। ਉਹਦੇ ਨਾਲ ਇੱਕ ਮਿਕਤਾ ਵੀ ਹੋਵੇ, ਉਹ ਸਿਰ 'ਤੇ ਹੱਥ ਵੀ ਰੱਖੇ, ਅਤੇ ਸਿਰ 'ਤੇ ਹੱਥ ਰੱਖੇ ਦਾ ਪਤਾ ਫੇਰ ਹੀ ਲੱਗਦਾ ਜੇ ਨਿਯਮ ਨਾਲ। ਪਹਿਲੀ ਕਲਾਸ ਹੀ ਇਹ ਆ ਕਿ ਜਿਹੜੇ ਇਹ ਕਾਰਜ ਕਰਦੇ ਆ, ਜੁੜੇ ਹੋਏ ਸਾਧੂ ਆ, ਉਹਨਾਂ ਦੀ ਸੰਗਤ 'ਚ ਜਾਣਾ, ਪਾਣੀ ਢੋਣਾ, ਪੱਖਾ ਫੇਰਨਾ, ਪੀਣੇ ਪੀਸਣੇ, ਸੇਵਾਵਾਂ ਕਰਨੀਆਂ, ਇੱਥੋਂ ਸ਼ੁਰੂ ਹੋਣੀ ਹੈ ਜ਼ਿੰਦਗੀ। ਉਹ ਅਸੀਂ ਕਰਕੇ ਰਾਜੀ ਨਹੀਂ। ਨੀਵਾਂ ਹੋਣਾ ਬੜਾ ਔਖਾ ਯਾਰ, ਕਿਵੇਂ ਝੁਕੇ ਕੋਈ? ਸਾਨੂੰ ਉਹ ਗੱਲ ਜ਼ਰੂਰ ਪਸੰਦ ਆਉਂਦੀ ਹੈ ਵੀ ਕਿਸੇ ਅੱਗੇ ਨਹੀਂ ਝੁਕਣਾ। ਹਾਂ ਵੀ ਨਹੀਂ ਝੁਕਦੇ, ਠੀਕ ਹੈ, ਚੜ੍ਹਦੀ ਕਲਾ। ਫਿਰ ਜਾਣੀ ਗੁਰਬਾਣੀ ਦੇ ਵਿੱਚ ਜੋ ਦਿੱਤਾ ਨਾ, ਆਹ ਅਵਸਥਾ ਪਾਉਣ ਵਾਸਤੇ ਸ਼ੁਰੂਆਤ ਊੜੇ ਆੜੇ ਤੋਂ ਕਰਨੀ ਪੈਣੀ ਹੈ। ਜੋ ਸਤਿਗੁਰਾਂ ਨੇ ਦੱਸਿਆ, ਇਹ ਗੁਰੂ ਸਾਹਿਬ ਦੱਸ ਰਹੇ, ਆਪਾਂ ਨਹੀਂ ਲਿਖ ਕੇ ਦਿੱਤਾ ਵਾ। ਜੇ ਲਿਖੇ 'ਤੇ ਵੀ ਯਕੀਨ ਨਹੀਂ ਆਉਂਦਾ, ਦੱਸੇ 'ਤੇ ਵੀ ਯਕੀਨ ਨਹੀਂ ਆਉਂਦਾ, ਫਿਰ ਤਾਂ ਰੱਬ ਹੀ ਰਾਖਾ।
ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ। ਉਹੀ ਕੀਤੀ ਕਿਰਿਆ ਸਾਰੀ ਪੂਰੀ ਹੈ ਜਿਹੜੀ ਉਹਦੇ ਨਿਯਮਾਂ ਅਨੁਸਾਰ ਸਹੀ ਉਹਨੂੰ ਭਾ ਜਾਂਦੀ ਹੈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਨਾਮ ਨੂੰ ਜਦੋਂ ਜਪਾਂਗੇ ਨਾ, ਉਹਦੇ ਨਾਲ ਇੱਕ ਮਿਕਤਾ ਬਣੂਗੀ। ਜਾਪ ਹੀ ਸਿਮਰਨ ਬਣਨਾ ਹੈ, ਧਿਆਨ ਬਣਨਾ ਹੈ, ਅਤੇ ਉਹਦੇ ਨਾਲ ਇੱਕ ਮਿਕਤਾ ਬਣਨੀ ਹੈ। ਉਹ ਬਣਦੀ ਜਾਣੀ ਹੈ, ਅਤੇ ਤ੍ਰਿਸ਼ਨਾ ਸਾਰੇ ਤਰ੍ਹਾਂ ਦੀ ਤ੍ਰਿਸ਼ਨਾ, ਕਿਉਂਕਿ ਸਮਝ ਆਉਂਦੀ ਜਾਣੀ ਹੈ ਯਾਰ ਮੈਂ ਉਹਦੇ ਵੱਲ ਚੱਲ ਪਿਆ ਜਿਹੜਾ ਮਾਲਕ ਆ। ਪਹਿਲਾਂ ਅਸੀਂ ਚੀਜ਼ਾਂ ਕੰਨੀ ਭੱਜਦੇ ਸੀ ਕਿ ਆਹ ਚੀਜ਼ ਮੈਨੂੰ ਮਿਲ ਜੇ, ਇਹਦੀ ਖਾਤਰ ਕੀ ਕਰਨਾ ਪੈਣਾ, ਫਲਾਣੀਆਂ ਗੱਲਾਂ ਕਰਦੇ, ਇਹਦੀ ਖਾਤਰ ਫਲਾਣੀਆਂ। ਜਦੋਂ ਸਾਨੂੰ ਸੋਝੀ ਦਿੱਤੀ ਸਾਧੂ ਨੇ ਕਿ ਸਾਰੇ ਕਾਸੇ ਦਾ ਮਾਲਕ ਹੀ ਉਹ ਮਾਹੀ ਆਪ ਹੈ, ਸਾਈਂ ਕਰਤਾ ਪੁਰਖ, ਫਿਰ ਅਸੀਂ ਉਹਨੂੰ ਸਿੱਧੇ ਹੋਲੇ ਤਾਂ ਨਾਮ ਜਪਤ ਤ੍ਰਿਸ਼ਨਾ ਸਭ ਬੁਝੀਏ। ਹਰ ਤਰ੍ਹਾਂ ਦੀ ਤ੍ਰਿਸ਼ਨਾ ਬੁਝ ਗਈ। ਪਤਾ ਲੱਗ ਗਿਆ ਕਿ ਮੇਰੇ ਮਾਲਕ ਨੇ ਦੇਣਾ, ਜੋ ਵੀ ਦੇਣਾ ਨਿਜਮਾ ਤਹਿਤ ਹੈ। ਮੈਂ ਜੋ ਕੀਤਾ ਸੀ ਮੈਨੂੰ ਮਿਲ ਚੁੱਕਿਆ ਪਹਿਲਾਂ, ਜੋ ਮੈਂ ਕਰ ਰਿਹਾ ਮੈਨੂੰ ਅੱਗੇ ਹੋ ਜਾਣਾ, ਮਿਲ ਜਾਣਾ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਪੂਰਨ ਤੌਰ 'ਤੇ ਰੱਜ ਜਾਈਦਾ, ਤ੍ਰਿਪਤੀ ਆ ਜਾਂਦੀ ਹੈ। ਉਹਦੇ ਨਾਲ ਇੱਕ ਮਿਕਤਾ ਦਾ ਅਹਿਸਾਸ ਹੀ ਐਸਾ ਕਿ ਬੇੜਾ ਬੰਨੇ ਲੱਗ ਜਾਂਦਾ। ਇੱਕ ਵਾਰੀ ਬੇੜਾ ਬੰਨੇ ਲੱਗ ਗਿਆ, ਤੁਹਾਨੂੰ ਅਹਿਸਾਸ ਹੋ ਗਿਆ ਕਿ ਮੇਰੇ ਮਾਲਕ ਨਾਲ ਇੱਕ ਮਿਕਤਾ ਹੋ ਗਈ ਆ, ਤਾਂ ਹੋਰ ਗੱਲ ਫਿਰ ਪਿੱਛੇ ਰਹਿੰਦੀ ਕੋਈ ਨਹੀਂ। ਇਹ ਜੀਵਨ ਫਿਰ ਉਵੇਂ ਲੰਘਦਾ। ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਮਹਾਰਾਜ ਕਹਿੰਦੇ ਸਭ ਕੁਛ ਦੜਾਂਗੇ ਲਾਉਂਦਿਆਂ, ਹੱਸਦਿਆਂ ਖੇਡਦਿਆਂ, ਖਾਂਦਿਆਂ ਪੀਂਦਿਆਂ, ਵਿੱਚੇ ਹੀ ਮੁਕਤੀ, ਕਿਉਂਕਿ ਸਾਨੂੰ ਨਾਨਕ ਮਿਲ ਗਿਆ। ਅਤੇ ਗੁਰੂ ਨਾਨਕ ਨੇ ਰਾਹ ਇੰਨਾ ਸੋਹਣਾ, ਰਾਹ ਨਹੀਂ ਕਹਿ ਸਕਦੇ, ਜਰਨੈਲੀ ਸੜਕ ਹੀ ਬਣਾਤੀ। ਜਿਹਨੇ ਸੜਕ 'ਤੇ ਜਾਣਾ ਸੜਕ 'ਤੇ ਜਾਓ, ਅਤੇ ਜਿਨ੍ਹਾਂ ਕੋਲੇ ਹੋਰ ਟਾਈਮ ਹੈਗਾ ਫਿਰ ਮਹਾਰਾਜ ਕਹਿੰਦੇ ਆ ਜਾਓ। ਨਾਨਕ ਨਾਮ, ਉਹ ਜਿਹੜਾ ਉਹਦਾ ਨਾਮ ਹੈ, ਓਂਕਾਰ ਦੀ ਧੁਨ ਹੈ ਜਿਹੜੀ ਸਰਬ ਵਿਆਪਕ ਆਦਿ ਤੋਂ ਸੱਚ ਹੈ, ਜਿਹੜੀ ਸ਼ਬਦ ਗੁਰੂ ਦੇ ਰੂਪ 'ਚ ਚੱਲ ਰਹੀ ਹੈ ਸੰਸਾਰ 'ਚ। ਨਾਨਕ ਨਾਮ ਜਹਾਜ਼ ਹੈ, ਉਹਦਾ ਫਿਰ ਜਹਾਜ਼ ਹੀ ਹੈ। ਚੜ੍ਹੇ ਸੋ ਉਤਰੇ ਪਾਰ। ਮਹਾਰਾਜ ਕਹਿੰਦੇ ਫਿਰ ਚੜ੍ਹੋ ਆ ਜਾਓ। ਉਹਦੇ 'ਤੇ ਚੜ੍ਹਨ ਲਈ ਅੱਡ ਮਰਜ਼ਾਦਾ ਆਪਾਂ ਨੂੰ ਪਤਾ ਹੀ ਹੈ। ਬੱਸ 'ਚ ਤਾਂ ਭੱਜੇ ਜਾਂਦੇ ਵੀ ਲੌਂਕ ਜਾਂਦੇ ਸੜਕ 'ਤੇ ਤਾਂ, ਪਰ ਜੇ ਜਹਾਜ਼ ਚੜ੍ਹਨਾ ਕਿੰਨੀਆਂ ਗੱਲਾਂ ਬੀਤੀ ਲੰਘਣਾ ਪੈਂਦਾ। ਪਾਸਪੋਰਟ ਬਣਾਉਣਾ ਪੈਂਦਾ, ਪਹਿਲਾਂ ਆਧਾਰ ਕਾਰਡ ਤੋਂ ਸ਼ੁਰੂ ਹੁੰਦੀ ਹੈ ਗੱਲ, ਹੈ ਨਾ, ਰਾਸ਼ਨ ਕਾਰਡ ਤੋਂ, ਆਧਾਰ ਕਾਰਡ ਤੋਂ, ਪੈਨ ਕਾਰਡ, ਫਿਰ ਪਾਸਪੋਰਟ, ਫਿਰ ਸਾਰਾ ਕੁਛ ਕਰਦੇ ਕਰਾਉਂਦੇ ਆਗਿਆ ਲੈਣੀ ਪੈਂਦੀ ਆ। ਫਿਰ ਆਗਿਆ ਲੈ ਕੇ ਫਿਰ ਉੱਥੇ ਜਾਣਾ ਪੈਂਦਾ। ਫਿਰ ਉੱਥੇ ਜਾ ਕੇ ਉਹਨਾਂ ਦੀ ਮਰਜ਼ਾਦਾ ਅਨੁਸਾਰ ਹੀ ਉਹਨਾਂ ਸਮਾਵਾਂ ਵਿੱਚ ਦੀ ਲੰਘਣਾ ਪੈਂਦਾ। ਮਰਜ਼ੀ ਨਹੀਂ ਕਰ ਸਕਦੇ, ਮਰਜ਼ੀ ਉਹਨਾਂ ਦੀ ਹੈ ਜਿਨ੍ਹਾਂ ਦਾ ਸਥਾਨ ਹੈ। ਉਹਨਾਂ ਨੇ ਲਗਾਉਣਾ ਤੁਹਾਨੂੰ, ਜਿੱਥੋਂ ਦੀ ਲਗਾਉਣਾ ਉਹਨਾਂ ਨੇ ਦੱਸਣਾ। ਫਿਰ ਤੁਸੀਂ ਜਾ ਕੇ ਸੀਟ 'ਤੇ ਬਹਿੰਦੇ ਹੋ। ਫਿਰ ਕਿਤੇ ਜ਼ਿੰਦਗੀ 'ਚ ਅਨੁਭਵ ਹੁੰਦਾ ਕਿ ਕਿਵੇਂ ਇੱਕ ਲੋਹੇ ਦੀ ਮਸ਼ੀਨ ਬਣੀ ਹੋਈ ਯਾਰ ਖੰਡਾਂ ਬ੍ਰਹਮੰਡਾਂ ਨੂੰ ਚੀਰਦੀ ਜਾਂਦੀ ਹੈ। ਪਹਿਲੀ ਅਨੁਭਵ ਹੁੰਦਾ। ਆਪਾਂ ਤਾਂ ਬੱਚੇ ਦੇ ਰੂਪ 'ਚ ਜਿਹਨੂੰ ਨਿੱਕੇ ਨਿੱਕੇ ਖੇਡਦੇ ਇੱਥੇ ਰੱਬ ਕਹਿੰਦੇ ਹੁੰਦੇ ਆ ਬੱਦਲਾਂ ਨੂੰ, ਪਹਿਲੀ ਵਾਰ ਪਤਾ ਲੱਗਦਾ ਵੀ ਉਹ ਰੱਬ ਤਾਂ ਥੱਲੇ ਰਹਿ ਗਿਆ। ਉਹਦੇ 'ਤੇ ਧੁੱਪ ਪਈ ਜਾਂਦੀ ਹੈ, ਅਤੇ ਉਹਦਾ ਜਿਹੜਾ ਉਹ ਦ੍ਰਿਸ਼ ਪਹਿਲੀ ਵਾਰ ਦਿਖਦਾ ਜਦੋਂ, ਉਦੋਂ ਜਿਹੜਾ ਅਨੁਭਵ ਹੁੰਦਾ ਅਤੇ ਜਿਹੜਾ ਚਾਉ ਪੈਦਾ ਹੁੰਦਾ ਉਹ ਅਲੌਕਿਕ ਹੁੰਦਾ ਬੰਦੇ ਦਾ। ਉਦੋਂ ਬਾਅਦ ਤਾਂ ਫਿਰ ਮੱਚ ਜਾ ਮਰ ਜਾਂਦਾ। ਫਿਰ ਤਾਂ ਬਸ ਬੰਦਾ ਸੌਣ ਦੀ ਕੋਸ਼ਿਸ਼ ਕਰਦਾ ਉੱਥੇ ਬਹਿ ਕੇ ਵੀ, ਜਿਹੜਾ ਬਾਹਲੇ ਵਾਰੀ ਚੜ੍ਹ ਜਾਂਦਾ। ਜਾਣੀ ਸਤਿਗੁਰੂ ਕਿਰਪਾ ਕਰਦੇ ਆ, ਬੜੀ ਰਹਿਮਤ ਆ ਗੁਰੂ ਨਾਨਕ ਦੇ ਘਰ ਦੇ ਵਿੱਚ, ਸਾਰੇ ਰਾਹ ਖੁੱਲ੍ਹੇ ਆ। ਇੱਕ ਵਾਰੀ ਆ ਜਾਓ, ਪਰਨ ਕਰ ਲਓ, ਗੁਰੂ ਨੂੰ ਮੇਰਾ ਕਹਿ ਲਓ। ਫਿਰ ਹਜ਼ਾਰਾਂ ਸਾਲਾਂ ਦਾ ਟਾਈਮ ਹੈ, ਕਿਹੜਾ ਮੁੱਕਣਾ ਹੈ, ਨਾ ਮੁੱਕਦਾ। ਅੱਜ ਹੋਰ ਸਵੇਰ ਹੋਰ, ਕਦੇ ਨਾ ਕਦੇ ਤਾਂ ਬੰਨੇ ਲੱਗ ਜਾਂਗੇ। ਰਜਿਸਟ੍ਰੇਸ਼ਨ ਤਾਂ ਕਰਾ ਲਈਏ ਵੀ ਹਾਂ ਬਾਬਾ ਨਾਨਕ ਤੇਰੇ ਆ, ਫੜੀ ਰੱਖੀ ਬਾਂਹ। ਜਿਹੜੀਆਂ ਵਾਲੀਆਂ ਗੱਲਾਂ ਬਣਾਈਆਂ ਹੁੰਦੀਆਂ ਇਹ ਤਾਂ ਹਰ ਬੰਦੇ ਨੇ ਆਪਣੀ ਲੋੜ ਲਈ ਸਥਿਤੀ ਪ੍ਰਸਥਿਤੀ ਅਨੁਸਾਰ ਬਣਾਈਆਂ ਹੁੰਦੀਆਂ। ਗੁਰੂ ਨਾਨਕ ਦਾ ਘਰ ਤਾਂ ਖੁੱਲ੍ਹਾ ਡੁੱਲਾ। ਤੁਸੀਂ ਆਓ ਸਹੀ, ਗੁਰੂ ਨਾਨਕ ਨਾਲ ਸਿੱਧਮ ਸਿੱਧਾ ਕਰੋ। ਕਰਤਾ ਪੁਰਖ ਸਭ ਦਾ ਹੀ ਓਨਾ, ਜਿਹੜਾ ਆ ਗਿਆ ਉਹਦਾ ਵੀ ਓਨਾ, ਜਿਹੜਾ ਪਹਿਲਾਂ ਆਇਆ ਫਿਰਦਾ ਉਹਦਾ ਵੀ ਓਨਾ।
ਸਾਰਿਆਂ ਲਈ ਇੱਕ ਮਿਕਤਾ ਹੀ ਆ। ਸਾਰੇ ਭਰਮ ਕੱਟੇ ਜਾਂਦੇ ਆ, ਸਾਰਾ ਕੁਝ ਦੂਰ ਹੋ ਜਾਂਦਾ। ਸਤਿਗੁਰੂ ਰਹਿਮਤ ਕਰ ਦਿੰਦੇ ਆ, ਕਿਰਪਾ ਕਰ ਦਿੰਦੇ ਆ। ਸ਼ੁਰੂਆਤ ਇੱਥੋਂ ਕਰੋ ਕਿ ਬਾਣੀ ਪੜ੍ਹਨੀ ਖੁਦ ਸ਼ੁਰੂ ਕਰ ਦਿਓ। ਬਸ ਉਦੋਂ ਬਾਅਦ ਉਹਨੇ ਆਪੇ ਤੁਹਾਨੂੰ ਅਨੁਭਵ ਕਰਾਉਂਦੇ ਜਾਣਾ, ਅਨੁਭਵ ਕਰਾਉਂਦੇ ਜਾਣਾ। ਅਤੇ ਬਾਣੀ ਪੜ੍ਹਨ ਦੇ ਨਾਲ ਜਿਹੜੀਆਂ ਕੱਟੜਤਾਵਾਂ ਕਿਸੇ ਨੇ ਜੋੜਤੀਆਂ, ਉਹ ਤੁਹਾਡਾ ਖੜਾ ਨਹੀਂ ਛੱਡ ਰਹੀਆਂ ਜੇ ਤੁਹਾਨੂੰ ਸਮਝ ਨਹੀਂ ਆ ਰਹੀ। ਨੋਰਮਲ ਤੌਰ 'ਤੇ ਬਸ ਆਪਣੇ ਪਿਓ ਨਾਲ ਜਿਵੇਂ ਆਪਾਂ ਗੱਲਾਂ ਕਰਦੇ ਹਾਂ, ਦੂਤੇ ਕੀ ਹੋ ਸਕਦਾ, ਆਪਣੇ ਭੈਣ ਭਾਈਆਂ ਨਾਲ ਕਰਦੇ ਆ, ਉਵੇਂ ਬੈਠੋ ਚੌਂਕੜਾ ਲੈ ਕੇ। ਅੱਜ ਕੱਲ੍ਹ ਤਾਂ ਆਪਣੇ ਕੋਲ ਐਪਾਂ ਨੇ, ਕੋਈ ਡਰ ਵੀ ਨਹੀਂ ਕਾਸੇ ਦਾ। ਹੌਲੀ ਹੌਲੀ ਵਿਚਾਰੀ ਜਾਓ। ਜਿੱਥੇ ਅਸੀਂ ਹੋਰ ਇੰਨਾ ਕੁਛ ਪੜ੍ਹਦੇ ਹਾਂ, ਘੰਟਾ ਘੜੀ ਅਸੀਂ ਬਾਪੂ ਦੇ ਬਚਨ ਪੜ੍ਹਦਿਆ ਕਰਕੇ ਵੀ ਮੇਰਾ ਪਿਤਾ ਕੀ ਕਹਿੰਦਾ ਯਾਰ, ਤਾਂ ਕਿ ਜੇ ਪ੍ਰਾਣ ਪੰਖੇਰੂ ਇੱਕ ਟਾਈਮ ਉੱਡ ਵੀ ਜਾਣ ਤਾਂ ਉਹਦੇ ਦਰਜ ਤਾਂ ਹੋਵੇ ਨਾ, ਯਾਰ ਇਹ ਤਾਂ ਹਲੇ ਜਾਣਨਾ ਚਾਹੁੰਦਾ ਸੀ ਵਿਚਾਰਾ, ਇਹ ਤਾਂ ਹਲੇ ਆਉਣ ਹੀ ਲੱਗਿਆ ਸੀ ਇਸ ਪਾਸੇ। ਜਨਮ ਕਿਸੇ ਉਹੋ ਜਿਹੇ ਘਰੇ ਮਿਲ ਜੂ ਜਿਹੜਾ ਜੁੜਿਆ ਹੋਇਆ। ਕੋਂਗਲੂ ਮੋਗਲੂ ਜੇ ਬਣ ਕੇ ਆ ਜਾਵਾਂਗੇ ਫੇਰ ਕਿਤੇ ਬੇੜਾ ਬੰਨੇ ਲੱਗ ਜਾਣਾ। ਸੁਰਤ ਇੱਧਰ ਹੋਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਚੇਤਾ ਹੀ ਤਾਂ ਚੇਤ, ਚੇਤੇ 'ਚ ਗੁਰੂ ਨਾਨਕ ਵਸਦਾ ਹੋਇਆ ਨਾ, ਨਰਕਾਂ ਤੋਂ ਬਚ ਜਾਵਾਂਗੇ, 84 ਲੱਖ ਜੂਨੀ ਤੋਂ ਬਚ ਜਾਵਾਂਗੇ। ਬਸ ਇਹੀ ਗੱਲ ਹੈ ਕਿ ਜਨਮ ਹੋਣਾ ਵਧੀਆ ਘਰੇ ਹੋ ਜਾਣਾ, ਜੁੜੇ ਹੋਇਆਂ ਦੇ ਹੋ ਜਾਣਾ। ਜੇ ਸੁਰਤ ਹੀ ਨਹੀਂ ਇਸ ਪਾਸੇ ਫਿਰ ਤਾਂ ਪਤਾ ਨਹੀਂ ਕਿੱਧਰ ਨੂੰ ਜਾਣਾ। ਫਿਰ ਤਾਂ ਹਨੇਰ ਗਵਾਰ ਆ, ਐਡਾ ਵੱਡਾ ਸੰਸਾਰ ਹੈ, ਪਤਾ ਹੀ ਨਹੀਂ ਲੱਗਣਾ ਕੀ ਗੱਲ ਬਣ ਗਈ ਕੀ ਨਹੀਂ। ਆਓ ਸਾਂਝਾ ਪਾਉਂਦੇ ਰਹੀਏ। ਇਹੀ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ। ਸਤਿਗੁਰੂ ਰਹਿਮਤ ਕਰਨ। ਜੋ ਮਾਈ ਦੇਸਾਂ ਨੇ ਹੁਕਮ ਕੀਤੇ ਨੇ ਉਹਦੇ ਅਨੁਸਾਰ ਆਪਾਂ ਸਾਂਝ ਪਾ ਰਹੇ ਹਾਂ। ਮੈਂ ਫਿਰ ਇਹ ਗੱਲ ਕਹਿ ਦਿਆਂ, ਬੇਸ਼ੱਕ 1 ਮਿੰਟ ਲਈ ਬਹਿ ਜਾ ਕਰੋ, ਕਿਹੜਾ 1 ਮਿੰਟ ਬਹਿਣਾ ਸ਼ੁਰੂ ਕਰੋ। ਗੁਰੂ ਨਾਨਕ ਦਾ ਨਾਮ ਲੈ ਕੇ, ਮੂਲ ਮੰਤਰ ਦਾ ਪਾਠ ਕਰਕੇ, 2-4 ਲੰਬੇ ਸਾਹ ਲੈ ਕੇ ਆਪਦੇ ਆਪ ਨੂੰ ਵਾਰਮ ਅਪ ਕਰਨਾ। ਆਉਂਦੇ ਜਾਂਦੇ ਸਵਾਸ ਨੂੰ ਵੇਖਦਿਆਂ ਹੋਇਆਂ ਮਹਿਸੂਸ ਕਰਨਾ ਕਿ ਮੇਰਾ ਸਿਰ ਗੁਰੂ ਦੀ ਗੋਦ 'ਚ, ਗੁਰੂ ਨਾਨਕ ਸਾਹਿਬ ਮੇਰੇ ਕੋਲ ਬੈਠੇ ਨੇ ਅਤੇ ਮੇਰੀ ਉਹਨਾਂ ਨਾਲ ਇੱਕ ਮਿੱਕਤਾ। ਸਾਹ ਅੰਦਰ ਜਾਂਦਾ ਤਾਂ ਵੀ ਧੰਨ ਗੁਰੂ ਨਾਨਕ, ਸਾਹ ਬਾਹਰ ਆਉਂਦਾ ਤਾਂ ਵੀ ਧੰਨ ਗੁਰੂ ਨਾਨਕ। ਇਸ ਤਰ੍ਹਾਂ ਹਾਜ਼ਰੀ ਲਾਉਣੀ ਸ਼ੁਰੂ ਕਰੋ। ਇਸ ਤੋਂ ਬਾਅਦ ਵਾਲੀਆਂ ਗੱਲਾਂ ਜਿਹੜੀਆਂ ਬਾਣੀ ਪੜ੍ਹਨੀ, ਹੋਰ ਜੋ ਵੀ ਹੈ, ਸਾਧੂ ਸੰਤਾਂ ਦਾ ਨੇੜਤਾ, ਜਾਗੇ ਹੋਇਆਂ ਦੀ ਨੇੜਤਾ, ਫਿਰ ਗੁਰੂ ਨਾਨਕ ਨੇ ਬਖਸ਼ ਦੇਣੀ ਹੈ। ਇੱਕ ਵਾਰੀ ਬੋਲ ਕੇ ਅਤੇ ਦਿਲੋਂ ਚਾਹ ਕੇ ਗੁਰੂ ਨਾਨਕ ਨਾਲ ਪਿਆਰ ਪਾਓ, ਅਤੇ ਪਿਆਰ ਨੇ ਤੁਹਾਨੂੰ ਆਹ ਖਜ਼ਾਨੇ ਬਖਸ਼ ਦੇਣੇ ਹੈ। ਅਤੇ ਇਹ ਖਜ਼ਾਨੇ ਖੁਦ ਆਪਣੇ ਆਪ 'ਚ ਤੁਹਾਨੂੰ ਨਿਰੰਕਾਰ ਦਾ ਰੂਪ ਬਣਾ ਦੇਣਗੇ। ਉਸੇ ਦਾ ਆਪਾਂ ਰੂਪ ਹੈਗੇ ਹੀ ਹਾਂ, ਪਰ ਇੱਥੋਂ ਦੀ ਮਾਇਆ ਅਧੀਨ ਉਲਝੇ ਹੋਏ ਆ, ਅਤੇ ਉਹ ਮਾਇਆ ਦੇ ਛੌੜ ਮਹਾਰਾਜ ਨੇ ਕੱਟ ਦੇਣੇ ਆ। ਦੱਸ ਹੀ ਗਏ ਆ ਸਤਿਗੁਰੂ ਕਿ ਅਸੀਂ ਤਾਂ ਪਤਿੱਤਾਂ ਨੂੰ ਉਤਾਰ ਲੈਂਦੇ ਹਾਂ ਯਾਰ, ਜਿਹਨੂੰ ਦੁਨੀਆ ਪਤਿੱਤ ਕਹਿੰਦੀ ਆ ਅਸੀਂ ਤਾਂ ਉਹਨੂੰ ਵੀ ਪਾਵਨ ਕਰ ਲੈਂਦੇ ਹਾਂ। ਤੂੰ ਕਿਉਂ ਡਰਦਾ ਹੁੰਦਾ ਇੰਨਾ? ਕੋਈ ਨਹੀਂ, ਦੁਨੀਆ ਜਿਹੜਾ ਕੁਛ ਕਹਿੰਦੀ ਹੈ ਕਹੀ ਜਾਣ ਦੇ, ਉਹਦੇ ਲਈ ਤੂੰ ਇੰਨਾ ਮਾੜਾ ਕਦੇ ਵੀ ਨਹੀਂ ਹੈ। ਉਹਨੂੰ ਤਾਂ ਉਹ ਕਣੀ ਦਿੰਦੀ ਹੈ ਨਾ ਜਿਹੜੀ ਉਹਦਾ ਰੂਪ ਤੇਰੇ ਅੰਦਰ ਪਹਿਲਾਂ ਹੀ ਹੈਗਾ। ਕੋਈ ਨਹੀਂ, ਉਸੇ ਦੇ ਹੈਗੇ ਆ, ਉਸੇ ਦੇ ਰਹਿਣਾ। ਕਿਰਪਾ ਬਹੁਤ ਜ਼ਿਆਦਾ ਆ। ਹਾਂ, ਇੱਕ ਬੇਨਤੀ ਹੋਰ ਕਰ ਦਈਏ ਕਿ ਮਾਈ ਦੇਸਾਂ ਦੀ ਵਰਸੀ 10 ਤਰੀਕ ਨੂੰ ਆ ਰਹੀ ਹੈ। ਅੱਜ 31 ਹੋ ਗਈ ਹੈ, ਕੱਲ੍ਹ ਤੋਂ 1 ਸਤੰਬਰ ਦੀ ਸ਼ੁਰੂਆਤ ਹੋ ਜਾਣੀ ਹੈ। ਅਤੇ ਜਿਹੜੇ ਤੁਸੀਂ ਨੇੜੇ ਵਾਲੇ ਸੁਣਦੇ ਕਰਦੇ ਹੋ, ਆਇਓ ਜ਼ਰੂਰ, ਹਾਜ਼ਰੀਆਂ ਭਰ ਜਿਓ। ਆਪਣੇ ਵੱਲੋਂ ਜੋ ਵੀ ਭਾਵਨਾ, ਜੋ ਦਿਲ ਨੂੰ ਲੱਗਦਾ ਕਿ ਮੈਂ ਕਰਨੀ ਚਾਹੀਦੀ ਹੈ ਮੈਨੂੰ ਉੱਥੇ ਸੇਵਾ, ਜੋ ਅਸਥਾਨ ਦੀ ਸੇਵਾ ਚੱਲ ਰਹੀ ਹੈ ਉਹਦੇ ਬਾਰੇ ਵੀ ਜ਼ਰੂਰ, ਅਤੇ ਜੋ ਬਰਸੀ ਸਮਾਗਮਾਂ ਵਾਸਤੇ ਕੋਈ ਸੇਵਾ ਭੇਜ ਸਕਦੇ ਹੋ ਜ਼ਰੂਰ ਭੇਜਿਓ, ਕਿਉਂਕਿ ਆਪਣੇ ਕੀਤੀਆਂ ਹੋਈਆਂ ਸੇਵਾਵਾਂ ਦੇ ਨਾਲ ਹੀ ਸਾਰੀਆਂ ਸੇਵਾਵਾਂ ਚੱਲਦੀਆਂ, ਸਾਰਾ ਕੁਛ ਹੋ ਰਿਹਾ। ਜਿਵੇਂ ਜਿਵੇਂ ਅੱਗੇ ਸਾਂਝ ਪਊਗੀ ਆਪਾਂ ਪਾਉਂਦੇ ਰਹਾਂਗੇ। ਮਹਾਰਾਜ ਕਿਰਪਾ ਕਰਨ, ਸਿਰ 'ਤੇ ਹੱਥ ਰੱਖਣ। ਅਰਦਾਸ ਹੁੰਦੀ ਆ ਹਰ ਵੇਲੇ ਕਿ ਜਿੱਥੇ ਵੀ ਬੈਠੇ ਹੋ ਦੇਸਾਂ ਪ੍ਰਦੇਸਾਂ ਦੇ ਵਿੱਚ ਜੁੜੇ ਰਹੋ। ਗੁਰੂ ਨਾਨਕ ਨੇ ਬੜੀਆਂ ਰਹਿਮਤਾਂ ਕੀਤੀਆਂ ਹੋਈਆਂ, ਬੜੇ ਵੱਡੇ ਖਜ਼ਾਨੇ ਲੈ ਕੇ ਆਏ ਨੇ, ਬੜੇ ਵੱਡੇ ਸੂਤਰ ਲੈ ਕੇ ਆਏ ਨੇ। ਉਹ ਸੂਤਰ ਸਮਝਣ ਦੀ ਦੇਰ ਆ, ਸਾਰੀਆਂ ਸੈਟਿੰਗਾਂ ਬਹਿ ਜਾਂਦੀਆਂ। ਬਸ ਇੱਕ ਸਵਾਲ ਕਰਿਆ ਕਰੋ ਚਿੱਤ 'ਚ ਕਿ ਜਦੋਂ ਗੁਰੂ ਨਾਨਕ ਦੇਵ ਨੇ ਉਦਾਸੀਆਂ ਕੀਤੀਆਂ, ਗੁਰੂ ਨਾਨਕ ਜਾਂਦੇ ਸੀ ਲੋਕਾਂ ਕੋਲ, ਸੰਗਤਾਂ ਮਿਲਦੀਆਂ ਸੀ, ਵੀ ਉਹ ਕੀ ਕਹਿੰਦੇ ਹੋਣਗੇ ਇਹੋ ਜਿਹੀ ਗੱਲ ਕਿ ਲੋਕ ਉਹਦੀ ਜੁੜ ਜਾਂਦੇ ਸੀ, ਨਾਮਦਾਨ ਲੈ ਲੈਂਦੇ ਸੀ, ਜਪਣਾ ਸ਼ੁਰੂ ਕਰ ਦਿੰਦੇ ਸੀ।
ਫਿਰ ਗੁਰੂ ਜੀ ਇੱਕ ਹੋਰ ਗੱਲ ਕਹਿ ਜਾਂਦੇ ਕਿ ਖੁਦ ਤਾਂ ਜਪਣਾ ਹੀ ਆ, ਹੋਰਾਂ ਨੂੰ ਵੀ ਜਪਾਇਓ, ਧਰਮਸ਼ਾਲਾ ਬਣਾ ਲਿਓ। ਉਹ ਧਰਮਸ਼ਾਲਾ ਵੀ ਬਣਾ ਲੈਂਦੇ, ਹੋਰਾਂ ਨੂੰ ਵੀ ਜਪਾਉਂਦੇ, ਅਤੇ ਉਹ ਲੋਕ ਜਪਦਿਆਂ ਹੌਲੀ ਹੌਲੀ ਗੁਰੂ ਨਾਨਕ ਕੇ ਸਿੱਖ ਕਹਾਉਣ ਲੱਗ ਗਏ, ਅਤੇ ਐਡਾ ਵੱਡਾ ਸਿੱਖੀ ਦਾ ਮਹਿਲ ਖੜ੍ਹਾ ਹੋ ਗਿਆ। ਅੱਜ ਦੇਸਾਂ ਪ੍ਰਦੇਸਾਂ ਵਿੱਚ ਸਿੱਖ ਨੇ। ਨਿਉ ਜਿੱਥੋਂ ਸਾਡੀ ਤੁਰੀ ਆ, ਉੱਥੇ ਇੱਕ ਛੋਟਾ ਜਿਹਾ ਪੁਆਇੰਟ ਹੈ ਜਿਹੜਾ ਬੜਾ ਔਖਾ ਹੈ ਹੀ ਨਹੀਂ ਸੀ, ਆਪਣੇ ਨੇੜੇ ਆਉਣ ਦਾ, ਪਵਨ ਗੁਰੂ ਦੇ ਚਰਨੀ ਲੱਗਣ ਦਾ, ਪਾਣੀ ਪਿਤਾ ਦਾ ਸਤਿਕਾਰ ਕਰਨ ਦਾ, ਧਰਤੀ ਮਾਂ ਨਾਲ ਸਾਂਝਾ ਪਾਉਣ ਦਾ। ਨਿੱਕੇ ਨਿੱਕੇ ਸੂਤਰ ਹੈ, ਨਿੱਕੇ ਨਿੱਕੇ ਬੀਜ ਮੰਤਰ ਹੈ। ਇਹ ਜਦੋਂ ਸ਼ੁਰੂਆਤੀ ਸੈਟਿੰਗਾਂ ਤੁਹਾਡੀਆਂ ਬਹਿ ਗਈਆਂ, ਫਿਰ ਉੱਪਰੋਂ ਉਹਨੇ ਵਰਨਾ ਸ਼ੁਰੂ ਹੋ ਜਾਣਾ। ਕਿੰਨੇ ਪਿਆਰ ਨਾਲ ਪੜ੍ਹਿਆ ਕਰੋ ਇਹ ਚੀਜ਼ ਨੂੰ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ। ਖੜਾਉਂਦੇ ਆ ਸਾਨੂੰ, ਖੇਲਾ ਹੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਬਚੈ ਧਰਮ ਹਦੂਰ। ਧਰਮ ਕੀ? ਜਿਵੇਂ CCTV ਕੈਮਰਾ ਲੱਗਿਆ ਹੋਵੇ, ਅਸੀਂ ਅੱਜ ਦੇ ਯੁੱਗ ਦਾ ਉਹਨੂੰ ਧਰਮ ਕਹਿ ਸਕਦੇ ਹਾਂ। ਸਾਡੇ 'ਤੇ ਇੱਕ ਨਿਗਾਹ ਹੈ ਪਰਮ ਦ੍ਰਿਸ਼ਟੀ ਦੀ, ਪਰਮ ਪਿਤਾ ਦੀ। ਉਹ ਸਾਡਾ ਜੋ ਵੀ ਅਸੀਂ ਕਰ ਰਹੇ ਹਾਂ ਉਹ ਬਾਚ ਰਿਹਾ, ਰੋਕਦਾ ਨਹੀਂ, ਕੁਛ ਕਹਿੰਦਾ ਨਹੀਂ। ਇਹ ਸਾਨੂੰ ਆਜ਼ਾਦੀ ਹੈ। ਜਿਵੇਂ CCTV ਕੈਮਰਾ ਸਾਨੂੰ ਆਵਾਜ਼ ਮਾਰ ਕੇ ਕਹਿੰਦਾ ਥੋੜ੍ਹੀ ਆ ਵੀ ਐਂ ਕਿਉਂ ਕਰੀ ਜਾਂਦਾ, ਉੱਧਰ ਹੋ ਜੂ। ਅਸੀਂ ਜਦੋਂ ਦੂਜੇ ਪਾਸੇ ਜਾ ਕੇ ਦੇਖਾਂਗੇ, ਹੋ ਸਕਦਾ ਸਾਨੂੰ ਸਾਡੀਆਂ ਹਰਕਤਾਂ 'ਤੇ ਸ਼ਰਮਿੰਦਾ ਹੋਣਾ ਪਵੇ। ਉਹ ਤਾਂ ਫਿਰ ਪਹਿਲਾਂ ਸੋਚਣਾ ਚਾਹੀਦਾ ਨਾ। ਇਹ ਗੱਲ ਧਿਆਨ 'ਚ ਹੋਵੇ ਕਿ ਹਰ ਵੇਲੇ ਕੋਈ ਸ਼ਕਤੀ ਸਾਨੂੰ ਬਾਚ ਰਹੀ ਹੈ। ਬਾਚਾ ਹੈ ਧਰਮ ਹਦੂਰ। ਚੰਗਿਆਈਆਂ ਵੀ ਬਚੀਆਂ ਜਾ ਰਹੀਆਂ, ਬੁਰਾਈਆਂ ਵੀ। ਬਾਚਾ ਹੈ ਧਰਮ ਹਦੂਰ। ਕਰਮੀ ਆਪੋ ਆਪਣੀ, ਹਰ ਇੱਕ ਦੀ ਜੋ ਕਰਮ ਆ ਉਹਦੇ, ਜੋ ਕਰ ਰਿਹਾ ਆਪੋ ਆਪਣੇ ਹੈ। ਉਹਦੇ ਦੋਸ਼ੀ ਕੋਈ ਹੋਰ ਨਹੀਂ ਹੈ, ਅਤੇ ਨਾ ਹੀ ਕਿਸੇ ਨੂੰ ਅਵਾਰਡ ਮਿਲਣਾ ਹੋਰ। ਜੇ ਤੁਹਾਡੀ ਗਤੀਵਿਧੀ ਕੀਤੀ ਪਸੰਦ ਆ ਗਈ ਕਿਸੇ ਨੂੰ, ਉਹਨੇ ਬਹਿਲ ਹੋ ਜਾਣਾ, ਅਵਾਰਡ ਵੀ ਤੁਹਾਨੂੰ ਹੀ ਮਿਲਣਾ। ਅਸੀਂ ਬੁਰਾ ਹੀ ਨਾ ਇਕੱਲਾ ਸੋਚਿਆ ਕਰਕੇ, ਜੋ ਅਸੀਂ ਕਰਦੇ ਹਾਂ ਉਹਦੇ ਅਵਾਰਡ ਵੀ ਮਿਲਦੇ ਆ। ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਕਿਸੇ ਨੂੰ ਪਹਿਲਾਂ ਕਿਸੇ ਨੂੰ ਬਾਅਦ 'ਚੋਂ ਸਾਹਮਣੇ ਗੱਲ ਆਈ ਜਾਣੀ ਹੈ। ਅਤੇ ਫਿਰ ਮਹਾਰਾਜ ਮੋਹਰ ਕੀ ਲਾਉਂਦੇ ਨੇ? ਜਿੰਨੇ ਵੀ ਲੋਕ ਆ ਉਹਨਾਂ 'ਚੋਂ ਜਿਨ੍ਹਾਂ ਨੇ ਗੱਲ ਸਮਝ ਲਈ ਇੱਕ ਓਂਕਾਰ ਵਾਲੀ, ਅਤੇ ਉਹਦੇ ਨਾਲ ਧਿਆਨ ਧਰਨਾ ਸ਼ੁਰੂ ਕਰਤਾ। ਜਿੰਨੀ ਨਾਮ ਕੀ ਆ? ਇੱਕ ਓਂਕਾਰ ਸਤਿਨਾਮ। ਲਿਖ ਕੇ ਦਿੱਤਾ ਕਿ ਸੱਚਾ ਨਾਮ ਇੱਕ ਓਂਕਾਰ ਹੈ। ਇਹਨੂੰ ਸਮਝ ਲਿਆ ਕਰਕੇ ਹੌਲੀ ਹੌਲੀ, ਇੱਕ ਓਂਕਾਰ ਸਤਿਨਾਮ। ਜਿੰਨੀ ਨਾਮ ਧਿਆਇਆ, ਕਿਉਂਕਿ ਧਿਆਨ ਦਾ ਨਾਂ ਕਿਉਂ ਦਿਆ ਮਹਾਰਾਜ ਨੇ? ਉਹਨਾਂ ਨੂੰ ਪਤਾ ਕਿ ਜਾਪ ਤਾਂ ਸਾਧੂਆਂ ਨੇ ਕਰਾ ਦੇਣਾ। ਜਾਪ ਕਰਾਤਾ, ਪਾਠ ਕਰਾਤਾ, ਉਹਦੇ 'ਚੋਂ ਫਿਰ ਸਿਮਰਨ ਬਣਨਾ ਸਾਰੇ ਕਾਹੇ ਦਾ। ਸਿਮਰਨ ਹੀ ਸਵਾਸਾਂ 'ਤੇ ਧਿਆਨ ਬਣ ਕੇ ਪ੍ਰਗਟ ਹੋਣਾ। ਅਤੇ ਧਿਆਉਣਾ ਜਾਣੀ ਪੇਪਰ ਦੇਣ ਵਾਂਗੂ ਆ। ਪਹਿਲਾਂ ਅਸੀਂ ਪੜ੍ਹਿਆ ਲੈਸਨ ਨੂੰ, ਫਿਰ ਅਸੀਂ ਜਾਣਿਆ, ਸਿੱਖਿਆ, ਜਪਿਆ, ਉਹਨੂੰ ਚੇਤੇ ਕਰਿਆ, ਫਿਰ ਉਹ ਸਿਮਰਨ ਬਣ ਕੇ ਚੱਲ ਪਿਆ, ਅਤੇ ਹੁਣ ਅਸੀਂ ਪੇਪਰ ਦੇ ਰਹੇ ਹਾਂ ਧਿਆਨ ਨਾਲ। ਤਾਂ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ। ਜਿਨ੍ਹਾਂ ਨੇ ਮਸਕਤਾਂ ਕੀਤੀਆਂ ਘਾਲ ਨਾ ਘਾਲ ਗਏ, ਨਾਨਕ ਤੇ ਮੁਖ ਉਜਲੇ। ਉਹਨਾਂ ਦੇ ਮੁਖ ਉਜਲੇ ਹੋਣੇ ਆ ਕੀਤੀ ਛੁੱਟੀ ਨਾਲ। ਕਹਿੰਦੇ ਜਿਨ੍ਹਾਂ ਨੇ ਖੁਦ ਪਾਸ ਹੋ ਗਏ ਨਾ, ਧਿਆਨ ਦੇ ਪੇਪਰ ਦੇਤੇ, ਅਤੇ ਜਦੋਂ ਉਹਨਾਂ ਨੂੰ ਪ੍ਰਾਪਤੀ ਹੋਣੀ ਹੈ, ਅਤੇ ਕਿੰਨੇ ਹੀ ਹੋਰ ਲੋਕਾਂ ਨੇ ਤਰ ਜਾਣਾ ਉਹਨਾਂ ਨਾਲ। ਜਿਵੇਂ ਦੁਨਿਆਵੀ ਤੌਰ 'ਤੇ ਕਿਸੇ ਖਾਨਦਾਨ 'ਚ ਜੇ ਕੋਈ ਇੱਕ ਜਾਣੇ MLA ਮੰਤਰੀ ਬਣ ਜੇ ਨਾ, ਉਹ ਸਾਰਿਆਂ ਨੂੰ ਹੀ ਉਹਦਾ ਲਾਹਾ ਮਿਲਦਾ, ਸਤਿਕਾਰ ਮਿਲਦਾ, ਪਿਆਰ ਮਿਲਦਾ। ਓੜਵੇਂ ਕੋੜਵੇਂ ਨੂੰ, ਨਾਨਕਿਆਂ ਨੂੰ, ਦਾਦਕਿਆਂ ਨੂੰ, ਕਿ ਸਾਡਾ ਬੱਚਾ CM ਹੈ। ਥਾਂ ਥਾਂ ਸਤਿਕਾਰ ਮਿਲਦਾ। ਅਤੇ ਇਸੇ ਤਰ੍ਹਾਂ ਇੱਧਰਲੇ ਪਾਸੇ ਜਦੋਂ ਕੋਈ ਪ੍ਰਾਪਤੀ ਕਰ ਲੈਂਦਾ, ਅਤੇ ਉਹਦੇ ਚਾਹੁਣ ਵਾਲੇ, ਪਿਆਰ ਕਰਨ ਵਾਲੇ ਸੇਵਕ, ਉਹਦੇ ਆਰ ਪਰਿਵਾਰ ਸਾਰਿਆਂ ਨੂੰ ਹੀ ਲਾਹਾ ਮਿਲਦਾ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿੰਨੀ ਹੋਰ ਦੁਨੀਆ ਜਿਨ੍ਹਾਂ ਦੇ ਵੀ ਮੱਥੇ ਲੱਗ ਜਾਂਦਾ, ਜੋ ਉਹਨੇ ਵਰ ਲਏ ਅਕਾਲ ਪੁਰਖ ਤੋਂ, ਉਹ ਵੀ ਛੁੱਟ ਜਾਂਦੇ ਆ। ਬੜਾ ਸੋਹਣਾ ਸਾਫ ਸੁਥਰਾ ਰਸਤਾ, ਬਾਹਲੇ ਬੰਨ ਬਣੇ ਚੱਕਰ ਹੈ ਹੀ ਨਹੀਂ। ਸਿੱਧਾ ਜਾਣੋ, ਗੁਰੂ ਨਾਨਕ ਦੀ ਬਾਣੀ ਤੁਹਾਡੇ ਕੋਲ ਆ, ਪੜ੍ਹੋ, ਸੁਣੋ, ਜਾਣੋ। ਵਾਹਿਗੁਰੂ ਰਹਿਮਤ ਕਰੇ, ਕਿਰਪਾ ਬਣਾਈ ਰੱਖੇ, ਹਾਜ਼ਰੀਆਂ ਪ੍ਰਵਾਨ ਕਰੇ। ਆਓ ਛੁੱਟੀਆਂ ਲਈਏ, ਗੱਜ ਕੇ ਫਤਿਹ ਬੁਲਾਓ। ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾ ਪਾਤਸ਼ਾਹੀ 10ਵੀਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।